ਹਾਂਜੀ ਸਰੋਤਿਓ, ਸਵਾਗਤ ਹੈ ਜੀ ਤੁਹਾਡਾ ਜਨਮ ਸਾਖੀਆਂ ਦੀ ਪੜਚੋਲ ਦੇ ਭਾਗ ਨੰਬਰ 8 ਦੇ ਵਿੱਚ। ਮੈਂ ਸਤਬੀਰ ਸਿੰਘ ਡੋਡ ਅੱਜ ਫਿਰ ਤੋਂ ਇਹ ਪ੍ਰੋਗਰਾਮ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੋ ਰਿਹਾ, ਜਿਸ ਦੇ ਵਿੱਚੋਂ ਅਸੀਂ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਨਾਲ ਉਹਨਾਂ ਦੀ ਕੀਤੀ ਗਈ ਘਾਲਣਾ ਦੇ ਅਸਲੀ ਜੋ ਪ੍ਰਮੁੱਖਤਾ ਹੈਗੀ ਹੈ, ਉਹਨਾਂ ਦੇ ਕਾਰਨ ਹਨ, ਉਹਨਾਂ ਨੂੰ ਮੁੱਖ ਰੱਖਦੇ ਹਾਂ। ਪਰ ਕੁਝ ਸ਼ਰਾਰਤੀ ਅਨਸਰਾਂ ਦੁਆਰਾ ਉਹਨਾਂ ਦੇ ਨਾਮ ਹੇਠ ਘੜੀਆਂ ਲਿਖੀਆਂ ਸਾਖੀਆਂ, ਜਿਨ੍ਹਾਂ ਨੇ ਉਹਨਾਂ ਦਾ ਅਕਸ਼ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ, ਔਰ ਇਹਨਾਂ ਗੰਦੇ ਮੰਦੇ ਲਿਖੇ ਹੋਏ ਗ੍ਰੰਥਾਂ ਦੀ ਵਜ੍ਹਾ ਦੇ ਕਰਕੇ ਗੁਰੂ ਪਾਤਸ਼ਾਹ ਜੀ ਦੇ ਜੋ ਸਰੀਰਕ ਘਾਲਣਾ ਸੀ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸੱਚਾਈ ਦੀ ਘਾਲਣਾ ਸੀ, ਉਹਨਾਂ ਨੂੰ ਛੁਪਾਇਆ ਗਿਆ। ਆਓ ਅੱਜ ਦਾ ਪ੍ਰੋਗਰਾਮ ਸ਼ੁਰੂ ਕਰੀਏ। ਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਇੱਥੇ ਹਾਜ਼ਰ ਨੇ ਸਰਦਾਰ ਇੰਦਰ ਸਿੰਘ ਜੀ ਘੱਗਾ, ਜੋ ਕਿ ਉੱਘੇ ਪ੍ਰਚਾਰਕ ਵੀ ਨੇ, ਉੱਘੇ ਸਕਾਲਰ ਨੇ। ਗੁਰਮਤ ਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਦੀ ਦੇਣ ਵੀ ਉਹਨਾਂ ਨੇ ਸਾਨੂੰ ਦਿੱਤੀ ਹੈ। ਮੈਂ ਹਮੇਸ਼ਾ ਚਰਚਾ ਕਰਦਾ ਰਹਿਣਾ ਕਿ ਉਹਨਾਂ ਵੱਲ ਵੀ ਜ਼ਰੂਰ ਧਿਆਨ ਮਾਰਿਆ ਕਰੀਏ। ਆਓ ਫਤਿਹ ਨਾਲ ਸਾਂਝ ਕਰੀਏ ਤੇ ਇਸ ਭਾਗ ਨੰਬਰ 8 ਦੇ ਵਿੱਚੋਂ ਲਾਹਾ ਲਈਏ ਜੀ। ਹਾਂਜੀ ਬਾਪੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਪੂ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ, ਜਿੱਥੇ ਅਸੀਂ ਜਨਮ ਸਾਖੀਆਂ ਦੇ ਵਿੱਚੋਂ ਆਪ ਜੀ ਤਾਈਂ ਕੁਝ ਸਵਾਲ ਰੱਖਦੇ ਹਾਂ। ਕੁਝ ਉੱਘੇ ਸਵਾਲ ਅੱਜ ਦੇ ਵੀ ਅਸੀਂ ਤੁਹਾਡੇ ਦੇ ਨਾਲ ਸਾਂਝੇ ਕਰਨੇ ਆ, ਤੇ ਜਿਹਦੇ ਵਿੱਚੋਂ ਪਹਿਲੀ ਗੱਲ ਮੈਂ ਆਪ ਨਾਲ ਰੱਖਣੀ ਚਾਹਾਂਗਾ, ਜਨਮ ਸਾਖੀਆਂ ਦੇ ਵਿੱਚੋਂ ਇਤਿਹਾਸ, ਕਹਿੰਦੇ ਇਹਨੂੰ ਇੰਗਲਿਸ਼ ਦੇ ਵਿੱਚ ਕਿਹਾ ਜਾਂਦਾ ਹੈ ਹਿਸਟਰੀ, ਤੇ ਹਿਸਟਰੀ ਦਾ ਮਤਲਬ ਹੁੰਦਾ ਹਿਸ ਸਟੋਰੀ, ਕਿਸੇ ਬੰਦੇ ਬਾਰੇ ਚਰਚਾ ਕਰਨੀ। ਜਿੱਥੇ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਆਪਾਂ ਉਹਨਾਂ ਦੇ ਜੀਵਨ ਦੀ ਗੱਲ ਕਰ ਰਹੇ ਹਾਂ, ਕਿ ਜੋ ਉਹਨਾਂ ਦੇ ਬਾਰੇ ਗਲਤ ਮਲਤ ਲਿਖ ਕੇ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦੀਆਂ ਜਨਮ ਸਾਖੀਆਂ ਦੇ ਰੂਪ ਦੇ ਵਿੱਚ ਸਾਨੂੰ ਪਰੋਸਿਆ ਗਿਆ। ਉਹਦੇ ਵਿੱਚ ਇੱਕ ਚਰਚਾ ਦੁਨੀ ਚੰਦ ਨਾਮ ਦੀ ਸ਼ਖਸੀਅਤ ਦਾ ਹੈ, ਜਿਹੜਾ ਕਿ ਬੜਾ ਅਮੀਰ ਦੱਸਿਆ ਗਿਆ, ਜਿਹਨੇ ਬਹੁਤ ਸਾਰਾ ਧਨ ਇਕੱਠਾ ਕੀਤਾ ਹੋਇਆ ਸੀ, ਔਰ ਨਾਲੇ ਨਾਲ ਵੱਡੇ ਵੱਡੇ ਝੰਡੇ 7 ਕਹਿੰਦੇ ਲਗਾ ਕੇ ਉਹਨੇ ਆਪਣਾ ਪ੍ਰਦਰਸ਼ਨ ਵੀ ਉਹ ਕਰਦਾ ਸੀ ਕਿ ਮੈਂ ਬਹੁਤ ਅਮੀਰਜ਼ਾਦਾ। ਔਰ ਨਾਲੇ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਉਹਨੇ ਜਦੋਂ ਸ਼ਰਾਧ ਕਰਨਾ ਸੀ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਨਾਲ ਉਹਦਾ ਇੱਕ ਵਾਰਤਾਲਾਪ ਹੋਇਆ ਹੈ ਸਾਖੀਆਂ ਦੇ ਅਨੁਸਾਰ। ਔਰ ਉਹਦੇ ਵਿੱਚ ਜਦੋਂ ਸ਼ਰਾਧ ਕਰਦਾ ਹੈ, ਇਹਦੇ ਪਿਤਾ ਨੂੰ ਕੀ ਕਹਿ ਕੇ ਡਰਾਇਆ ਗਿਆ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇਸ ਦੇ ਨਾਲ ਜੁੜੀਆਂ ਹੋਈਆਂ। ਕਿਰਪਾ ਕਰਕੇ ਇਹਨੂੰ ਵਿਸਤਾਰ ਦੇ ਨਾਲ ਸੰਗਤਾਂ ਨਾਲ ਸਾਂਝਾ ਕਰਿਓ ਜੀ। ਇੱਥੇ ਆਪਾਂ ਹੈਰਾਨੀ ਹੁੰਦੀ ਹੈ, ਤੁਸੀਂ ਬੜਾ ਸੋਹਣਾ ਸ਼ੁਰੂਆਤ ਕੀਤੀ ਹੈ ਕਿ ਹਿਸਟਰੀ ਹੁੰਦੀ ਹੈ, ਤੇ ਅੱਜ ਸਾਡੇ ਪੱਲੇ ਹਿਸਟਰੀ ਨਹੀਂ ਬਲਕਿ ਮਿਸਟਰੀ ਪਾਈ ਜਾ ਰਹੀ ਹੈ, ਜਿਹੜਾ ਕਿ ਮਿਥਿਹਾਸ ਹੁੰਦਾ ਹੈ, ਮਿੱਥੀਆਂ ਗਈਆਂ ਗੱਲਾਂ ਜਿਹੜੀਆਂ ਕਿ ਸੱਚ ਨਹੀਂ ਹੁੰਦੀਆਂ, ਪਰ ਕਿਸੇ ਦੀ ਕਲਪਨਾ ਤੇ ਆਧਾਰਿਤ ਉਹਨਾਂ ਨੂੰ ਲੋਕਾਂ 'ਚ ਪ੍ਰਚਾਰ ਦਿੱਤਾ ਗਿਆ, ਤੇ ਲੋਕਾਂ ਦਾ ਮਾਨਸਿਕ ਵਿਕਾਸ ਨਾ ਹੋਣ ਕਰਕੇ ਉਹ ਉਹਨਾਂ ਝੂਠੀਆਂ ਗੱਲਾਂ ਨੂੰ ਵੀ ਸੱਚ ਮੰਨ ਲੈਂਦੇ ਨੇ, ਜਿਹੜਾ ਕਿ ਸਾਡੇ 'ਚ ਪ੍ਰਚਲਿਤ ਹੋ ਗਿਆ ਜੀ। ਇਹ ਤਾਂ ਸ਼ਰਧਾ ਹੁੰਦੀ ਹੈ, ਧਰਮ ਤਾਂ ਸ਼ਰਧਾ ਤੇ ਖੜਾ ਹੈ। ਹਾਂਜੀ, ਇਹ ਗੱਲਾਂ ਸਾਡੇ ਸਮਾਜ ਦੇ ਵਿੱਚ ਬਹੁਤ ਪ੍ਰਚਲਿਤ ਹੋ ਗਈਆਂ। ਪੁਰਾਤਨ ਸਮਿਆਂ 'ਚ ਤਾਂ ਆਪਾਂ ਮੰਨਦੇ ਹਾਂ ਕਿ ਅਕਲ, ਬੁੱਧੀ, ਗਿਆਨ, ਵਿੱਦਿਆ ਬਹੁਤ ਥੋੜਾ ਸੀ, ਨਾ ਦੇ ਬਰਾਬਰ ਸੀ, ਤੇ ਅੱਜ ਤਾਂ ਮਾਨਸਿਕ ਵਿਕਾਸ ਸਾਡਾ ਬਹੁਤ ਹੋ ਜਾਣਾ ਚਾਹੀਦਾ ਹੈ। ਪਰ ਅੱਜ ਵੀ ਸਿੱਖਾਂ ਨੂੰ ਸਰਾਧ ਪਾਉਂਦੇ ਵੇਖਿਆ ਜਾ ਸਕਦਾ ਹੈ। ਗੰਗਾ ਜਾਂ ਪਤਾਲਪੁਰੀ ਜਾਂ ਗੋਇੰਦਵਾਲ ਆਦਿਕ ਕੀਰਤਪੁਰ ਵਗੈਰਾ ਥਾਂ ਥਾਂ ਤੇ ਉਹਨਾਂ ਦੇ ਮਰ ਚੁੱਕੇ ਪ੍ਰਾਣੀਆਂ ਦੇ ਹੱਡੀਆਂ ਪਾਉਂਦਿਆਂ ਵੇਖਿਆ ਜਾ ਸਕਦਾ ਹੈ। ਉਹਨਾਂ ਦੇ ਨਿਮਿਤ ਉੱਥੇ ਦਾਨ ਪੁੰਨ ਕਰਦਿਆਂ ਵੇਖਿਆ ਜਾ ਸਕਦਾ ਹੈ। ਮੈਂ ਤਾਂ ਹੈਰਾਨ ਹੋਇਆ, ਇੱਥੋਂ ਤੱਕ ਆਪਣੇ ਮਰ ਗਏ ਪਿਤਾ ਦੇ ਨਾਮ ਤੇ ਜਦੋਂ ਪ੍ਰਧਾਨ ਮੱਕੜ ਜੀ ਹੁੰਦੇ ਸਨ, ਉਦੋਂ ਇੱਕ ਭਾਈ ਆਪਣੇ ਪਿਤਾ ਜੀ ਦੇ ਨਾਮ ਤੇ ਕੀਰਤਪੁਰ 2 ਬੱਕਰੇ ਵੀ ਛੱਡ ਕੇ ਆਇਆ। ਉੱਥੋਂ ਦੇ ਪੁਜਾਰੀ ਨੇ ਪੁੱਛਿਆ, ਜੀ ਇਹ ਤੁਸੀਂ ਬੱਕਰੇ ਕਿਉਂ ਛੱਡ ਕੇ? ਉਹ ਕਹਿੰਦਾ ਮੇਰਾ ਬਾਪੂ ਮੀਟ ਖਾਂਦਾ ਸੀ, ਮੈਂ ਉਹਦੇ ਵਾਸਤੇ ਬੱਕਰੇ ਉੱਪਰ ਭੇਜਣੇ ਨੇ, ਮੈਂ ਪਾਸੇ ਬੈਠ ਕੇ ਦੇਖੂ ਹੁਣ ਤੁਸੀਂ ਉੱਪਰ ਕਿਵੇਂ ਭੇਜੋਗੇ ਇਹਨਾਂ ਨੂੰ। ਠੀਕ ਹੈ ਜੀ। ਤੋ ਇਹ ਜਿਹੜਾ ਸਾਡਾ ਦੁਨੀ ਚੰਦ ਆਦਿਕ ਦੀਆਂ ਕਹਾਣੀਆਂ ਨੇ, ਇੱਕ ਪਾਸੇ ਤਾਂ ਉਹਨੂੰ ਬੇਅੰਤ ਉਹਨਾਂ ਜ਼ਮਾਨਿਆਂ ਦਾ ਅਮੀਰ ਵੀ ਵਿਖਾਈ ਜਾਣਾ, ਭਾਵ ਕਿ ਜਿਹੜੀ ਕਲਪਨਾ ਲਿਖਾਰੀ ਦੇ ਮਨ ਦੇ ਵਿੱਚ ਆਈ ਉਹ ਸਾਡੇ ਦਿਮਾਗਾਂ 'ਚ ਤੁੰਨਣ ਦਾ ਯਤਨ ਕਰਦਾ ਹੈ। ਤਾਂ ਇਹ ਜਦੋਂ ਗੁਰੂ ਨਾਨਕ ਸਾਹਿਬ ਨੇ ਉਹਦੇ ਤੋਂ ਜ਼ਮੀਨ ਮੰਗੀ, ਇਹ ਵੀ ਕਹਾਣੀ ਪ੍ਰਚਲਿਤ ਇੱਥੇ ਦੁਨੀ ਚੰਦ ਦੇ ਨਾਲ ਆ ਵੀ ਕਰਤਾਰਪੁਰ ਦੀ ਜ਼ਮੀਨ ਦੁਨੀ ਚੰਦ ਨੇ ਦਿੱਤੀ। ਉਹ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ, ਉਹਨੇ ਸਾਰਾ ਕੁਝ ਦਿੱਤਾ ਜੀ। ਤੇ ਉਹ ਜਦੋਂ ਗੁਰੂ ਨਾਨਕ ਸਾਹਿਬ ਉਹਨੂੰ ਕਿਹਾ ਕਰਨ ਬਈ ਤੂੰ ਉਧਰ ਨੂੰ ਜਾ ਜਿੱਧਰ ਮੈਂ ਭੇਜਣਾ ਚਾਹੁੰਦਾ, ਉਦੋਂ ਉਹਦਾ ਘੋੜਾ ਤੁਰ ਪਿਆ ਕਰੇ, ਜਦੋਂ ਆਪਣੀ ਮਰਜ਼ੀ ਨਾਲ ਹੋਰ ਪਾਸੇ ਤੁਰਿਆ ਕਰੇ ਉਹਦਾ ਘੋੜਾ ਪੁੱਠੇ ਪਾਸੇ ਤੁਰ ਪਿਆ ਕਰੇ, ਉਧਰ ਜਾਇਆ ਨਾ ਕਰੇ। ਹੁਣ ਘੋੜੇ ਨੂੰ ਪਤਾ ਲੱਗ ਗਿਆ ਕਿ ਠੀਕ ਕੀ ਹੈ ਤੇ ਗਲਤ ਕੀ ਹੈ, ਤੇ ਦੁਨੀ ਚੰਦ ਨੂੰ ਪਤਾ ਨਹੀਂ ਲੱਗਿਆ। ਬਿਲਕੁਲ ਹਮੇਸ਼ਾ ਦੀ ਤਰ੍ਹਾਂ ਇਦਾਂ ਹੀ ਹੁੰਦਾ ਜੀ। ਤੇ ਇਸੇ ਤਰ੍ਹਾਂ
ਗੁਰੂ ਨਾਨਕ ਸਾਹਿਬ ਨੇ ਉਹਨੂੰ ਦੱਸਿਆ ਵੀ ਤੂੰ ਸਰਾਧ ਪਾ ਰਿਹਾ ਹੈ, ਸਾਨੂੰ ਵੀ ਸੰਤ ਸਾਧੂ ਸਮਝ ਕੇ ਤੂੰ ਬੁਲਾ ਲਿਆ ਇੱਥੇ, ਤੇ ਜਿਹਦੇ ਨਾਮ ਤੇ ਤੂੰ ਸਰਾਧ ਪਾ ਰਿਹਾ ਹੈ ਉੱਪਰ ਨਹੀਂ ਉਹ ਜਾ ਰਿਹਾ। ਅਸਲ ਦੇ ਵਿੱਚ ਜਿਹੜਾ ਇੱਥੇ ਜਿਹਦੇ ਭਾਵ-ਅਰਥ ਲਈਏ ਬਘਿਆੜ ਬਣਿਆ ਉਹਦਾ ਪਿਤਾ ਇੱਥੇ ਫਿਰਦਾ। ਗੁਰੂ ਨਾਨਕ ਸਾਹਿਬ ਨੇ ਸਮਝਾਇਆ ਹੋਣਾ ਕਿ ਤੇਰੇ ਪਿਤਾ ਨੇ ਲੋਕਾਂ ਨੂੰ ਲੁੱਟਿਆ, ਬਘਿਆੜ ਬਣ ਕੇ ਖਾਇਆ ਤੇ ਲੋਕਾਂ ਦੇ ਹੱਕ ਮਾਰੇ ਨੇ, ਤੇ ਤੂੰ ਵੀ ਬਘਿਆੜਪਣਾ ਉਹੀ ਕਰ ਰਿਹਾ। ਤੇਰਾ ਪਿਓ ਤਾਂ ਇੱਥੇ ਹੀ ਹੈ ਤੇਰੇ ਰੂਪ ਦੇ ਵਿੱਚ, ਤੂੰ ਬਘਿਆੜ ਨਾ ਲੋਕਾਂ ਵਾਸਤੇ ਹੁਣ ਬਣ, ਤੇ ਤੂੰ ਕੋਈ ਨਿਮਰਤਾ ਵਾਲਾ ਚੰਗਾ ਇਨਸਾਨ ਬਣ ਜੇ ਸੱਚਮੁੱਚ ਤੂੰ ਆਪਣੇ ਪਿਤਾ ਦੀ ਜਾਂ ਆਪਣੀ ਮੁਕਤੀ ਚਾਹੁੰਦਾ। ਤੋ ਇਹ ਗੱਲਾਂ ਤਾਂ ਕਰੀਆਂ ਹੋਣ ਮੰਨਿਆ ਜਾ ਸਕਦਾ, ਕਿਉਂਕਿ ਗੁਰੂ ਸਾਹਿਬ ਤਾਂ ਕਹਿੰਦੇ ਨੇ ਜਿਹੜਾ ਜੇ ਮੁਹਾਕਾ ਘਰ ਮੁਹੈ, ਉਹ ਜਿਹੜਾ ਸਾਰਾ ਸ਼ਬਦ ਆਸਾ ਕੀ ਵਾਰ ਦੇ ਘਰ ਮਹਿ ਪਿਤਰੀ ਦੇ, ਅੱਗਾ ਵਸਤ ਸਿਆਣੀ ਹੈ ਪਿਤਰੀ ਚੋਰ ਕਰੇ, ਵੱਡੀ ਹੱਥ ਦਲਾਲ ਕੇ ਮੁਸਬੀ ਇਹ ਕਰੇ, ਨਾਨਕ ਅੱਗਾ ਸੋ ਮਿਲੈ ਜੇ ਖੱਟੇ ਘਾਲੇ ਦੇ। ਹੁਣ ਉਹਨੂੰ ਇਹ ਅਹਿਸਾਸ ਕਰਵਾਇਆ, ਕਹਿੰਦੇ ਮਰਦਾਨਾ ਜੀ ਨੂੰ ਭੇਜਤਾ ਵੀ ਜਾ ਭਾਈ ਵੇਖ ਕੇ ਆ, ਇਹਦਾ ਪਿਓ ਤਾਂ ਬਘਿਆੜ ਬਣਿਆ ਹੋਇਆ, ਇੱਧਰ ਜੰਗਲਾਂ 'ਚ ਛੁਪਿਆ ਹੋਇਆ। ਤੇ ਮਰਦਾਨਾ ਜੀ ਉੱਥੇ ਗਏ ਤੇ ਉਹਨਾਂ ਨੇ ਦੇਖਿਆ, ਉਹਨਾਂ ਨੇ ਕੁਝ ਗੱਲਾਂ ਕੀਤੀਆਂ, ਤੇ ਇਹ ਕਹਿੰਦੇ ਬਘਿਆੜ ਵੀ ਇਸ ਕਰਕੇ ਬਣ ਗਿਆ ਸੀ ਕਿਉਂਕਿ ਉਹਨੇ ਕਿਸੇ ਬੰਦੇ ਨੇ ਮੱਛੀਆਂ ਦਾ ਮਾਸ ਰਿਝਾਇਆ ਸੀ, ਭੁੰਨਿਆ ਸੀ, ਉਹ ਖਾਣ ਵਾਸਤੇ ਤਿਆਰੀ ਕੀਤੀ ਸੀ। ਇਹ ਵਿਚਾਰਾ ਦੁਨੀ ਚੰਦ ਦਾ ਬਾਪ ਹੈ ਜਿਹੜਾ ਕੋਲੋਂ ਦੀ ਲੰਘ ਰਿਹਾ ਸੀ, ਤੇ ਇਹਨੂੰ ਮਹਿਕ ਆ ਗਈ ਮੱਛੀ ਦੇ ਮਾਸ ਦੀ, ਤੇ ਇਸੇ ਕਰਕੇ ਇਹ ਬਘਿਆੜ ਬਣ ਗਿਆ। ਅੱਛਾ ਜੀ। ਤੇ ਇਹੋ ਜਿਹੀਆਂ ਕਹਾਣੀਆਂ ਹੁਣ ਅੱਜ ਦੇ ਜ਼ਮਾਨੇ 'ਚ ਸਟੇਜਾਂ ਤੇ ਸੁਣਾਉਣੀਆਂ ਤੇ ਮੰਨਣੀਆਂ, ਇਹੀ ਕਹਿ ਸਕਦੇ ਹਾਂ ਕਿ ਅੱਜ ਤੱਕ ਵੀ ਸਿੱਖਾਂ ਨੂੰ ਸਮਝ ਨਹੀਂ ਆਈ, ਅਕਲ ਨਹੀਂ ਆਈ, ਤੇ ਬਹੁਤੀਆਂ ਕਹਾਣੀਆਂ ਸਾਧ ਬਾਬੇ ਜਾਂ ਸਾਡੇ ਅਣਜਾਣ ਪ੍ਰਚਾਰਕ ਅਜੇ ਵੀ ਸਟੇਜਾਂ ਤੇ ਇਹੋ ਜਿਹੀਆਂ ਕਹਾਣੀਆਂ ਸੁਣਾ ਰਹੇ ਨੇ। ਤੇ ਕਹਿਣ ਤੋਂ ਮੁਰਾਦ ਹੈ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਭਾਵ ਥੱਲੇ, ਉਹਨਾਂ ਦੀ ਵਿਚਾਰ ਤੋਂ ਇਹ ਬਹੁਤ ਜਿਹੜਾ ਆਪਣਾ ਇਹਦਾ ਮਨ ਬਦਲ ਗਿਆ। ਉਪਰੰਤ ਇਹਨੇ ਕਿਹਾ ਕਿ ਮਹਾਰਾਜ ਮੈਂ ਤਾਂ ਅੱਜ ਤੱਕ ਕੰਮ ਹੀ ਸਾਰੇ ਗਲਤ ਕਰਦਾ ਰਿਹਾ ਸੀ। ਗੁਰੂ ਨਾਨਕ ਸਾਹਿਬ ਨੇ ਇੱਥੇ ਤੱਕ ਇਹ ਵੀ ਕਿਹਾ ਕਿ ਤੂੰ ਪਿਤਾ ਦੇ ਨਾਮ ਤੇ ਬਹੁਤ ਕੁਝ ਕਰ ਰਹੇ ਹੈ, ਐਂ ਕਰ, ਆ ਇੱਕ ਸੂਈ ਮੈਂ ਤੈਨੂੰ ਦੇਣ ਲੱਗਿਆ, ਤੇ ਇਹ ਸੂਈ ਵੀ ਆਪਣੇ ਪਿਤਾ ਕੋਲੇ ਅੱਗੇ ਪਹੁੰਚਾ ਦਿਓ। ਇਹ ਵਿਚਾਰਾ ਕਹਿੰਦੇ ਕਾਲੀ 'ਚ ਆਪਣੀ ਘਰਵਾਲੀ ਕੋਲੇ ਗਿਆ, ਕਹਿੰਦਾ ਭਗਵਾਨ ਨੇ ਤੂੰ ਰੁੱਝੀ ਹੋਈ ਤਾਂ ਬਹੁਤ ਹੈ, ਤੈਂ ਇੰਨੇ ਸਾਧੂਆਂ ਸੰਤਾਂ ਵਾਸਤੇ ਪ੍ਰਸ਼ਾਦਾ ਤਿਆਰ ਕਰਵਾਇਆ, ਤਾਂ ਸੂਈ ਫਟਾਫਟ ਸਾਂਭ ਲੈ, ਇਹ ਵੀ ਬਾਪੂ ਜੀ ਵਾਸਤੇ ਆਪਾਂ ਅੱਗੇ ਸਵਰਗ 'ਚ ਭੇਜਣੀ ਹੈ। ਉਹ ਕਹਿੰਦੇ ਬੜੀ ਸਿਆਣੀ ਸੀ, ਉਹ ਕਹਿਣ ਲੱਗੀ ਭਲਿਆ ਮਾਨਸਾ ਤੈਨੂੰ ਹੋਇਆ ਕੀ ਹੈ, ਉੱਪਰ ਕਿਵੇਂ ਚਲੀ ਜਾਊਗੀ ਸੂਈ, ਇਹ ਤਾਂ ਜਦੋਂ ਆਪਾਂ ਮਰ ਗਏ ਇੱਥੇ ਰਹਿ ਜੂਗੀ, ਜਾਂ ਕਿ ਸਾਧ ਸੰਤ ਨੂੰ ਦੇਵਾਂਗੇ ਤਾਂ ਇੱਥੇ ਬੋਝੇ 'ਚ ਪਾਲੂਗਾ ਉਹ। ਕਹਿਣ ਲੱਗਿਆ ਹੈ ਅੱਗੇ ਨਹੀਂ ਜਾਂਦੀ। ਉਹ ਸੂਈ ਲੈ ਕੇ ਵਾਪਸ ਗੁਰੂ ਨਾਨਕ ਸਾਹਿਬ ਕੋਲੇ ਆ ਗਿਆ, ਕਹਿੰਦਾ ਯਾਰ ਲੈ ਲਓ ਆਪਣੀ ਸੂਈ, ਤੇ ਅੱਗੇ ਤਾਂ ਜਾਣੀ ਨਹੀਂ ਹੈ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਜਿਹੜਾ ਐਡਾ ਬੜਾ ਅਡੰਬਰ ਖਾਣਾ ਦਾਣਾ ਉੱਪਰ ਭੇਜਣ ਲੱਗਿਆ, ਇਹ ਚਲਾ ਜਾਊਗਾ ਉੱਪਰ ਫਿਰ? ਬਿਲਕੁਲ ਜੀ। ਤੇ ਸੂਈ ਤਾਂ ਜਾਂਦੀ ਨਹੀਂ ਹੈ। ਕਹਿੰਦੇ ਫਿਰ ਉਹਦੇ ਕਪਾੜ ਖੁੱਲ ਗਏ, ਉਹਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ, ਫਿਰ ਬਹੁਤ ਸਾਰੀ ਜ਼ਮੀਨ ਕਹਿੰਦੇ ਉਹਨੇ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਲਵਾ ਦਿੱਤੀ। ਜਿਹੜਾ ਕਰਤਾਰਪੁਰ ਵਸਿਆ ਕਹਾਣੀ ਦੇ ਮੁਤਾਬਕ, ਕਹਿੰਦੇ ਉਹਦੀ ਪਹਿਲਾਂ ਇਹ ਜ਼ਮੀਨ ਸੀ, ਅਸਲ ਦੇ ਵਿੱਚ ਜ਼ਮੀਨਾਂ ਤਾਂ ਵਿਹਲੀਆਂ ਸੀ, ਕਬਜ਼ਾ ਜਿਹੜਾ ਕਰ ਲੇ। ਤੇ ਕਿਸੇ ਦੇ ਨਾਮ ਨੂੰ ਮਾਲਾ ਚੱਕਰ ਵੀ ਅੱਜ ਵਾਂਗੂ ਹੈ ਨਹੀਂ ਸੀ ਵੀ ਰਜਿਸਟਰੀ ਹੁੰਦੀ ਹੈ, ਇੰਤਕਾਲ ਹੁੰਦਾ ਹੈ। ਉਹ ਤਾਂ ਤਾਕਤਵਰ ਦੀ ਜ਼ਮੀਨ ਸੀ, ਤੇ ਜਿਹੜਾ ਮਰਜ਼ੀ ਉੱਤੇ ਕਬਜ਼ਾ ਕਰਕੇ ਬਹਿ ਗਿਆ, ਦੂਜੇ ਵਿਚਾਰੇ ਬਜਿਆਰੇ ਜਾਂ ਉਹਦੇ ਅੱਗੇ ਨੌਕਰ ਚਾਕਰ ਬਣ ਜਾਂਦੇ ਸੀ। ਸੋ ਇਹ ਜਿਹੜੀ ਕਹਾਣੀ ਹੈ, ਇਹ ਨਾਮ ਧਰੀਕ ਫਿਰ ਦੁਨੀ ਚੰਦ ਉੱਥੇ ਸਿੱਖ ਹੋਆ ਜੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੈਂ ਇੱਥੇ ਹੋਰ ਗੱਲ ਕਰਨੀ ਚਾਹੁੰਦਾ ਜੀ ਸਰੋਤਿਆਂ ਦੇ ਨਾਲ। ਕਈ ਵਾਰੀ ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚੋਂ, ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ, ਅੱਗੇ ਨੂੰ ਇਹ ਬਹੁਤ ਉਲਝਣ ਵਿੱਚ ਪਾ ਲੈਂਦੇ ਆ। ਜਿੰਨਾ ਕੁ ਜਿਵੇਂ ਆਪਾਂ ਕਹਿੰਦੇ ਆ ਨਾ, ਪੁੱਤ ਜਿੰਨਾ ਅੱਜ ਪੜ੍ਹੇਗਾ ਪੇਪਰਾਂ ਦੇ ਵਿੱਚ ਸੌਖਾ ਰਹੇਗਾ, ਹਨਾ, ਕਿਤੇ ਗਲੀਆਂ ਭੀੜੀਆਂ ਦਾ ਚਰਚਾ ਆਉਂਦਾ। ਜਿਹੜੇ ਬੰਦੇ ਕਿਸੇ ਕਰਤੂਤ ਚੰਗੀ ਨਹੀਂ ਕਰਨੀ, ਉਹਨੂੰ ਹਰ ਇੱਕ ਗਲੀ ਖਾਣ ਨੂੰ ਆਉਂਦੀ ਹੈ, ਭਾਵ ਉਹ ਹਰ ਥਾਂ ਤੋਂ ਡਰੇਗਾ। ਇਹ ਅੱਗੇ ਸੋ ਮਿਲੇ, ਕਿਤੇ ਕੋਈ ਵੀ ਭੁਲੇਖਾ ਨਾ ਰੱਖਿਆ ਜੇ ਜੀ। ਅੱਗੇ ਦਾ ਮਤਲਬ ਹੈਗਾ ਜਦੋਂ ਵੀ ਅਸੀਂ ਕੋਈ ਕੰਮ ਕਰਦੇ ਹਾਂ, ਉਹਦਾ ਸਾਰਾ ਜੋ ਰਿਜ਼ਲਟ ਹੈਗਾ, ਜਿਹੜਾ ਉਹਦਾ ਆਊਟਪੁੱਟ ਹੁੰਦੀ ਹੈ, ਉਹ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ, ਜਾਂ ਉਹਦਾ ਰਿਜ਼ਲਟ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਮਿਲਣਾ ਹੀ ਹੁੰਦਾ। ਇਹ ਸ਼ਿਓਰਿਟੀ ਹੈ। ਗੁਰੂ ਪਾਤਸ਼ਾਹ ਦਾ ਕਹਿਣ ਦਾ ਇਹ ਭਾਵ ਨਹੀਂ ਹੈ ਕਿ ਅੱਗੇ ਸੋ ਮਿਲਿਆ ਜੇ ਖੱਟੇ ਘਾਲੇ ਦੇ ਦਾ ਮਤਲਬ ਕਿ ਮਰਨ ਤੋਂ ਬਾਅਦ ਤੁਹਾਨੂੰ ਉਹ ਸਾਰਾ ਕੁਝ ਪ੍ਰਾਪਤ ਹੋਏਗਾ, ਮਾਫ ਕਰਿਓ। ਤੇ ਇੱਕ ਹੋਰ ਇੱਥੇ ਮੈਂ ਉਦਾਹਰਨ ਦੇ ਦੇਣੀ ਚਾਹੁੰਦਾ। ਕਹਿੰਦੇ ਜਦੋਂ ਵੀ ਇਹ ਸ਼ਬਦ ਪੜਿਆ ਜਾਂਦਾ ਨਾ, ਇਹਾਂ ਖਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ, ਇਹ ਇਹਾਂ ਨੂੰ ਵੀ ਜਿਹੜਾ ਹੈਗਾ ਉਹ ਕਿਹਾ ਜਾਂਦਾ ਐਸ ਜੱਗ ਦੇ ਵਿੱਚ ਜੇ ਤੁਸੀਂ ਸੌਖੇ ਰਹੋਗੇ ਤੇ ਅਗਲੇ ਜਨਮ ਦੇ ਵਿੱਚ ਸੁਹੇਲੇ ਰਹੋਗੇ। ਕਿਰਪਾ ਕਰਕੇ ਇਹਾਂ ਦਾ ਮਤਲਬ ਹੈ ਚੰਗੇ ਬੰਦਿਆਂ ਵਿੱਚ ਬੈਠ ਕੇ ਚੰਗੀ ਕਰਤੂਤ ਸਿੱਖ ਲਓ, ਚੰਗੇ ਕੰਮ ਕਰ ਲਓ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਚੰਗੇ ਰਹਿ ਜਾਓਗੇ। ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਜਿਹੜੀ ਹੈ ਉਹ ਕੋਈ ਵੀ
ਬੁਰਾਈ ਕੋਈ ਮਤਲਬ ਇਹੋ ਜਿਹਾ ਵੇਲਾ ਨਹੀਂ ਆਏਗਾ ਜਦੋਂ ਤੁਸੀਂ ਚੰਗੇ ਕੰਮ ਕੀਤੇ ਹੋਣਗੇ, ਚੰਗੀਆਂ ਘਟਨਾਵਾਂ, ਕਿਉਂਕਿ ਦੁੱਖ ਸੁੱਖ ਔਖਾ ਸੌਖਾ ਵੇਲਾ ਤਾਂ ਆਉਂਦਾ ਰਹਿੰਦਾ, ਤੁਸੀਂ ਉਹਨੂੰ ਚੰਗੇ ਤਰੀਕੇ ਨਾਲ ਹੈਂਡਲ ਕਰ ਸਕੋਗੇ। ਇੱਥੇ ਥੋੜੀ ਜਿਹੀ ਇੱਕ ਹੋਰ ਗੱਲ ਵਿੱਚ ਐਡ ਕਰ ਲਓ ਜੀ। ਉਹ ਹੈ ਅਗਲਾ ਜਨਮ ਹੁੰਦਾ ਹੈ। ਕਈ ਬੰਦੇ ਮੇਰੇ ਨਾਲ ਬੜੀ ਜਿੱਦ ਕਰਦੇ ਨੇ, ਤੁਸੀਂ ਤਾਂ ਮੰਨਦੇ ਨਹੀਂ ਜੀ ਅਗਲੇ ਜਨਮ ਨੂੰ, ਤੁਸੀਂ ਤਾਂ ਬਹੁਤ ਗਲਤ ਚੱਲ ਰਹੇ ਹੋ, ਗੁਰਬਾਣੀ ਤਾਂ ਮੰਨਦੀ ਹੈ। ਮੈਂ ਕਿਹਾ ਚੱਲ ਮੈਂ ਵੀ ਮੰਨਦਾ ਵੀ ਅਗਲਾ ਜਨਮ ਹੁੰਦਾ ਹੈ। ਕਹਿੰਦੇ ਹਾਂ ਹੁਣ ਬਣੀ ਨਾ ਗੱਲ, ਮੰਨ ਗਏ ਨਾ ਅਗਲੇ ਜਨਮ ਨੂੰ। ਮੈਂ ਪਰ ਪਤਾ ਕਿਵੇਂ ਹੁੰਦਾ, ਮੇਰੀ ਔਲਾਦ ਹੀ ਮੇਰਾ ਅਗਲਾ ਜਨਮ ਹੈ। ਮੈਂ ਆਪਣੇ ਮਾਤਾ ਪਿਤਾ ਦਾ ਅਗਲਾ ਜਨਮ ਆ। ਮੈਂ ਉਹਨਾਂ ਦਾ ਰੰਗ ਰੂਪ ਨੈਣ ਨਕਸ਼ ਵਰਤੋਂ ਵਿਹਾਰ ਬੇਅੰਤ ਉਹਨਾਂ ਦਾ ਲੈ ਕੇ ਆਇਆ ਤੇ ਬਾਕੀ ਸਮਾਜ ਕੋਲੋਂ ਹੋਰ ਮੈਂ ਕਈ ਕੁਝ ਸਿੱਖ ਲਿਆ। ਇਸੇ ਤਰ੍ਹਾਂ ਮੇਰੀ ਔਲਾਦ, ਮੇਰੇ ਬੱਚਿਆਂ ਨੂੰ ਬੜੇ ਲੋਕ ਕਹਿੰਦੇ ਨੇ ਕਿ ਤੂੰ ਤਾਂ ਆਪਣੇ ਫਾਦਰ ਵਾਂਗੂ ਬਿਲਕੁਲ ਉਸੇ ਤਰ੍ਹਾਂ ਹੀ ਬੋਲ ਰਹੇ ਹੋ, ਕਿਉਂਕਿ ਮੇਰਾ ਸੁਭਾਅ ਉਹਨਾਂ ਦੇ ਵੀ ਚਲਾ ਗਿਆ। ਅਗਲਾ ਜਨਮ ਮੇਰਾ ਉਹਨਾਂ ਦੇ ਵਿੱਚੋਂ ਦੀ ਪ੍ਰਗਟ ਹੋ ਰਿਹਾ। ਇਸੇ ਤਰ੍ਹਾਂ ਹਰੇਕ ਦਾ ਅਗਲਾ ਜਨਮ, ਉਹਦੀ ਸ਼ਕਲੋ ਸੂਰਤ, ਉਹਦਾ ਜਿਹੜਾ ਵਿਹਾਰ ਹੈ, ਉਹ ਸਾਰਾ ਚਿਹਰੇ ਮੋਹਰੇ ਦੇ ਰੰਗ ਢੰਗ ਦਾ ਸਾਰਾ ਆਪਣੇ ਅਗਲੀ ਪੀੜ੍ਹੀ ਦੇ ਵਿੱਚ ਪ੍ਰਗਟ ਹੋ ਰਿਹਾ ਹੁੰਦਾ। ਇਹ ਅਗਲਾ ਜਨਮ ਹੈ, ਉੱਪਰ ਜਾ ਕੇ ਕਿਤੇ ਅਗਲਾ ਜਨਮ ਨਹੀਂ ਹੈ। ਬਹੁਤ ਵਧੀਆ ਗੱਲ ਹੈ ਜੀ। ਨਾਲੇ ਇੱਥੇ ਇੱਕ ਹੋਰ ਚੀਜ਼ ਹੋਰ ਮੈਂ ਐਡ ਕਰ ਦਿੰਨਾ, ਜੇ ਜਨਮ ਅਗਲਾ ਤੇ ਗੱਲਾਂ ਕੱਲੀਆਂ ਜਾਂ ਇਹੋ ਜਿਹਾ ਹੀ ਪਿਛੋਕੜ ਕਿਉਂ ਜਿਹੜਾ ਸਾਡੇ ਸਿਰ ਮੜਿਆ ਜਾਵੇ। ਬੇਵਜ੍ਹਾ ਦੀਆਂ ਉਲਝਣਾਂ, ਬੇਤੁਕੀਆਂ ਗੱਲਾਂ ਜਿਹੜੀਆਂ ਸਾਨੂੰ ਉਲਝਾ ਕੇ ਰੱਖਦੇ ਨੇ ਕਿ ਅਸੀਂ ਤਰੱਕੀ ਦੀਆਂ ਰਾਹਾਂ ਨੂੰ ਛੂੰਹਦੇ ਛੂੰਹਦੇ ਅਸੀਂ ਕੱਖ ਹੋਏ ਰਹੀਏ, ਐਵੇਂ ਚਿੱਕੜ ਦੇ ਵਿੱਚ ਆਪਣੇ ਹੱਥ ਰੱਖਣ ਵਾਲੀ ਗੱਲ ਕਰੀਏ। ਜੇ ਅਗਲੇ ਜਨਮ ਦੀ ਗੱਲ ਕਰਨੀ ਆ, ਅਗਲੇ ਦਾ ਮਤਲਬ ਹੀ ਸਿਆਣਪ ਦਾ ਰਾਹ ਹੈਗਾ, ਚੰਗਾ ਰਾਹ ਹੈਗਾ, ਤੇ ਅਗਲੇ ਸੰਸਕਾਰਾਂ ਨੂੰ ਅੱਗੇ ਚੰਗੇ ਪਾਸੇ ਨੂੰ ਚੱਲਣ ਦੀ ਗੱਲ ਕਰੀਏ, ਪਿੱਛੇ ਵੱਲ ਨੂੰ ਨਾ ਮੁੜੀਏ। ਇਹ ਜਿੱਥੇ ਆਪਾਂ ਇਹਦੀ ਗੱਲ ਕਰ ਰਹੇ ਹਾਂ ਜੀ, ਕਿਉਂਕਿ ਦੇਖੋ ਅਸੀਂ ਪਹਿਲੀ ਗੱਲ ਇਹਦੀ ਸ਼ਰਾਧ ਦੀ ਕੀਤੀ ਹੈ, ਤੇ ਗੁਰਦੁਆਰਿਆਂ ਦੇ ਵਿੱਚ ਮੈਂ ਵੀ 10 ਕੁ ਸਾਲ ਲਗਭਗ ਪਿੱਛੇ ਸੇਵਾ ਕਰਦਾ, ਡਿਊਟੀ ਕਰਦਾ ਆਇਆ ਆਪਣੇ ਤਰੀਕੇ ਨਾਲ, ਜਿੱਦਾਂ ਆਪਾਂ ਸਾਰੇ ਹੀ ਕਰਦੇ ਹਾਂ। ਮੈਂ ਵੀ ਉੱਥੇ ਦੇਖਿਆ ਕਿ ਵਾਰ-ਵਾਰ ਕਿਤੇ ਕਿਸੇ ਦੇ ਮਰਨ ਦੀ ਅਰਦਾਸ, ਕਿਤੇ ਕਿਸੇ ਦਾ ਵਰੀਨਾ, ਕਦੇ ਕਿਸੇ ਦਾ ਕੁਛ, ਇਹ ਸਲਾਨੇ ਮਨਾ ਕੇ ਨਾ, ਮੈਨੂੰ ਲੱਗਦਾ ਉਹਨੇ ਗੁਰੂ ਪਾਤਸ਼ਾਹਾਂ ਦੇ ਜੀਵਨ ਦਾ ਤਾਂ ਕੋਈ ਚਰਚਾ ਨਹੀਂ ਹੁੰਦਾ ਹੋਣਾ, ਜਾਂ ਹਿਸਟੋਰੀਕਲੀ ਅਸੀਂ ਉਹਨਾਂ ਨੂੰ ਤਾਂ ਕੋਈ ਮਾਪਦੰਡ ਨਹੀਂ ਦੇ ਪਾਏ ਆ, ਜਿੰਨਾ ਅਸੀਂ ਆਪਣੇ ਬਾਪੂਆਂ ਦਾ ਹੀ ਵਰੀਣੇ ਕਰ ਕਰਕੇ, ਬਜ਼ੁਰਗਾਂ ਦੇ ਵਰੀਣੇ ਕਰ ਕਰਕੇ ਉੱਥੇ ਸਮਾਂ ਗੁਜ਼ਾਰਦੇ ਆ, ਤੇ ਉੱਥੇ ਆਲੂ ਪੂੜੀਆਂ ਬਣਾ ਕੇ ਸਾਬਿਤ ਕਰਦੇ ਆ। ਮੈਂ ਸਰੋਤਿਆਂ ਦੀ ਜਾਣਕਾਰੀ ਦੇ ਵਿੱਚ ਇੱਕ ਚੀਜ਼ ਰੱਖ ਦੇਣੀ ਚਾਹੁੰਦਾ ਕਿ ਮੈਂ ਇੱਕ ਦਿਨ ਗੂਗਲ ਤੋਂ ਹੀ ਪੜ੍ਹ ਰਿਹਾ ਸਾਂ ਸ਼ਾਸਤਰਾਂ ਦੇ ਬਾਰੇ ਵੀ ਛੋਲੇ ਪੂੜੀਆਂ ਹੀ ਕਿਉਂ, ਤਾਂ ਉਹਦੇ ਵਿੱਚ ਲਿਖਿਆ ਗਿਆ ਕਿ ਸ਼ਾਸਤਰਾਂ ਵਿੱਚ ਲਿਖਿਆ ਇਹ ਮਿਲਦੀ ਹੈ ਗੱਲ, ਗੂਗਲ ਨੇ ਦੱਸਿਆ ਕਿ ਜਿਹੜਾ ਇਹ ਪੂੜੀਆਂ ਤੇ ਛੋਲੇ ਹੈ, ਇਹ ਲੰਗਰ ਜਿਹੜਾ ਬਣਾਇਆ ਜਾਂਦਾ ਹੈ, ਇਹ ਪਿੱਤਰਾਂ ਦਾ ਭੋਜਨ ਖਵਾਉਂਦਾ, ਉਹਨਾਂ ਨੂੰ ਬਾਹਲਾ ਪਸੰਦ ਹੈ। ਇਸ ਕਰਕੇ ਕਿਰਪਾ ਕਰਕੇ ਇਹਨਾਂ ਚੀਜ਼ਾਂ ਚੋਂ ਬਾਹਰ ਆ ਜਾਓ। ਜਿਹੜੇ ਖੀਰ ਤੇ ਪੂੜੀਆਂ ਤੇ ਛੋਲੇ ਬਣਾ ਕੇ ਤੁਸੀਂ ਬੈਠ ਜਾਂਦੇ ਹੋ, ਅਕਸਰ ਸ਼ਹਿਰਾਂ ਦੇ ਵਿੱਚ ਇਸ ਚੀਜ਼ ਨੂੰ ਜ਼ਰੂਰ ਵਿਚਾਰੋ, ਕਿਉਂਕਿ ਸਾਡਾ ਕੰਮ ਨਹੀਂ ਹੈਗਾ ਕਿ ਬਾਪੂ ਨੂੰ ਆਹ ਪਸੰਦ ਸੀ ਤੇ ਬੇਬੇ ਨੂੰ ਉਹ ਪਸੰਦ ਸੀ, ਇਹੋ ਜਿਹੀਆਂ ਚੀਜ਼ਾਂ ਵਿੱਚ ਅਸੀਂ ਉਲਝੇ ਰਹਿੰਦੇ ਹਾਂ। ਇਹਨਾਂ ਗੱਲਾਂ ਚੋਂ ਬਾਹਰ ਆ ਜਾਈਏ। ਜਿੱਥੇ ਅਸੀਂ ਅਗਲੇ ਜਨਮ ਦੀ ਗੱਲ ਕਰ ਰਹੇ ਹਾਂ, ਅਗਾਂਹ ਵਧੂ ਸੋਚ ਦੀ ਗੱਲ ਕਰ ਰਹੇ ਹਾਂ, ਕਿਰਪਾ ਕਰਕੇ ਉਹਨੂੰ ਆਪਣੇ ਜੀਵਨ ਵਿੱਚ ਬਿਠਾਈਏ। ਬਿਲਕੁਲ। ਨਾਲ ਇੱਥੇ ਇੱਕ ਗੱਲ ਹੋਰ ਆਪਾਂ ਕਰੀਏ, ਸ਼ਰਾਧਾਂ ਤੋਂ, ਜਿੱਥੇ ਸ਼ਰਧਾ ਵਸ ਕੀਤੇ ਗਏ ਕੰਮਾਂ ਨੂੰ ਸ਼ਰਾਧ ਆਖਿਆ ਜਾਂਦਾ ਹੈ, ਇਹਨਾਂ ਤੋਂ ਭਾਵੇਂ ਉਹ ਆਦਿ ਹੋਣ, ਮਤਲਬ ਕਿਸੇ ਵੀ ਤਰੀਕੇ ਦੇ ਉਹ ਸਾਲਾਨਾ ਕਰਮ ਹੋਣ, ਪਾਉਣ ਹੋਵੇ, ਇਹ ਹੋਣ ਉਹ ਹੋਣ, ਉਹਨਾਂ ਤੋਂ ਬਾਹਰ ਆਉਣ ਦੀ ਜ਼ਰੂਰਤ ਹੈ। ਔਰ ਅਗਲਾ ਜਨਮ ਮਤਲਬ ਹੀ ਨਹੀਂ ਹੁੰਦਾ ਕਿ ਏਦਾਂ ਦਾ ਕੋਈ ਮਰਨ ਤੋਂ ਬਾਅਦ ਦਾ ਸੰਸਕਾਰ। ਜਨਮ ਤੋਂ ਬਾਅਦ ਤੇ ਮੌਤ ਤੋਂ ਪਹਿਲਾਂ ਹੀ ਜਿਹੜਾ ਹੈ ਉਹ ਸਾਡਾ ਇੱਥੇ ਜੀਵਨ ਜਾਚ ਹੈਗੀ, ਜਿਹੜੀ ਸਾਨੂੰ ਸਿੱਖ ਲੈਣੀ ਚਾਹੀਦੀ ਹੈ ਤੇ ਜਿਹੜੀ ਸਾਡੇ ਕੰਮ ਆਉਂਦੀ ਹੈ। ਅਗਲੇ ਸ਼ਬਦ ਵੱਲੀ ਆਪਾਂ ਵਧਦੇ ਹਾਂ ਜੀ, ਜਿਹੜੇ ਕਿ ਜਿਹਦੇ ਵਿੱਚ ਚਰਚਾ ਕੀਤਾ ਜਾਂਦਾ ਕਿ ਜਦੋਂ ਇੱਕ ਬ੍ਰਾਹਮਣ ਗੁਰੂ ਪਾਤਸ਼ਾਹ ਦੇ ਕੋਲੇ ਆਉਂਦਾ ਤੇ ਉਹ ਸੱਚੀ ਰਸੋਈ ਤੇ ਕੋਈ ਚਰਚਾ ਕਰਦਾ ਕਿ ਗੁਰੂ ਪਾਤਸ਼ਾਹ ਜੀ ਨੂੰ ਕਹਿਣ ਲੱਗਦਾ ਕਿ ਮੈਂ ਰੋਟੀ ਖਾਵਾਂਗਾ, ਜੇਕਰ ਰਸੋਈ ਸੁੱਚੀ ਹੋਵੇ, ਸੋਨੇ ਦੀ ਹੋਵੇ, ਜਾਂ ਮੰਨ ਲਓ ਏਦਾਂ ਦਾ ਚਰਚਾ ਕੀਤਾ ਜਾਂਦਾ ਕਿ ਚੰਗਾ ਸਾਰਾ ਕੁਛ, ਜਿੱਥੇ ਬ੍ਰਾਹਮਣੀ ਕਰਮ ਜਿਹੜੇ ਨੇ ਉਹਨਾਂ ਨੂੰ ਪ੍ਰਮੁੱਖ ਰੱਖਿਆ ਹੋਵੇ, ਮੈਂ ਤਾਂ ਉੱਥੇ ਰੋਟੀ ਖਾਣਾ। ਤੇ ਕਹਿੰਦੇ ਉਹ ਗੁਰੂ ਪਾਤਸ਼ਾਹ ਦੇ ਕੋਲੋਂ ਜਿਹੜਾ ਹੈਗਾ ਸਮਾਨ ਤੇ ਲੈ ਲੈਂਦਾ, ਔਰ ਰਾਸ਼ਨ ਵਗੈਰਾ ਲੈ ਕੇ ਗੁਰੂ ਪਾਤਸ਼ਾਹ ਜੀ ਨੂੰ ਉਹਨੂੰ ਦੇ ਵੀ ਦਿੱਤਾ। ਪਹਿਲੀ ਗੱਲ ਤਾਂ ਸਾਰਾ ਕੁਛ ਉਹਨਾਂ ਨੂੰ ਦਿਵਾਇਆ ਵੀ ਜਾਂਦਾ ਬ੍ਰਾਹਮਣ ਨੂੰ, ਔਰ ਨਾਲੇ ਨਾਲ ਉਹ ਜ਼ਮੀਨ ਖੋਦਦਾ, ਉਹਦੇ ਵਿੱਚੋਂ ਹੱਡੀਆਂ ਨਿਕਲਦੀਆਂ, ਵਾਰ-ਵਾਰ ਸੁੱਟਦਾ ਰਹਿੰਦਾ, ਬਣਾਉਂਦਾ ਰਹਿੰਦਾ, ਫਿਰ ਗੁਰੂ ਪਾਤਸ਼ਾਹ ਦੇ ਕੋਲੇ ਵਾਪਸ ਆਉਂਦਾ। ਤੇ ਗੁਰੂ ਪਾਤਸ਼ਾਹ ਨੇ ਇੱਥੇ ਇੱਕ ਸ਼ਬਦ ਵੀ ਉਚਾਰਿਆ, ਉਹਦੇ ਬਾਰੇ ਸਤਿਕਾਰਯੋਗ ਬਾਪੂ ਜੀ ਆਪ ਜੀ ਕਿਰਪਾ ਕਰਕੇ ਚਰਨਾਂ ਪਾਓ ਜੀ।
ਹਾਂਜੀ, ਇਹ ਨਾ ਇੱਕ ਮੈਂ ਤੁਹਾਨੂੰ ਪਹਿਲਾਂ ਜਿਹੜੀ ਹੈ ਦਿਲਚਸਪ ਗੱਲ ਛੋਟੀ ਜਿਹੀ ਸੁਣਾਉਣ ਲੱਗਿਆ। ਮੈਂ ਸਾਡੇ ਮਾਮਾ ਜੀ ਨੇ ਅਖੰਡ ਪਾਠ ਕਰਾਇਆ, ਸ਼ਰਧਾ ਨੂੰ ਬੜੀ ਸੀ, ਜਿਵੇਂ ਕਿ ਆਪਾਂ ਕਹਿੰਦੇ ਸ਼ਰਧਾ ਦੇ ਤੌਰ ਤੇ। ਨਾਲ ਨਾਲ 5 ਪੰਡਤਾਂ ਨੂੰ ਵੀ ਪ੍ਰਸ਼ਾਦਾ ਛਕਾਉਣ ਵਾਸਤੇ ਉਹਨੇ ਬੁਲਾ ਲਿਆ ਤੇ ਪੰਡਤ ਹੋ ਗਿਆ ਜਿਹੜਾ ਮੁਖੀ ਸੀ ਉਹਨਾਂ ਦਾ ਉਹ ਲੇਟ, ਤੇ ਇਧਰੋਂ ਪ੍ਰਸ਼ਾਦਾ ਨਾ ਵਰਤਾਉਣ ਦੀ ਇਜਾਜ਼ਤ ਹੋਵੇ ਕਿਉਂਕਿ ਲੰਗਰ ਬਣਿਆ ਪਿਆ, ਬੱਚੇ ਭੁੱਖੇ ਨੇ, ਅਖੰਡ ਪਾਠ ਦਾ ਭੋਗ ਪੈ ਗਿਆ, ਬੀਬੀਆਂ ਰੌਲਾ ਪਾ ਰਹੀਆਂ ਨੇ, ਪਰ ਕਿਉਂਕਿ ਮੁਖੀ ਪੰਡਤ ਨਹੀਂ ਪਹੁੰਚਿਆ ਪਹਿਲਾਂ, ਉਹਨੇ ਪ੍ਰਸ਼ਾਦਾ ਨਹੀਂ ਛਕਿਆ, ਇਸ ਕਰਕੇ ਵਰਤਾਉਣ ਦੀ ਇਜਾਜ਼ਤ ਨਾ ਦਿੱਤੀ। ਬਿਲਕੁਲ। ਤੇ ਜਦੋਂ ਮੈਂ ਦੇਖਿਆ ਵੀ ਬਹੁਤ ਜ਼ਿਆਦਾ ਬੁਰਾ ਹਾਲ ਹੋ ਰਿਹਾ ਤੇ ਮੈਂ ਫਿਰ ਉੱਥੋਂ ਦੇ ਬਜ਼ੁਰਗ ਜਿਹੜੇ ਨਾਨੇ ਸੀ, ਮਾਮੇ ਸੀ, ਆਂਢ ਗੁਆਂਢ ਚ ਉਹਨਾਂ ਨੂੰ ਇਕੱਠੇ ਕਰਿਆ 5-7 ਨੂੰ। ਮੈਂ ਤੁਸੀਂ ਆਪ ਹੀ ਕਹਿੰਦੇ ਹੁੰਦੇ ਹੋ ਧੀ ਨੂੰ ਦੋਹਤੇ ਨੂੰ ਦਿੱਤਾ ਹੋਇਆ ਦਾਨ ਇਹ ਬਹੁਤ ਜ਼ਿਆਦਾ ਫਲਦਾ ਹੈ। ਕਹਿੰਦੇ ਹਾਂ ਮੰਨਦੇ ਆ। ਮੈਂ ਕਿਹਾ ਫਿਰ ਉਸ ਬਾਹਮਣ ਦੀ ਥਾਂ ਤੇ ਮੈਨੂੰ ਖਵਾ ਦਿਓ ਰੋਟੀ, ਮੈਂ ਤੁਹਾਡਾ ਦੋਹਤਾ ਹੀ ਆ, ਮੈਨੂੰ ਬਿਠਾ ਦਿਓ ਉੱਥੇ ਬਾਹਮਣ ਦੀ ਥਾਂ ਤੇ। ਠੀਕ ਹੈ ਜੀ। ਉਹਨਾਂ ਨੇ ਜੀ ਮੰਨ ਲਈ ਗੱਲ ਤੇ ਮੇਰੇ ਮਾਮੇ ਨੂੰ ਵੀ ਉਹਨਾਂ ਨੇ ਧੱਕੇ ਨਾਲ ਮਨਾ ਲਿਆ। 2-4 ਬੁਰਕੀਆਂ ਮੈਂ ਖਾ ਕੇ ਬਾਹਰ ਜਾ ਕੇ ਭੈਣਾਂ ਨੂੰ, ਬੀਬੀਆਂ ਨੂੰ, ਮਾਮੀਆਂ, ਨਾਨੀਆਂ ਨੂੰ ਮੈਂ ਕਹਿ ਦਿੱਤਾ ਮਾਤਾ ਜੀ, ਨਾਨੀ ਜੀ ਫਟਾਫਟ ਰੋਟੀ ਵਰਤਾ ਦਿਓ, ਤੇ ਪੰਡਤ ਨੇ ਰੋਟੀ ਛਕਣੀ ਸ਼ੁਰੂ ਕਰ ਲਈ ਹੈ। ਉਹਨਾਂ ਨੇ ਵਰਤਾ ਦਿੱਤੀ। ਹੁਣ ਉਹਨਾਂ ਦੀ ਬਾਹਮਣਾਂ ਦੀ ਹੋਰ ਤਾਂ ਕੋਈ ਪੇਸ਼ ਨਾ ਗਈ। ਉਹ ਮੈਨੂੰ ਕਹਿਣ ਲੱਗੇ ਗਿਆਨੀ ਜੀ ਤੁਸੀਂ ਜਿਹੜੀ ਰੋਟੀ ਖਾਂਦੇ ਹੋ ਇੱਕ ਹੱਥ ਨਾਲ ਖਾਈਦੀ ਹੈ ਤੇ ਖੱਬਾ ਹੱਥ ਪਾਸੇ ਰੱਖੀਦਾ, ਸੱਜਾ ਹੱਥ ਕੱਲਾ ਵਰਤੀਦਾ। ਮੈਂ ਕਿਹਾ ਇਹਦੇ ਨਾਲ ਕੀ ਹੋ ਜਾਂਦਾ, ਮੈਂ ਤਾਂ ਦੋਵਾਂ ਨਾਲੇ ਖਾਣਾ ਹੁੰਦਾ। ਕਹਿੰਦੇ ਨਹੀਂ, ਖੱਬੇ ਹੱਥ ਨਾਲ ਨਾ ਮਲ ਮੂਤਰ ਸਾਫ਼ ਕਰੀਦਾ। ਅੱਗੇ ਟੂਟੀਆਂ ਤਾਂ ਹੁੰਦੀਆਂ ਨਹੀਂ ਸੀ, ਖੇਤਾਂ 'ਚ ਹੀ ਜਾਂਦੇ ਸੀ ਆਪਾਂ ਪਾਣੀ ਦਾ ਲੋਟਾ ਲੈ ਕੇ। ਬਿਲਕੁਲ ਜੀ, ਬਿਲਕੁਲ। ਉਹ ਖੱਬੇ ਹੱਥ ਨਾਲ ਕਹਿੰਦੇ ਪਿੱਠ ਤੇ ਹੱਥ ਫਿਰਦਾ, ਉਹ ਗੰਦਾ ਹੋ ਜਾਂਦਾ, ਇਸ ਕਰਕੇ ਰੋਟੀ ਨਹੀਂ ਉਹਦੇ ਨਾਲ ਖਾਈਦੀ। ਮੇਰੇ ਤੋਂ ਰਹਿ ਨਾ ਹੋਇਆ। ਮੈਂ ਕਿਹਾ ਤੁਹਾਡੇ ਘਰੇ ਜਨਾਨੀਆਂ ਹੈਗੀਆਂ ਨੇ? ਕਹਿੰਦੇ ਹੈਗੀਆਂ ਨੇ। ਮੈਂ ਕਿਹਾ ਰੋਟੀ ਪਕਾਉਂਦੀਆਂ ਹੁੰਦੀਆਂ ਨੇ? ਕਹਿੰਦੇ ਹਾਂ। ਮੈਂ ਕਿਹਾ ਇੱਕ ਹੱਥ ਨਾਲ ਪਕਾਉਂਦੀਆਂ ਨੇ ਕਿ ਦੋਵਾਂ ਨਾਲ ਪਕਾਉਂਦੀਆਂ ਨੇ? ਕਹਿੰਦਾ ਦੋਵਾਂ ਨਾਲ ਪਕਾਉਂਦੀਆਂ ਨੇ। ਮੈਂ ਫਿਰ ਚਿੱਤੜ ਧੋਂਦੀਆਂ ਨੇ ਕਿ ਨਹੀਂ ਧੋਂਦੀਆਂ ਨੇ? ਕਹਿੰਦਾ ਆਓ ਧੋਂਦੀਆਂ। ਫਿਰ ਤੁਹਾਨੂੰ ਸ਼ਰਮ ਨਹੀਂ ਆਉਂਦੀ ਜਦੋਂ ਉਹਨਾਂ ਦੀ ਪਕਾਈ ਰੋਟੀ ਤੁਸੀਂ ਉੱਥੋਂ ਖਾ ਲੈਂਦੇ ਹੋ ਤੇ ਮੇਰੀ ਰੋਟੀ ਜਿਹੜੀ ਖਾਧੀ ਹੋਈ ਆ ਦੋਵਾਂ ਹੱਥਾਂ ਨਾਲ ਤੁਹਾਨੂੰ ਬੁਰੀ ਲੱਗਦੀ ਆ? ਤੁਹਾਡੇ ਘਰਾਂ 'ਚ ਇਹੀ ਕੁਛ ਤਾਂ ਹੋ ਰਿਹਾ ਰੋਜ਼। ਬਿਲਕੁਲ ਜੀ। ਤੇ ਇਹ ਜਿਹੜਾ ਸਾਰਾ ਕੁਛ ਨਾ ਇੰਨੀ ਝੂਠ ਸੋਚਦਾ ਅੱਜ ਸਾਡੇ ਸਿੱਖਾਂ ਦੇ ਵਿੱਚ ਚੱਕਰ ਪੈ ਗਿਆ। ਕਈ ਸਾਰੇ ਜਥੇਬੰਦੀਆਂ ਵਾਲੇ ਤਾਂ ਲੋਹੇ ਦੇ ਭਾਂਡੇ ਅੱਜ ਤੱਕ ਰੱਖ ਰਹੇ ਨੇ, ਉਹਨਾਂ ਨੂੰ ਰੇਤੇ ਨਾਲੇ ਮਾਂਜਦੇ ਨੇ। ਚੰਡੀਗੜ੍ਹ ਤੋਂ ਮੈਨੂੰ ਇੱਕ ਫੋਨ ਬੜੇ ਅਮੀਰ ਭਰਾ ਸਿੱਖ ਦਾ ਆਇਆ, ਉਹਨੇ ਕਿਤੇ ਮੇਰੀ ਕਿਤਾਬ ਪੜ੍ਹ ਲਈ, ਪੜ੍ਹ ਕੇ ਮੈਨੂੰ ਕਹਿਣ ਲੱਗਿਆ ਗਿਆਨੀ ਜੀ ਇਹ ਕਿਤਾਬ ਤੁਸੀਂ ਇੰਨੀ ਲੇਟ ਕਿਉਂ ਲਿਖੀ, ਮੈਂ ਤੁਹਾਨੂੰ ਹੁਣ ਕੀ ਜੁਰਮਾਨਾ ਲਾਵਾਂ? ਮੈਂ ਕਿਹਾ ਕੀ ਗੱਲ ਹੋ ਗਈ? ਕਹਿਣ ਲੱਗਿਆ ਮੈਂ ਬਹੁਤ ਪਹਿਲਾਂ ਸਾਰਾ ਇੱਕ ਅਖੰਡ ਪਾਠ ਘਰੇ ਕਰਵਾਇਆ ਤੇ ਮੈਂ ਕਿਸੇ ਬਹੁਤ ਪੱਕੇ ਸਿੱਖਾਂ ਨੂੰ ਜਿਹੜੇ ਸੁੱਚਮ ਰੱਖਣ ਵਾਲੇ ਸੀ ਉਹਨਾਂ ਨੂੰ ਆਪਣੇ ਘਰੇ ਅਖੰਡ ਪਾਠ ਉਹਨਾਂ ਤੋਂ ਕਰਵਾਇਆ, ਉਹਨਾਂ ਨੂੰ ਖਾਣਾ ਖਵਾਇਆ। ਕਹਿੰਦਾ ਉਹਨਾਂ ਨੇ ਮੇਰਾ ਸਾਬਣ ਤੇਲ ਸਾਰਾ ਪਾਸੇ ਕਰ ਦਿੱਤਾ, ਟੂਟੀਆਂ 'ਚ ਵਾਸ਼ ਬੇਸਣਾਂ 'ਚ ਮਿੱਟੀ ਤੇ ਸੁਆਹ ਲਿਆ ਕੇ ਹੱਥ ਧੋਣੇ ਸ਼ੁਰੂ ਕਰਤੇ। ਮੈਂ ਉਹਨਾਂ ਨੂੰ ਪੈਸੇ ਨਗਦ ਵੀ ਦਿੱਤੇ, ਅਖੰਡ ਪਾਠ ਤੇ ਹੋਰ ਜਿਹੜੇ ਖਰਚੇ ਨੇ ਉਹ ਵੀ ਕੀਤੇ, ਕੱਪੜੇ ਲੀੜੇ ਦਿੱਤੇ, ਲੰਗਰ ਚਲਾਇਆ। ਖਰਚਾ ਮੇਰਾ ਕਹਿੰਦਾ ਲੱਖ ਰੁਪਈਆ ਲੱਗ ਗਿਆ। ਤੇ ਉਸ ਤੋਂ ਬਾਅਦ ਜਦੋਂ ਟੂਟੀਆਂ ਚਲਾਈਆਂ ਸਾਰੀਆਂ ਟੂਟੀਆਂ ਬੰਦ ਹੋ ਗਈਆਂ ਕਿਉਂਕਿ ਮਿੱਟੀ ਤੇ ਸੁਆਹ ਟੂਟੀਆਂ ਦੇ ਸਾਰੇ ਕਿਤੇ ਵਿੱਚ ਫਸ ਗਈ ਤੇ ਰੁਪਈਆ 50,000 ਮੇਰਾ ਟੂਟੀਆਂ ਸਮਰਾਉਣ ਤੇ ਲੱਗ ਗਿਆ ਦੁਬਾਰਾ। ਅੱਛਾ। ਤੇ ਕਹਿੰਦਾ ਜੇ ਤੁਸੀਂ ਪਹਿਲਾਂ ਇਹ ਕਿਤਾਬ ਲਿਖ ਦਿੰਦੇ ਮੇਰਾ ਅਖੰਡ ਪਾਠ ਵੀ ਬਚ ਜਾਂਦਾ ਤੇ ਮੇਰੇ 50,000 ਟੂਟੀਆਂ ਠੀਕ ਕਰਾਉਣ ਦੇ ਬਚ ਜਾਂਦੇ। ਇਹ ਹਾਲ ਸਾਡੇ ਅੱਜ ਤੱਕ ਇਹਨਾਂ ਅਖੌਤੀ ਸੁੱਚਮ ਵਾਲੇ ਸਿੱਖਾਂ ਦਾ ਹੋ ਰਿਹਾ, ਜਿਹੜੇ ਸੁਆਹ ਨਾਲ ਤੇ ਮਿੱਟੀ ਨਾਲੇ ਹੱਥ ਰਗੜੀ ਜਾਂਦੇ ਨੇ। ਬਿਲਕੁਲ ਜੀ। ਖੈਰ ਗੁਰੂ ਨਾਨਕ ਸਾਹਿਬ ਕੋਲੇ ਬ੍ਰਾਹਮਣ ਆ ਗਿਆ, ਇਹਨਾਂ ਤੇ ਲੱਗ ਪਿਆ ਇਲਜ਼ਾਮ ਲਾਉਣ ਕਿ ਤੁਸੀਂ ਤਾਂ ਜੀ ਲੰਗਰ ਸਾਂਝਾ ਕਰੀ ਜਾਂਦੇ ਹੋ ਤੇ ਤੁਸੀਂ ਇਹ ਵੀ ਨਹੀਂ ਪੁੱਛਦੇ ਕਿ ਰੋਟੀ ਬਣਾ ਕੌਣ ਰਿਹਾ ਹੈ ਤੇ ਕਿਹੜਾ ਤੁਹਾਡੀ ਲਾਈਨ ਦੇ ਵਿੱਚ ਕਤਾਰ ਦੇ ਵਿੱਚ ਬੈਠਾ ਹੈ, ਉੱਚਾ ਹੈ ਕਿ ਨੀਵਾਂ ਹੈ, ਕਿਸੇ ਨੂੰ ਪੁੱਛਦੇ ਨਹੀਂ। ਇਹ ਤਾਂ ਬਹੁਤ ਗਲਤ ਹੈ। ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਤੂੰ ਰੋਟੀ ਖਾਣੀ ਹੈ ਭਾਈ ਕਿ ਨਹੀਂ ਖਾਣੀ? ਕਹਿੰਦਾ ਜੀ ਖਾਣੀ ਤਾਂ ਹੈ ਪਰ ਮੈਂ ਆਪ ਬਣਾਉਂਗਾ ਸੁੱਚਮ ਦੇ ਢੰਗ ਨਾਲ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਦੇ ਦਿਓ ਭਾਈ ਨੂੰ ਰਾਸ਼ਨ। ਤੇ ਨਾਲੇ ਕਹਿ ਦਿੱਤਾ ਗੁਰੂ ਨਾਨਕ ਸਾਹਿਬ ਨੇ ਕਿ ਤੈਨੂੰ ਪਤਾ ਹੁਣ ਇਹ ਤਾਂ ਪਤਾ ਨਹੀਂ ਆਪਾਂ ਨੂੰ ਕਿ ਰਾਸ਼ਨ ਆਇਆ ਕਿਹਦੇ ਕੋਲ ਹੈ, ਜੇ ਢਿੱਡ ਤੇਰਾ ਬਹੁਤਾ ਲੋੜਵੰਦ ਹੈ ਇਸ ਵਕਤ ਤਾਂ ਰਾਸ਼ਨ ਦਾ ਤੈਨੂੰ ਇੱਥੋਂ ਹੀ ਲੈਣਾ ਪਊਗਾ। ਕਿਸੇ ਉੱਤਮ ਜਾਤ ਵਾਲੇ ਦੇ ਘਰੋਂ ਰਾਸ਼ਨ ਦਾ ਮੈਨੂੰ ਨਹੀਂ ਪਤਾ ਆਇਆ ਕਿ ਨਹੀਂ ਆਇਆ ਇਹ। ਜੀ ਜੀ। ਖੈਰ ਉਹਨੇ ਭੁੱਖੇ ਮਰਦੇ ਨੇ ਰਾਸ਼ਨ ਲੈ ਲਿਆ ਤੇ ਚੁੱਲ੍ਹਾ ਪੱਟਣ ਲੱਪਿਆ, ਜ਼ਮੀਨ ਚ ਟੋਆ, ਕਹਿੰਦੇ ਉੱਥੋਂ ਹੱਡੀਆਂ ਨਿਕਲ ਆਈਆਂ, ਹੋਰ ਥਾਂ ਤੇ ਪੱਟਿਆ ਉੱਥੋਂ ਕੁਝ ਹੋਰ ਮਾੜੀਆਂ ਚੀਜ਼ਾਂ ਨਿਕਲ ਆਈਆਂ। ਉਹਦਾ ਅੱਧਾ ਦਿਨ ਟੋਏ ਪੱਟਦੇ, ਹੱਡੀਆਂ ਵਗੈਰਾ ਧਰਤੀ ਚੋਂ ਨਿਕਲਦੀਆਂ, ਉਹ ਬੀਤ ਗਿਆ। ਅਖੀਰ ਨੂੰ ਹਾਰ ਮੰਨ ਲਈ, ਕਹਿਣ ਲੱਗੇ ਬਾਬਾ ਨਾਨਕ ਜੀ ਮੈਨੂੰ ਇਹੋ ਜਿਹਾ ਪ੍ਰਸ਼ਾਦਾ ਹੈਗਾ ਤੁਸੀਂ ਛਕਾ ਦਿਓ। ਸਾਖੀ ਦੇ ਮੁਤਾਬਕ 1169 ਪੰਨੇ ਤੇ ਗੁਰੂ ਨਾਨਕ ਸਾਹਿਬ ਨੇ ਫਿਰ ਉੱਤੇ ਸ਼ਬਦ ਉਚਾਰਨ ਕੀਤਾ ਕਿਉਂਕਿ ਜਿਹੜਾ ਸਾਖੀਕਾਰ ਹੈ ਉਹਨੇ ਸ਼ਬਦਾਂ ਦਾ ਆਸਰਾ ਤਾਂ ਲਿਆ ਪਰ ਸਾਖੀ ਉਹਨੂੰ ਵਧੀਆ ਬਣਾਉਣੀ ਨਹੀਂ ਆਈ ਵਿਚਾਰੇ ਨੂੰ। ਆਪਾਂ ਹੁਣ ਵਧੀਆ ਅੱਗੇ ਤੋਂ ਘੜ ਲਿਆ ਕਰੀਏ ਤਾਂ ਕਿ ਸੰਗਤਾਂ ਨੂੰ ਸਹੀ ਜਾਣਕਾਰੀ ਮਿਲੇ। ਬਿਲਕੁਲ। ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਤੂੰ ਭਾਵੇਂ ਬ੍ਰਾਹਮਣ ਜੀ, ਪੰਡਿਤ ਜੀ, ਸੋਨੇ ਦਾ ਚੌਂਕਾ ਵੀ ਬਣਾ ਲੈ, ਭਾਵੇਂ ਇੱਕ ਕੁਮਾਰੀ ਲੜਕੀ ਜਿਹਨੇ ਅਜੇ ਤੱਕ ਵਿਆਹ ਤੱਕ ਨਹੀਂ ਕਰਾਇਆ, ਭਾਵੇਂ ਉਹ ਕੁਮਾਰੀ ਲੜਕੀ ਇਹਨੂੰ ਬਣਾਵੇ ਤੇਰੇ ਖਾਣੇ ਦਾਣੇ ਨੂੰ, ਸੋਨੇ ਕਾ ਚੌਂਕਾ, ਕੰਚਨ ਕੁਆਰ,
ਰੁਪਏ ਕੀਆਂ ਕਾਰਾਂ ਬਹੁ ਵਿਸਤਾਰ, ਤੂੰ ਚਾਂਦੀ ਦੀਆਂ ਦੁਆਲੇ ਇਹਦੇ ਲਕੀਰਾਂ ਕੱਢ ਲੈ, ਕਿਉਂਕਿ ਇਹਨਾਂ ਦੇ ਲਕੀਰਾਂ ਕੱਢਣ ਦਾ ਰਿਵਾਜ ਹੈ ਜੀ। ਗੰਗਾ ਕਾ ਉਦਕ, ਭਾਵੇਂ ਤੂੰ ਗੰਗਾ ਦਾ ਪਾਣੀ ਲਿਆ। ਕਰੰਤੇ ਕੀ ਆਗ, ਕਰੰਤੇ ਮਹਿਲਾ ਦੋ ਪੱਥਰਾਂ ਨੂੰ ਟਕਰਾ ਕੇ ਜਿਹੜੀ ਅੱਗ ਦੀ ਚਿੰਗਾੜੀ ਪੈਦਾ ਹੁੰਦੀ ਹੈ, ਹੁਣੇ ਹੁਣੇ ਤਾਜੀ ਅੱਗ ਭਾਵੇਂ ਤੂੰ ਲਿਆਵੇਂ, ਝੂਠੀ ਅੱਗ ਭਾਵੇਂ ਤੂੰ ਨਾ ਵੀ ਲਿਆਵੇਂ ਜੀ। ਗਰੜਾ ਖਾਣਾ ਦੁੱਧ ਸਿਉ ਗਾੜ, ਸੁੱਚਾ ਖਾਣਾ ਤੂੰ ਦਹੀਂ ਨਾਲ ਦੁੱਧ ਨਾਲ ਭਾਵੇਂ ਖਾ ਲਵੇਂ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਰੇ ਮਨ ਲੀਖੇ ਕਬਹੁ ਨਾ ਪਾਏ, ਜਾਮ ਨਾ ਭੀਜੈ ਸਾਚ ਨਾਏ। ਇਹ ਤੇਰਾ ਖਾਣਾ ਕਿਸੇ ਲੇਖੇ 'ਚ ਨਹੀਂ ਹੈ ਜੇ ਤੂੰ ਸੱਚ ਦੇ ਮਾਰਗ ਤੇ ਨਹੀਂ ਚੱਲਦਾ, ਜੇ ਪਰਉਪਕਾਰ ਨਹੀਂ ਕਰਦਾ, ਜੇ ਲੋਕਾਂ ਨੂੰ ਲੁੱਟ ਕੇ ਨਹੀਂ ਖਾਂਦਾ, ਆਪਣੇ ਸਮਾਜ ਦਾ ਜੇ ਤੂੰ ਭਲਾ ਨਹੀਂ ਕਰਦਾ, ਕੁਫਰ ਤੋਲਦਾ ਫਿਰਦਾ ਹੈ। ਤੇਰਾ ਇਹੋ ਜਿਹਾ ਖਾਣਾ ਦਾਣਾ ਜਿਹੜਾ ਤੂੰ ਦੱਸ ਰਿਹਾ ਇਹ ਕਿਸੇ ਧੇਲੇ ਦਾ ਵੀ ਨਹੀਂ ਹੈ। ਬਿਲਕੁਲ ਜੀ। ਅੱਜ ਸਾਡੇ ਆਲੇ ਦੁਆਲੇ ਵੀ ਇਹੋ ਕੁਝ ਵਾਪਰ ਰਿਹਾ। ਬਿਲਕੁਲ ਜੀ। ਜਿਸ ਤਰੀਕੇ ਨਾਲ ਬਘਿਆੜ ਬਣ ਕੇ ਦੁਨੀ ਚੰਦ ਨੇ ਸਾਰਾ ਕੁਝ ਇਕੱਠਾ ਕੀਤਾ ਤੇ ਫਿਰ ਕੁਝ ਵੀ ਕਰੀ ਜਾਵੇ, ਇੱਧਰ ਉਸੇ ਤਰੀਕੇ ਦੇ ਨਾਲ ਧੋਖਾਧੜੀ ਲੋਕਾਂ ਦੇ ਜਿਹੜਾ ਹੈਗਾ ਦਿਮਾਗ ਦਾ ਇੱਕ ਤਰੀਕੇ ਨਾਲ ਸ਼ੋਸ਼ਣ ਕਰਨ ਦਾ ਜਿਹੜਾ ਮੁੱਦਾ ਹੈਗਾ, ਜਿਹਦੇ ਕਰਕੇ ਇੱਕ ਬ੍ਰਾਹਮਣ ਚਲਾਕੀਆਂ ਦੇ ਨਾਲ ਸਾਰਾ ਧਾਨ ਇਕੱਠਾ ਕਰਦਾ ਹੈ। ਅੱਜ ਸਾਡੇ ਭਾਈ ਡਰਾ ਦਿੰਦੇ ਆ ਲੋਕਾਂ ਨੂੰ, ਅਰਦਾਸਾਂ ਦੇ ਨਾਮ ਤੇ ਉਲਝਾਇਆ ਜਾਂਦਾ ਹੈ। ਅੱਗੇ ਖਾਣਾ ਪਹੁੰਚਾਉਣ ਦਾ ਜਿਹੜਾ ਸਿਲਸਿਲਾ, ਈਵਨ ਕਿ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਨਹੀਂ ਬਖਸ਼ਿਆ, ਉਹਨਾਂ ਦੇ ਦੁਆਲੇ ਵੀ ਖੀਰਾਂ ਕੜਾਹ ਲੈ ਕੇ ਬੈਠੇ ਹੋ ਜਾਂਦੇ ਆ ਤੇ ਕਹਿ ਦਿੰਦੇ ਆ ਵੀ ਸ਼ਾਇਦ ਇਹ ਭੋਗ ਲਾਉਣਗੇ ਤੇ ਖਾਣਗੇ। ਇਹ ਸਾਨੂੰ ਜਿੰਨਾ ਚਿਰ ਸ਼ਬਦ ਗੁਰੂ ਵਾਲਾ ਕੰਸੈਪਟ ਕਿਤੇ ਕਲੀਅਰ ਨਹੀਂ ਹੁੰਦਾ, ਉਹਨਾਂ ਚਿਰ ਅਸੀਂ ਇਹਨਾਂ ਚੀਜ਼ਾਂ ਦੇ ਵਿੱਚੋਂ ਨਹੀਂ ਨਿਕਲ ਪਾਵਾਂਗੇ। ਅਸੀਂ ਤਾਂ ਆਪਣੀ ਦੇਹੀ ਨੂੰ ਸੋਹਣਾ ਬਣਾਉਣਾ ਸੀ, ਚੰਗਾ ਰੱਖਣਾ ਸੀ ਔਰ ਸਵਸਥ ਰਹਿਣਾ ਸੀ। ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਇਹਨਾਂ ਗੱਲਾਂ ਤੋਂ ਨਹੀਂ ਬਖਸ਼ ਸਕੇ ਕਿ ਉਹਨਾਂ ਦੇ ਦੁਆਲੇ ਵੀ ਅਸੀਂ ਖੁਦ ਉਹ ਭੋਜਨ ਲੈ ਕੇ, ਜਿਹੜਾ ਕਿ ਕਦੇ ਵੀ ਗ੍ਰੰਥ ਛਕਦਾ ਨਹੀਂ ਹੁੰਦਾ, ਸਭ ਨੂੰ ਪਤਾ ਹੈ, ਲੇਕਿਨ ਅਸੀਂ ਦੁਆਲੇ ਲੈ ਕੇ ਬੈਠ ਜਾਂਦੇ ਹਾਂ ਕਿ ਸ਼ਾਇਦ। ਔਰ ਮੈਂ ਵੀ ਇਦਾਂ ਦੇ ਲੋਕਾਂ ਨੂੰ ਜਾਣਦਾ ਜਿਹੜੇ ਮਾਂ ਦੇ ਹੱਥ ਦੀ ਰੋਟੀ ਨਹੀਂ ਖਾ ਸਕਦੇ, ਜਿਨ੍ਹਾਂ ਨੇ ਆਪਣੇ ਆਪ ਨੂੰ ਤਰ੍ਹਾਂ ਤਰ੍ਹਾਂ ਦੇ ਜਥਿਆਂ ਦੇ ਵਿੱਚ ਜਥੇ ਦੇ ਸਿੰਘ ਬਣਾ ਕੇ ਸਾਬਤ ਕੀਤਾ। ਉਹ ਆਪਣੀ ਬੇਬੇ ਦੀਆਂ ਹੱਥਾਂ ਦੀਆਂ ਰੋਟੀਆਂ ਨਹੀਂ ਖਾਂਦੇ, ਜਿਹਦਾ ਦੁੱਧ ਚੁੰਗਿਆ ਹੁੰਦਾ, ਜਿਹਦੇ ਕਰਕੇ ਵੱਡੇ ਹੋਏ ਹੁੰਦੇ ਆ। ਇੱਕ ਦਿਨ ਉਹ ਇਹੋ ਜਿਹਾ ਅੰਮ੍ਰਿਤ ਛਕਦੇ ਆ ਕਿ ਉਸ ਤੋਂ ਬਾਅਦ ਉਹ ਕਹਿੰਦੇ ਆ ਵੀ ਅਸੀਂ ਤਾਂ ਸੁੱਚ ਨੂੰ ਧਾਰਨ ਕਰ ਲਿਆ ਸੀ ਤੇ ਰਹਿਤ ਰੱਖਣੀ ਸ਼ੁਰੂ ਕਰ ਦਿੱਤੀ, ਤੇ ਆਪਦੀ ਮਾਂ ਨੂੰ ਛੱਡ ਦਿੰਦੇ, ਆਪਦੀ ਮਾਂ ਨੂੰ ਤਿਆਗ ਕੇ ਪਾਸੇ ਹੋ ਜਾਂਦੇ ਆ। ਦੂਸਰੀ ਗੱਲ, ਦਾਵਾ ਕਰਦੇ ਆ ਕਿ ਲੋਹਾ ਤੇ ਸਟੀਲ ਬੜਾ ਸੁੱਚਾ ਹੈ। ਲੋਹਾ ਸੁੱਚਾ ਹੈ, ਉਹਨੂੰ ਸਾਫ਼ ਕਰ ਕਰਕੇ ਹੋਰ ਉਹਦੇ ਵਿੱਚ ਹੀ ਰੋਟੀ ਖਾਣੀ ਪਸੰਦ ਕਰਦੇ ਆ। ਕੱਚ ਦਾ ਗਲਾਸ ਨੇੜੇ ਨਹੀਂ ਆਉਣ ਦਿੰਦੇ, ਹਾਲਾਂਕਿ ਸਭ ਨੂੰ ਪਤਾ ਹੈ ਵੀ ਕੱਚ ਜ਼ਿਆਦਾ ਸਾਫ਼ ਹੁੰਦਾ ਹੈ ਤੇ ਲੋਹਾ ਤੇ ਸਟੀਲ ਜਿਹੜਾ, ਕਿਉਂਕਿ ਬਰਤਨ ਦੀ ਸਫਾਈ ਰੱਖਣੀ ਚਲੋ ਸਾਡਾ ਪਹਿਲਾ ਮਕਸਦ ਹੁੰਦਾ ਹੈ, ਨਾ ਕਿ ਇਹਨਾਂ ਚੀਜ਼ਾਂ ਦੇ ਵਿੱਚ ਉਲਝਣਾ। ਔਰ ਜਿੱਥੇ ਇਹ ਬ੍ਰਾਹਮਣਤਾ ਇੱਕ ਮੰਨ ਲਓ ਘਟਨਾ ਜਿਸ ਤਰੀਕੇ ਦੇ ਨਾਲ ਝੂਠੀ ਸੱਚੀ ਸਾਡੇ ਸਾਹਮਣੇ ਰੱਖ ਦਿੱਤੀ ਜਾਂਦੀ ਹੈ, ਪਰ ਸਾਨੂੰ ਸੇਧ ਕੀ ਮਿਲਦੀ ਹੈ ਜਦੋਂ ਅਸੀਂ ਆਪ ਇਹਦੇ ਤਾਈਂ ਆਪਣੇ ਆਪ ਨੂੰ ਗੋਚਰੇ ਰੱਖਾਂਗੇ, ਦਿਮਾਗ ਵਿੱਚ ਕੋਈ ਗੱਲ ਲੈ ਕੇ ਆਵਾਂਗੇ ਕਿ ਰੇ ਮਨ ਲੇਖੈ ਕਬਹੁ ਨਾ ਪਾਏ, ਜਾਮ ਨਾ ਭੀਜੈ ਸਾਚ ਨਾਏ। ਜਿੰਨਾ ਚਿਰ ਸੱਚੇ ਗਿਆਨ ਦੀ ਗੱਲ, ਆ ਚੰਗੀ ਕਰਤੂਤ ਦਾ ਮਾਲਕ ਤੂੰ ਨਹੀਂ ਬਣ ਜਾਂਦਾ ਮਿੱਤਰਾ, ਉਹਨਾਂ ਚਿਰ ਜਿਹੜਾ ਕੁਛ ਮਰਜੀ ਸੋਨੇ ਕਾ ਚੌਂਕਾ, ਜਿੰਨਾ ਕੁਛ ਮਰਜੀ ਕਰਦਾ ਰਵੇਂ, ਉਹ ਕੁਝ ਨਹੀਂ ਜੇ ਬਣਨਾ। ਤੇ ਭਾਵੇਂ ਅਸੀਂ ਗੁਰਦੁਆਰਿਆਂ ਤੋਂ ਪਾਣੀ ਲਿਆਉਂਦੇ ਰਹੀਏ, ਭਾਵੇਂ ਬਾਬਿਆਂ ਤੋਂ ਧਾਗੇ ਕਰਾਉਂਦੇ ਰਹੀਏ, ਕੁਛ ਵੀ ਕਰਦੇ ਰਹੀਏ, ਸਾਨੂੰ ਆਪਣੇ ਦਿਮਾਗ ਨੂੰ ਚੰਗਾ ਬਣਾਉਣ ਦੀ ਜ਼ਰੂਰਤ ਹੈ। ਚੰਗਾ ਉਹ ਹੈਗਾ, ਉਹ ਤੋਂ ਕੰਮ ਲੈਣ ਦੀ ਜ਼ਰੂਰਤ ਹੈ। ਕਹਿਣ ਤੋਂ ਭਾਵ ਮੇਰੇ ਕੋਲੇ ਤੁਹਾਨੂੰ ਵਿਚਾਲੇ ਇੱਕ ਛੋਟੀ ਜਿਹੀ ਮੇਰੀ ਗੱਲ ਯਾਦ ਆ ਗਈ ਹੈ, ਜਿਹੜੀ ਕਿ ਸਰੋਤਿਆਂ ਦੇ ਕਾਫੀ ਦਿਲਚਸਪੀ ਪੈਦਾ ਕਰੇਗੀ। ਹਾਂਜੀ, ਉਹ ਇੱਕ ਜਿਹੜਾ ਪੱਕਾ ਅੰਮ੍ਰਿਤਧਾਰੀ ਜਿਹਨੂੰ ਆਪਾਂ ਕਹਿੰਦੇ ਆ ਵੀ ਉਹ ਜਿਹੜਾ ਲੋਹੇ ਦੇ ਬਰਤਨਾਂ ਵਾਲਾ, ਉਹ ਸਾਡੇ ਸਰਕਾਰੀ ਮਹਿਕਮੇ ਜਦੋਂ ਮੈਂ ਨੌਕਰੀ ਕਰਦਾ ਸੀ ਉੱਥੇ ਪੱਕਾ ਅੰਮ੍ਰਿਤਧਾਰੀ ਸਿੱਖ ਆ ਗਿਆ ਤੇ ਮੈਨੂੰ ਬੜਾ ਚਾਅ ਚੜਿਆ ਕਿ ਉਹਦੇ ਨਾਲ ਗੱਲਾਂ ਬਾਤਾਂ ਕਰੀਏ। ਤੇ ਮੈਂ ਉਹਨੂੰ ਚਾਹ ਪਾਣੀ ਪਿਆਉਣ ਵਾਸਤੇ ਆਪਣੇ ਘਰ ਲੈ ਗਿਆ, ਜਿਹੜਾ ਕਮਰਾ ਕਿਰਾਏ ਤੇ ਲਿਆ ਸੀ। ਜਦੋਂ ਮੈਂ ਚਾਹ ਬਣਾਉਣ ਲੱਗਿਆ, ਉਹ ਕਹਿਣ ਲੱਗਿਆ ਜੀ ਮੈਂ ਚਾਹ ਤਾਂ ਨਹੀਂ ਪੀਂਦਾ। ਮੈਂ ਚਲੋ ਦੁੱਧ ਦਾ ਪਾਈਆ ਉਹ ਪਿਆ ਮੇਰੇ ਕੋਲੇ, ਉਹ ਗਰਮ ਕਰ ਲੈਣੇ। ਕਹਿੰਦਾ ਜੀ ਮੈਂ ਦੁੱਧ ਵੀ ਨਹੀਂ ਪੀਂਦਾ। ਮੈਂ ਕਿਹਾ ਜੀ ਤੁਸੀਂ ਕੀ ਪੀਂਦੇ ਹੋ, ਦੁੱਧ ਕਿਉਂ ਨਹੀਂ ਪੀਂਦੇ? ਕਹਿੰਦਾ ਜੀ ਦਰਅਸਲ ਗੱਲ ਇਹ ਹੈ ਕਿ ਦੁੱਧ ਕਿਹੋ ਜਿਹੇ ਘਰ ਚੋਂ ਆਇਆ, ਅੰਮ੍ਰਿਤਧਾਰੀ ਬੀਬੀ ਨੇ ਚੋਇਆ ਹੋਵੇ ਜਾਂ ਅੰਮ੍ਰਿਤਧਾਰੀ ਸਿੰਘ ਨੇ ਚੋਇਆ ਹੋਵੇ, ਮੈਂ ਉਹੀ ਦੁੱਧ ਪੀਣਾ ਹੁੰਦਾ। ਮੈਂ ਕਿਹਾ ਵੀਰ ਜੀ ਮਾਫ ਕਰਨਾ, ਬੀਬੀ ਤੇ ਸਿੰਘ ਨੇ ਤਾਂ ਭਾਵੇਂ ਅੰਮ੍ਰਿਤ ਛਕਿਆ ਕਿ ਨਹੀਂ ਛਕਿਆ, ਪਰ ਮੱਝ ਨੇ ਬਿਲਕੁਲ ਨਹੀਂ ਛਕਿਆ, ਤਾਂ ਮੈਨੂੰ ਪੱਕਾ ਪਤਾ ਹੈ। ਬਿਲਕੁਲ ਸਹੀ ਹੈ ਜੀ। ਤੁਸੀਂ ਮੈਂ ਕਿਹਾ ਫਿਰ ਇੱਥੇ ਇਹ ਵੀ ਸੁਣ ਲੋਗੇ
ਕਿ ਇਸ ਹਵਾ 'ਚ ਜਿਹੜੀ ਜੇ ਸਾਹ ਲੈਂਦੇ ਹੋ ਇਹਨੇ ਵੀ ਅੰਮ੍ਰਿਤ ਨਹੀਂ ਛਕਿਆ। ਦੁਕਾਨਾਂ ਤੋਂ ਜਿਹੜਾ ਸਮਾਨ ਲੈ ਕੇ ਆਉਂਦੇ ਹੋ ਉਹਨਾਂ ਬਾਣੀਆਂ ਨੇ ਵੀ, ਉਹਨਾਂ ਚੀਜ਼ਾਂ ਨੇ ਵੀ ਅੰਮ੍ਰਿਤ ਨਹੀਂ ਛਕਿਆ। ਜਿਹੜੇ ਤੁਸੀਂ ਕੱਪੜੇ ਪਹਿਨਦੇ ਹੋ ਇਹਨਾਂ ਦੇ ਮਾਲਕਾਂ ਨੇ ਤੇ ਫੈਕਟਰੀਆਂ ਵਾਲਿਆਂ ਨੇ ਅੰਮ੍ਰਿਤ ਨਹੀਂ ਛਕਿਆ। ਜਿਹੜੇ ਅਫਸਰਾਂ ਦੇ ਅਧੀਨ ਤੁਸੀਂ ਨੌਕਰੀ ਕਰਦੇ ਹੋ ਇਹਨਾਂ ਨੇ ਅੰਮ੍ਰਿਤ ਨਹੀਂ ਛਕਿਆ। ਤੁਸੀਂ ਇਸ ਧਰਤੀ ਤੇ ਨਹੀਂ ਰਹਿ ਸਕੋਗੇ ਜੇ ਇਹੋ ਜਿਹੀਆਂ ਗੱਲਾਂ ਕਰੋਗੇ। ਉਹ ਦਿਨ ਜਾਵੇ ਸੋ ਜਾਵੇ, ਉਹ ਭਾਈ ਮੈਨੂੰ ਵੇਖਣ ਸਾਰੀ ਦੌੜ ਜਾ ਕਰੇ, ਮੇਰੇ ਨਾਲ ਗੱਲ ਹੀ ਨਾ ਮੁੜ ਕੇ ਕਰਿਆ ਕਰੇ। ਬਿਲਕੁਲ ਸਹੀ ਗੱਲ ਹੈ ਜੀ। ਇਹ ਮੈਂ ਤਾਂ ਇੱਕ ਵਾਰ ਕਿਤੇ ਸਮਾਗਮ ਤੇ ਕਿਸੇ ਦੇ ਨਾਲ ਚਲਿਆ ਗਿਆ। ਕਈ ਵਾਰੀ ਆਪਣੇ ਜਿਵੇਂ ਜਾਣਕਾਰ ਹੁੰਦੇ ਆ, ਜਿਵੇਂ ਮੈਂ ਤੁਹਾਡੇ ਨਾਲ ਚਲਾ ਜਾਵਾਂ ਤੇ ਮੈਂ ਉਸ ਬਚਪਨ 'ਚ ਉਹਨਾਂ ਤੋਂ ਕਿਤੇ, ਜਿਵੇਂ ਆਪਾਂ ਹੌਲੀ ਹੌਲੀ ਤਰੱਕੀ ਕਰਦੇ ਆ, ਆਪਣਾ ਵੀ ਦਿਮਾਗ ਖੁੱਲਦਾ। ਬਚਪਨ ਦੇ ਵਿੱਚ ਮੈਂ ਜਿਨ੍ਹਾਂ ਤੋਂ ਪਾਠ ਸਿੱਖਿਆ ਕਰਦਾ ਸੀ ਉਹਨਾਂ ਤੇ ਵੀ ਟਕਸਾਲ ਦਾ ਕਾਫੀ ਪ੍ਰਭਾਵ ਸੀ ਤੇ ਮੈਂ ਉਹਨਾਂ ਨਾਲ ਕਿਸੇ ਪ੍ਰੋਗਰਾਮ ਤੇ ਚਲਿਆ ਗਿਆ ਤੇ ਉਹਨਾਂ ਨੇ ਇੱਕ ਜਿਹੜਾ ਕੜਾਹ ਵੰਡ ਰਿਹਾ ਬੰਦਾ ਸੀ, ਕੜਾਹ ਪ੍ਰਸ਼ਾਦ, ਉਹ ਤੋਂ ਕੜਾਹ ਨਾ ਲਿਆ ਤੇ ਉਹਨੇ ਮੈਨੂੰ ਦੇ ਦਿੱਤਾ ਨਾਲ ਦੀ ਨਾਲ ਪਕੜ ਕੇ। ਮੇਰਾ ਸਵਾਲ ਸੀ ਵੀ ਮੈਨੂੰ ਕਿਉਂ ਦੇਤਾ, ਤੁਸੀਂ ਕਿਉਂ ਨਹੀਂ ਛਕਿਆ? ਹਾਂਜੀ। ਤੇ ਉਹਨਾਂ ਦਾ ਜਵਾਬ ਸੀ, ਕਹਿੰਦੇ ਉਹ ਜਿਹੜਾ ਕੜਾਹ ਵੰਡ ਰਿਹਾ ਸੀ ਉਹਦੇ ਘੜੀ ਬੰਨੀ ਸੀ। ਅੱਛਾ, ਮਤਲਬ ਤੁਸੀਂ ਦੁਰਫਿੱਟੇ ਲਾਹਨਤ ਹੈ ਸਾਡੇ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਅਸੀਂ ਸਿੱਖੀ ਕਹਿੰਦੇ ਆ, ਜੇ ਅਸੀਂ ਗੁਰੂ ਨਾਨਕ ਦੇ ਵਾਰਸ ਆਪਣੇ ਆਪ ਨੂੰ ਹੋਣ ਦਾ ਦਾਅਵਾ ਕਰਦੇ ਆ। ਔਰ ਮੈਂ ਨਹੀਂ ਸਮਝਦਾ ਕਿ ਅਸੀਂ ਕਦੇ ਵੀ ਤਰੱਕੀ ਦੇ ਰਾਹ ਤੇ ਆਪਣੇ ਆਪ ਨੂੰ ਇਹ ਕਹੀਏ ਵੀ ਆ ਜਿਹੜਾ ਨਿਆਰਾ ਖਾਲਸਾ, ਜਿਹੜੀ ਕਿ ਸਿੱਖੀ ਹੈ, ਇਹ ਬਹੁਤ ਉੱਚੀ ਤੇ ਸੁੱਚੀ ਹੈ। ਹਾਂਜੀ। ਜਿੰਨਾ ਚਿਰ ਇਹਦੇ ਵਿੱਚ ਇਹੋ ਜਿਹਾ ਕੂੜ ਕਬਾੜ ਰਹੇਗਾ, ਇਹ ਭਾਈ ਸਾਡੀ ਤਰੱਕੀ ਇਹੋ ਜਿਹੇ ਲੋਕਾਂ ਨੇ ਕਦੇ ਹੋਣ ਨਹੀਂ ਦੇਣੀ। ਔਰ ਅਸੀਂ ਕੋਝੇ ਤਾਂ ਹੋ ਸਕਦੇ ਹਾਂ, ਪਰ ਸੁਚੱਜੇ ਤੇ ਸਿਆਣੇ ਸਿੱਖ ਸਿੱਖੀ ਕਿਰਦਾਰ ਵਾਲੇ ਅਸੀਂ ਕਦੇ ਨਹੀਂ ਬਣ ਪਾਵਾਂਗੇ। ਇਸ ਕਰਕੇ ਅੱਗੇ ਜਿਹੜੀ ਗੱਲਬਾਤ ਆਪਾਂ ਕਰ ਰਹੇ ਹਾਂ ਉਹਦੇ ਵਿੱਚ ਇਹ ਜਿੱਥੇ ਮਾਂ ਦੇ ਹੱਥ ਦੀ ਨਾ ਰੋਟੀ ਖਾਣ ਵਾਲੇ, ਲੋਹੇ ਤੇ ਬਰਤਨਾਂ ਨੂੰ ਚੰਗਾ ਦੱਸਣ ਵਾਲੇ, ਇਹਨਾਂ ਲੋਕਾਂ ਤੋਂ ਸਾਨੂੰ ਬਚਣ ਦੀ ਜ਼ਰੂਰਤ ਹੈ। ਔਰ ਇਹ ਕਿਸੇ ਤਰ੍ਹਾਂ ਦੇ ਜਿਵੇਂ ਉਹ ਭਾਈ ਰਣਜੀਤ ਸਿੰਘ ਨੇ ਗੱਲ ਕੀਤੀ ਨਾ ਕਿ 10 ਕੁ ਤਰ੍ਹਾਂ ਦੇ ਅੰਮ੍ਰਿਤ ਤਾਂ ਸਾਡੇ ਆਪ ਦੇ ਲਾਣਾ ਹੀ ਤਿਆਰ ਕਰੀ ਜਾਂਦਾ, ਜਿਹੜਾ ਕਿ ਅੰਮ੍ਰਿਤ ਸਾਨੂੰ ਵੰਡ ਰਿਹਾ। ਅੰਮ੍ਰਿਤ ਦਾ ਨਾਮ, ਇਸ ਨਾਮ ਦੇ ਉੱਪਰ ਜਿੱਥੇ ਸਾਡਾ ਬਹੁਤ ਵੱਡਾ ਸ਼ੋਸ਼ਣ ਕੀਤਾ ਜਾ ਰਿਹਾ ਹੈ, ਕਿਤੇ ਅਸੀਂ ਉਸੇ ਦੇ ਕਰਕੇ ਹੀ ਇੱਕ ਦੂਜੇ ਦੇ ਪ੍ਰਤੀ ਇੰਨਾ ਕੁ ਜ਼ਹਿਰ ਆਪਣੇ ਆਪ ਦੇ ਵਿੱਚ ਭਰ ਚੁੱਕੇ ਹਾਂ ਕਿ ਅਸੀਂ ਕਿਸੇ ਦੇ ਨਾਲ ਹੱਥ ਮਿਲਾਉਣ ਤੋਂ, ਅਖੇ ਮੋਨੇ ਨੂੰ ਗੋਦੀ ਨਹੀਂ ਬਿਠਾਉਣਾ, ਬੜੇ ਸਾਰੇ ਲੋਕਾਂ ਦੇ ਬੜੇ ਬੜੇ ਨਜ਼ਰੀਏ ਹੋਏ ਪਏ ਆ। ਜੇ ਫਿਰ ਤਾਂ ਤੁਸੀਂ ਸਮਾਜ ਨੂੰ ਸਿਆਣਾ ਚੰਗੇ ਨਜ਼ਰੀਏ ਨਾਲ ਕਦੇ ਦੇਖ ਹੀ ਨਹੀਂ ਸਕੋਗੇ ਜੇ ਅੰਮ੍ਰਿਤ ਛਕਣ ਦੇ ਨਾਲ ਆਹ ਕੁਝ ਸਾਨੂੰ ਕਰਨਾ ਪੈਂਦਾ। ਇਸੇ ਕਰਕੇ ਨੌਜਵਾਨ ਤਬਕਾ ਇਸ ਪਾਸੇ ਨਹੀਂ ਆ ਰਿਹਾ। ਜਿਹੜੇ ਕੋਈ ਸਹਿਜਧਾਰੀ ਨੇ, ਨਾਨਕ ਪੰਥੀ ਨੇ, ਹੋਰ ਸਿਗਲੀਗਰ ਸਿੱਖ ਨੇ, ਉਹਨਾਂ ਸਾਰਿਆਂ ਨੂੰ ਨੇੜੇ ਲਿਆਉਣ ਦਾ ਉਪਰਾਲਾ ਹੀ ਕੋਈ ਨਹੀਂ ਕੀਤਾ ਜਾ ਰਿਹਾ। ਸਾਰਿਆਂ ਨੂੰ ਜਿਹੜੇ ਪਹਿਲਾਂ ਹੀ ਪੰਜਾਬ ਦੇ ਵਿੱਚ ਗੁਰੂ ਘਰ ਨੂੰ ਮੰਨਣ ਵਾਲੇ ਨੇ ਉਹਨਾਂ ਨੂੰ ਵੀ ਬਾਰ-ਬਾਰ ਅਪਮਾਨਿਤ ਕੀਤਾ ਜਾ ਰਿਹਾ, ਘਟੀਆ ਉਹਨਾਂ ਤੇ ਇਲਜ਼ਾਮ ਲਾਏ ਜਾ ਰਹੇ ਨੇ। ਬਿਲਕੁਲ ਜੀ, ਬਿਲਕੁਲ। ਮੈਂ ਇੱਕ ਵਾਰ ਖੁਦ ਇੱਕ ਨਿੱਕੀ ਜਿਹੀ ਗੱਲ ਦੇ ਵਿੱਚ ਇਨਕਲੂਡ ਕਰਦਾ। ਸਾਡੇ ਵਿੱਚ ਤਾਂ ਇੰਨਾ ਭਾਸ਼ਾ ਵਿਸਥਾਰ ਵੀ ਨਹੀਂ ਹੈਗਾ। ਮੈਂ ਖੁਦ ਕਰਨਾਟਕਾ ਦੇ ਵਿੱਚ ਬੇਲਗਾਮ ਦੇ ਵਿੱਚ ਸਾਂ, ਜਿੱਥੇ ਅਸੀਂ ਇੱਕ ਕੋਸ਼ਿਸ਼ ਕਰ ਰਹੇ ਸਾਂ ਉਸ ਦਿਨ ਕਿ ਲੋਕਾਂ ਨੂੰ ਸਵਾਲ ਤਾਂ ਐਟਲੀਸਟ ਪੁੱਛੇ ਜਾਣ। ਉੱਥੋਂ ਦੀ ਕਮੇਟੀ ਦੇ ਨਾਲ ਮਿਲ ਕੇ ਜਦੋਂ ਮੈਂ ਘਰ ਘਰ ਪਹੁੰਚਿਆ ਤੇ ਉਹਨਾਂ ਨੂੰ ਪੁੱਛਿਆ, ਸਵਾਲ ਕੀਤੇ ਵੀ ਕਿਉਂ ਨਹੀਂ ਤੁਸੀਂ ਇੱਧਰ ਆਉਣਾ ਚਾਹੁੰਦੇ, ਤਾਂ ਉਹਨਾਂ ਦਾ ਜਵਾਬ ਅਲੱਗ-ਅਲੱਗ ਸਨ ਕਿ ਸਾਨੂੰ ਮਾਸ ਨਹੀਂ ਖਾਣ ਦਿੱਤਾ ਜਾਂਦਾ। ਅਸੀਂ ਮਤਲਬ ਏਦਾਂ ਦੀਆਂ ਗੱਲਾਂ, ਨਿੱਕੀਆਂ-ਨਿੱਕੀਆਂ ਗੱਲਾਂ ਦੇ ਵਿੱਚ ਉਲਝਾਇਆ ਹੋਇਆ ਸਮਾਜ ਨੂੰ ਅਸੀਂ। ਦੂਸਰੀ ਗੱਲ ਉੱਤੇ ਵਿੱਚ ਚਰਚਾ ਕੀਤਾ ਜਾਂਦਾ ਕਿ ਜਦੋਂ ਸਾਰਿਆਂ ਦਾ ਪਤਾ ਲੱਗਾ ਤੇ ਭਾਸ਼ਾ ਦਾ ਵਿਸਥਾਰ ਸਾਡੇ ਵਿੱਚ ਨਹੀਂ ਹੈ। ਜਿਸ ਦਿਨ ਉਹ ਸਾਰਾ ਕੁਝ ਅਸੀਂ ਕਰ ਚੁੱਕੇ ਸਾਂ, ਮੰਨ ਲਓ 51-50 ਜਾਣੇ ਰੈਡੀ ਵੀ ਹੋ ਗਏ ਵੀ ਅਸੀਂ ਚਲੋ ਜੀ, ਜੇ ਤੁਸੀਂ ਕਹਿੰਦੇ ਹੋ ਇਹਦੇ ਵਿੱਚ ਕੋਈ ਹੈ ਹੀ ਨਹੀਂ, ਇਦਾਂ ਦੀਆਂ ਵੀ ਔਖਾ ਕੰਮ ਹੈ ਹੀ ਨਹੀਂ ਹੈ, ਜੇਕਰ ਸਿੱਖੀ ਦੇ ਸੰਸਕਾਰ ਇੰਨੇ ਸੌਖੇ ਆ, ਇੰਨਾ ਨਿਰਾਲਾ ਕਰਦੇ, ਸਾਨੂੰ ਹਰਜ ਕੀ ਹੈ? ਬੰਦੇ ਤਿਆਰ ਬੈਠੇ ਨੇ। ਪਰ ਜਦੋਂ ਸਾਰਾ ਅਸੀਂ ਰੈਡੀ ਕੀਤਾ ਤੇ ਉਹਦੇ ਵਿੱਚੋਂ ਸਿਕਲੀਗਰ, ਜਿਵੇਂ ਆਪ ਜੀ ਨੇ ਚਰਚਾ ਕੀਤਾ, ਬਹੁਤ ਸਾਰੇ ਸਿਕਲੀਗਰ ਵੀਰ ਵੀ ਸਨ ਜਿਹੜੇ ਖੰਡੇ ਬਾਟੇ ਦੀ ਪਹੁਲ ਲੈਣ ਦੇ ਲਈ ਉੱਥੇ ਪਹੁੰਚੇ। ਪਰ ਜਿਸ ਵੇਲੇ ਜਦੋਂ ਇਹ ਜਥਾ ਇੱਥੋਂ ਗਿਆ ਆਨੰਦਪੁਰ ਸਾਹਿਬ ਤੋਂ, ਉਹਨਾਂ ਨੇ ਅੰਮ੍ਰਿਤ ਛਕਾਉਣ ਦੇ ਲਈ ਉੱਥੇ ਤਿਆਰੀ ਕੀਤੀ ਤੇ ਉਹਨਾਂ ਨੂੰ ਮੈਂ ਆਖਿਆ ਵੀ ਇਹਨਾਂ ਨੂੰ ਪੰਜਾਬੀ ਕਾਹਤੇ ਬੋਲੀ ਜਾਂਦੇ, ਇਹਨਾਂ ਨੂੰ ਕੁਝ ਸਮਝ ਹੀ ਨਹੀਂ ਆਉਣਾ। ਉਹਨਾਂ ਬੰਦਿਆਂ ਨੇ ਪੰਜਾਬੀ ਕੀ ਹਿੰਦੀ ਦੀ ਇਹੋ ਜਿਹੀ ਟੁੱਟ ਭੱਜ ਕੀਤੀ। ਪਹਿਲੀ ਗੱਲ ਤਾਂ ਕਹਿੰਦੇ ਸਾਡਾ ਜਿਹੜਾ ਸਾਰਾ ਹੈਗਾ ਉਹ ਅਸੀਂ ਗੁਰਮੁਖੀ ਨਹੀਂ ਛੱਡ ਸਕਦੇ। ਪਹਿਲਾ ਉਹਨਾਂ ਦਾ ਕਿੱਸਾ, ਉਹਨਾਂ ਨੇ ਛੱਡੀ ਵੀ ਤਾਂ ਇਹੋ ਜਿਹੀ ਹਿੰਦੀ ਬੋਲੀ ਕਿ ਮੈਨੂੰ ਲੱਗਦਾ ਸੀ ਕਿ ਜੇ ਸਾਡੇ ਆਗੂ ਜਿਹੜੇ ਕਿ ਸਮਾਜ ਨੂੰ ਕੁਝ ਦੇਣਾ ਚਾਹੁੰਦੇ ਆ ਤੇ ਆਪਣੇ ਵਿੱਚ ਸਮਾਉਣਾ, ਦੇਖੋ ਏਦਾਂ ਦੀਆਂ ਗੱਲਾਂ ਏਦਾਂ ਦੀਆਂ ਨੇ, ਐਵੇਂ ਪ੍ਰਤੀਤ ਹੁੰਦਾ ਜਿਵੇਂ ਅਸੀਂ ਕਹੀਏ ਕਿ ਲੋਕਾਂ ਨੂੰ ਅਸੀਂ ਆਪਦੇ ਵਰਗੇ ਬਣਾਉਣਾ ਬਸ। ਇੱਕ ਧੱਕਾ, ਸ਼ਰੇਆਮ ਧੱਕਾ, ਜਿਹਦੇ ਵਿੱਚ ਕਹਿੰਦੇ ਆ ਤੁਸੀਂ ਸਾਡੇ ਰਾਹੀਂ ਚੱਲੋ ਤਾਂ ਤੁਹਾਡਾ ਭਲਾ ਹੋ ਜਾਏਗਾ ਬਸ। ਇੱਕ ਦਾਵਾ
ਹਾਲਾਂਕਿ ਆਪਾਂ ਪਿਛਲੇ ਦਿਨ ਹੀ ਗੱਲ ਕੀਤੀ ਹੈ, ਜਿਹੜਾ ਕਲਿੱਪ ਸੰਗਤਾਂ ਨੇ ਬਹੁਤ ਸੁਣਿਆ ਕਿ ਜਿਨ੍ਹਾਂ ਦੇ ਗਿੱਲੇ ਕਛਹਿਰੇ ਥੱਲੋਂ ਅੱਧਾ ਕਿਲੋ ਫੀਮ ਨਿਕਲਦੀ ਹੋਵੇ, ਉਹ ਲੋਕ ਨੀਲੇ ਚੋਲੇ ਪਾਈ ਫਿਰਦੇ ਹੋਣ ਔਰ ਥਾਂ ਥਾਂ ਤੇ ਬਹੁਤ ਸਾਰੇ, ਉਹ ਜਿਵੇਂ ਇੱਕ ਪੁਲਸੀਆ ਵੀਰ ਕਹਿਣ ਲੱਗਾ, ਕਹਿੰਦਾ ਜਿੰਨੇ ਨਹੀਂ ਫੜੇ ਗਏ ਨਾ, ਕਹਿੰਦਾ ਉਹੀ ਬਸ ਬਾਬੇ ਆ। ਬਿਲਕੁਲ ਜਿਹੜੇ ਫੜੇ ਗਏ ਉਹ ਤਾਂ ਬਾਬੇ ਨਹੀਂ ਰਹੇ, ਕਿਉਂਕਿ ਉਹਨਾਂ ਦਾ ਤਾਂ ਜਲੂਸ ਨਿਕਲ ਗਿਆ, ਉਹਨਾਂ ਦਾ ਤਾਂ ਪਤਾ ਲੱਗ ਗਿਆ ਸਾਨੂੰ ਕਿੰਨੇ ਕੁ ਬਾਬੇ ਆ। ਪਰ ਕਹਿੰਦਾ ਜਿਹੜੇ ਨਹੀਂ ਫੜੇ ਗਏ ਉਹੀ ਬਾਬੇ ਆ। ਇਹ ਸਹੀ ਸਨ ਸ਼ਬਦ ਉਹਨਾਂ ਦੇ, ਨਸ਼ੇੜੀ ਇੱਕ ਨੰਬਰ ਦੇ, ਤੇ ਇਹ ਇੱਕ ਥਾਂ ਤੇ ਤਸਕਰੀਆਂ ਕਰਨ ਵਾਲੇ ਲੋਕ ਅਜਿਹੇ ਰੂਪ ਧਾਰਨ ਕਰ ਲੈਣਗੇ ਤਾਂ ਸਾਡਾ ਭਾਈ ਇਹ ਨਿਆਰਾਪਣ ਕਿੱਥੇ ਜਾਏਗਾ। ਇਹਨਾਂ ਗੱਲਾਂ ਨੂੰ ਜ਼ਰੂਰ ਯਾਦ ਰੱਖੀਏ। ਕੱਲ ਆਪਾਂ ਸੁਚਮਦੀ ਕਰ ਰਹੇ ਸੀ ਤੇ ਬਾਬਾ ਜੀ ਨੇ ਸਾਨੂੰ ਸਿੱਧੀ ਇਹ ਸੱਟ ਮਾਰੀ ਵੀ ਜਾਮ ਨਾ ਭੀਜੈ ਸਾਚ ਨਾਏ, ਜਿੰਨਾ ਟਾਈਮ ਸੱਚ ਦੀ ਗੱਲ ਨੂੰ ਪੱਲੇ ਨਹੀਂ ਬੰਨਦੇ ਉਹਨਾਂ ਟਾਈਮ ਕੁਝ ਵੀ ਨਹੀਂ ਹੋ ਸਕਦਾ। ਹਾਂਜੀ, ਅਗਲੀ ਗੱਲ, ਇੱਕ ਜਿਹੜਾ ਬੈਰਾਗੀ ਬਾਲਕ ਜੀ, ਜਿਹਦੇ ਬਾਰੇ ਬਹੁਤ ਜ਼ਿਆਦਾ ਚਰਚਾ ਕੀਤਾ ਜਾਂਦਾ ਹੈ, ਵਾਰ-ਵਾਰ ਸ਼ਬਦ ਉਹਦੇ ਵਿੱਚ ਬੈਰਾਗੀ ਬਾਲਕ ਹੀ ਆਇਆ ਤੇ ਜਿਨ੍ਹਾਂ ਦੇ ਬਾਰੇ ਕਾਫੀ ਸਾਰੀਆਂ ਸਾਖੀਆਂ 6ਵੇਂ ਪਾਤਸ਼ਾਹ ਤੱਕ ਜੋੜ ਕੇ ਵੀ ਦੱਸੀਆਂ ਜਾਂਦੀਆਂ। ਉਹਨਾਂ ਨੂੰ ਕਿਤੇ ਗ੍ਰੰਥੀ ਵੀ ਬਣਾਇਆ ਗਿਆ, ਪੁੱਤਰਾਂ ਦੇ ਵਰਦਾਨ ਦੇਣ ਵਾਲਾ ਵੀ ਦੱਸਿਆ ਗਿਆ, ਕਿਤੇ ਉਹਨਾਂ ਤੋਂ ਅੱਜ ਤੱਕ ਗੰਢੇ ਤੇ ਮਿਸੀਆਂ ਰੋਟੀਆਂ ਖਵਾ ਕੇ ਗੁਰਦੁਆਰਿਆਂ ਦੇ ਵਿੱਚ ਸਵਾਦ ਆਪ ਲੈਣੇ ਲੋਕਾਂ ਨੇ, ਔਰ ਉਹਨਾਂ ਨੂੰ ਇਤਿਹਾਸਿਕ ਦਿਹਾੜੇ ਬਣਾ ਕੇ ਅਸੀਂ ਏਦਾਂ ਦੀ ਸਾਰੀ ਪੂਜਾ ਦਾ ਇੱਕ ਅਡੰਬਰ ਰਚਿਆ ਹੋਇਆ। ਕਿਰਪਾ ਕਰਕੇ ਬਾਪੂ ਜੀ ਅਜਿਹਾ ਬਾਲਕ ਕਿਹੜਾ ਸੀ ਤੇ ਉਹਦਾ ਕੀ ਚਰਚਾ ਹੈ, ਇਸ ਸਾਖੀ ਦੇ ਵਿੱਚ ਸਰੋਤਿਆਂ ਦੇ ਨਾਲ ਸਾਂਝਾ ਕਰਿਓ ਜੀ। ਇੱਥੇ ਜਦੋਂ ਗੁਰੂ ਨਾਨਕ ਸਾਹਿਬ ਕੋਲੇ ਇੱਕ ਛੋਟੀ ਉਮਰ ਦਾ ਬੱਚਾ ਆਇਆ, ਕਿਹਾ ਇਹ ਗਿਆ ਕਿ ਉਹ ਬੈਰਾਗ ਦੇ ਵਿੱਚ ਰਹਿੰਦਾ ਸੀ। ਉਹਨੇ ਕਹਾਣੀ ਦੱਸੀ ਸਾਖੀ ਦੇ ਮੁਤਾਬਕ। ਜਦੋਂ ਗੁਰੂ ਨਾਨਕ ਨੇ ਪੁੱਛਿਆ ਕਿ ਤੂੰ ਤਾਂ ਛੋਟਾ ਬੱਚਾ ਹੈ, ਉਦਾਸ ਕਿਉਂ ਹੈ ਤੇ ਤੇਰਾ ਇੱਥੇ ਧਰਮ ਦੇ ਮਾਮਲੇ 'ਚ ਇੰਨੀ ਦਿਲਚਸਪੀ ਕਿਉਂ ਹੈ? ਉਹ ਕਹਿਣ ਲੱਗਿਆ ਜੀ ਇੱਕ ਦਿਨ ਮੇਰੀ ਮਾਂ ਨੇ ਮੈਨੂੰ ਅੱਗ ਬਾਲਣ ਵਾਸਤੇ ਕਿਹਾ ਸੀ, ਮੈਂ ਮੋਟੀਆਂ ਲੱਕੜੀਆਂ ਚੁੱਲ੍ਹੇ 'ਚ ਲਾ ਦਿੱਤੀਆਂ, ਉਹ ਨਾ ਬਲੀਆਂ, ਫਿਰ ਮੈਂ ਛੋਟੀਆਂ ਲੱਕੜੀਆਂ ਲਾਈਆਂ, ਉਹਨਾਂ ਨੂੰ ਝਟਪਟ ਅੱਗ ਲੱਗ ਗਈ ਤੇ ਮੇਰੇ ਅੰਦਰ ਬਰਾਗ ਜਾਗ ਪਿਆ ਵੀ ਉਹ ਜਿਵੇਂ ਵੱਡੀਆਂ ਲੱਕੜਾਂ ਤਾਂ ਬਚ ਗਈਆਂ, ਛੇਤੀ ਅੱਗ ਨਹੀਂ ਲੱਗੀ, ਪਰ ਛੋਟੀਆਂ ਲੱਕੜੀਆਂ ਨੂੰ ਲੱਗ ਗਈ। ਮੈਨੂੰ ਇਉਂ ਡਰ ਲੱਗਣ ਲੱਗ ਪਿਆ ਕਿ ਮੈਂ ਬੱਚਾ ਹਾਂ ਜਾਂ ਹੋਰ ਛੋਟੀ ਉਮਰ ਦੇ ਬੱਚੇ ਨੇ, ਉਹਨਾਂ ਨੂੰ ਮੌਤ ਛੇਤੀ ਆ ਸਕਦੀ ਹੈ, ਮੈਨੂੰ ਇਸ ਕਰਕੇ ਡਰ ਲੱਗਦਾ ਹੈ। ਕਹਿੰਦੇ ਗੁਰੂ ਨਾਨਕ ਸਾਹਿਬ ਨੇ ਉਹਨੂੰ ਕਿਹਾ ਵੀ ਇਹ ਤਾਂ ਬੜਾ ਬੈਰਾਗ ਦੇ ਵਿੱਚ ਆਇਆ ਹੋਇਆ ਬੈਰਾਗੀ ਬੱਚਾ ਹੈ। ਹੁਣ ਇਹ ਤਾਂ ਗੱਲ ਸੀ ਬੈਰਾਗ ਵਾਲੀ, ਪਰ ਇਹਨੂੰ ਬੈਰਾਗੀ ਨੂੰ ਬੁੱਢਾ ਬਣਾ ਦਿੱਤਾ ਬਾਅਦ ਦੇ ਵਿੱਚ ਸਾਖੀਕਾਰਾਂ ਨੇ ਕਿ ਉਹ ਤਾਂ ਬਾਬਾ ਬੁੱਢਾ ਜੀ ਸੀ। ਇਸ ਤਰ੍ਹਾਂ ਇੱਕ ਪਾਤਰ ਘੜ ਲਿਆ ਗਿਆ ਜੀ, ਤੇ ਉਹ ਫਿਰ ਪਾਤਰ ਪਹਿਲੇ ਪਾਤਸ਼ਾਹ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਉਹਦੀ ਖੂਬ ਉਸਾਰੀ ਕੀਤੀ ਗਈ, ਉਹਨੂੰ ਪ੍ਰਮੋਟ ਕੀਤਾ ਗਿਆ ਤੇ ਉਹਨੂੰ ਇੱਥੋਂ ਤੱਕ ਪਹੁੰਚਾ ਦਿੱਤਾ ਗਿਆ ਕਿ 6ਵੇਂ ਪਾਤਸ਼ਾਹ ਦਾ ਜਨਮ ਵੀ ਉਹਦੇ ਵਰਦਾਨ ਨਾਲ ਬੜੀ, ਉੱਥੇ ਵੀ ਗੁਰਬਿਲਾਸ ਪਾਤਸ਼ਾਹੀ 6ਵੀਂ ਦੀ ਕਹਾਣੀ ਦੇ ਮੁਤਾਬਕ ਬੜੀ ਗੰਦੀ ਸਾਖੀ ਜੋੜੀ ਗਈ ਹੈ ਕਿ ਜਿਹੜੀ ਬਾਬਾ ਬੁੱਢਾ ਜੀ ਦੇ ਨੇ ਵਰਦਾਨ ਦਿੱਤਾ, ਉਹ ਆਪਾਂ ਇੱਥੇ ਵਿਸਥਾਰ 'ਚ ਨਹੀਂ ਜਾਵਾਂਗੇ। ਤੇ ਉੱਥੋਂ ਤੱਕ ਬਾਬਾ ਬੁੱਢਾ ਨੂੰ ਇਹਨਾਂ ਨੇ ਲੈ ਆਂਦਾ। ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਵੀ ਉਹਨੂੰ ਥਾਪ ਦਿੱਤਾ। ਗੱਲ ਕੀ, ਬਾਬੇ ਦਾ ਵਜ਼ੀਰ ਕਹਿ ਕੇ ਦਰਬਾਰ ਸਾਹਿਬ ਦਾ ਪਹਿਲਾ ਹੈੱਡ ਗ੍ਰੰਥੀ ਗੁਰੂ ਗ੍ਰੰਥ ਸਾਹਿਬ ਦਾ ਬਣਾ ਕੇ ਆਪਣੇ ਆਪ ਨੂੰ ਪ੍ਰਮੋਟ ਕਰਨ ਦਾ ਇੱਕ ਤਾਂ ਮੁੰਡੇ ਦੇਣ ਦਾ ਢੰਗ ਤਰੀਕਾ ਆਪਣੇ ਨਾਲ ਜੋੜ ਲੈਣਾ ਕਿ ਜੇ ਬਾਬਾ ਬੁੱਢਾ ਦੇ ਸਕਦਾ ਅਸੀਂ ਵੀ ਤਾਂ ਗ੍ਰੰਥੀ ਹਾਂ, ਅਸੀਂ ਵੀ ਤਾਂ ਲੋਕਾਂ ਨੂੰ ਮੁੰਡੇ ਦੇਵਾਂਗੇ ਇਸੇ ਤਰ੍ਹਾਂ ਹੀ। ਤੇ ਦੂਜਾ, ਗ੍ਰੰਥੀ ਜਿਹੜੇ ਬਹੁਤ ਮਹਾਨ ਹੁੰਦੇ ਨੇ, ਏਡੇ ਵੱਡੇ, ਜਿਹੜਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਜਿਹਨੇ 6 ਗੁਰੂਆਂ ਦੇ ਦਰਸ਼ਨ ਕੀਤੇ ਨੇ, ਉਹ ਮਹਾਨ ਪੁਰਖ ਪਹਿਲਾ ਗ੍ਰੰਥੀ ਬਣਿਆ ਸੀ। ਇਸ ਕਰਕੇ ਅਸੀਂ ਵੀ ਉਹਦੇ ਵਰਗੇ ਗ੍ਰੰਥੀ ਹਾਂ। ਆਪਣੇ ਆਪ ਨੂੰ ਪ੍ਰਮੋਟ ਕਰਨ ਵਾਸਤੇ ਇਹੋ ਜਿਹੀਆਂ ਝੂਠੀਆਂ ਸਾਖੀਆਂ ਜੋੜੀਆਂ ਗਈਆਂ ਨੇ। ਇੱਥੇ ਮੈਂ ਨਿਮਰਤਾ ਸਹਿਤ ਬੇਨਤੀ ਕਰਨੀ ਚਾਹੁੰਦਾ, ਜਿਹੜੇ ਦੁਸ਼ਮਣਾਂ ਨੇ, ਗੁਰੂ ਘਰ ਦੇ ਵਿਰੋਧੀਆਂ ਨੇ 5ਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੂੰ ਜਿਉਂਦਾ ਨਹੀਂ ਰਹਿਣ ਦਿੱਤਾ, ਤਸੀਹੇ ਦੇ ਦੇ ਕੇ ਸ਼ਹੀਦ ਕਰ ਦਿੱਤਾ। ਕਦੀ ਸੋਚ ਕੇ ਵੇਖੋ ਉਹਨਾਂ ਦੀ ਵਿਚਾਰਧਾਰਾ ਵਾਲੀ ਪੋਥੀ ਨੂੰ ਉਹ ਇਸ ਤਰ੍ਹਾਂ ਪ੍ਰਕਾਸ਼ ਹੋਣਾ ਬਰਦਾਸ਼ਤ ਕਿਵੇਂ ਕਰ ਸਕਦੇ ਸੀ? ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਇਸ ਪੋਥੀ ਤੋਂ ਇਹ ਗਿਆਨ, ਵਿਦਿਆ, ਅਕਲ, ਸਿਧਾਂਤ ਲੈ ਕੇ ਇਹ ਜਥੇਬੰਦਕ ਢਾਂਚਾ ਖੜਾ ਹੋ ਰਿਹਾ ਹੈ। ਇਹਨਾਂ ਦੀ ਜਿਹੜੀ ਲਹਿਰ ਹੈ ਅੱਗੇ ਵੱਧਦੀ ਜਾ ਰਹੀ ਹੈ। ਇਨਕਲਾਬੀ ਨੌਜਵਾਨ ਇਹਨਾਂ ਕੋਲੇ ਆ ਰਹੇ ਨੇ, ਗਿਣਤੀ ਵੱਧ ਰਹੀ ਹੈ। ਜੇ ਇਹ ਪੋਥੀ ਇਸੇ ਤਰ੍ਹਾਂ ਪ੍ਰਚਾਰ ਦੇ ਵਿੱਚ ਸ਼ਾਮਲ ਹੁੰਦੀ ਰਹੀ, ਇਹ ਤੋਂ ਗਿਆਨ ਲੋਕੀ ਲੈਂਦੇ ਰਹੇ, ਤੇ ਫਿਰ ਆਉਣ ਵਾਲੇ ਸਮੇਂ 'ਚ ਸਰਕਾਰ ਵਾਸਤੇ ਬਹੁਤ ਵੱਡਾ ਖਤਰਾ ਖੜਾ ਹੋ ਸਕਦਾ ਹੈ। ਉਹ ਪੋਥੀ ਦਰਬਾਰ ਸਾਹਿਬ ਦੇ ਵਿੱਚ ਪਹਿਲਾ ਪ੍ਰਕਾਸ਼ ਦੇ ਨਾਮ ਥੱਲੇ ਇੰਨੀ ਉਭਾਰੀ ਹੈ ਜਦੋਂ ਕਿ ਇਹ ਸਾਰਾ ਕੁਝ ਸੱਚ ਨਹੀਂ ਹੈ। ਕਿਉਂਕਿ ਜੇ ਉੱਥੇ ਪੋਥੀ ਇਸ ਤਰ੍ਹਾਂ ਪ੍ਰਕਾਸ਼ ਹੁੰਦੀ ਜਿਵੇਂ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਗਿਆ, ਪੋਥੀ ਨੂੰ ਵੀ ਨਸ਼ਟ ਕਰ ਦੇਣਾ ਸੀ, ਸਾਡੇ ਕੋਲੇ ਕੁਝ ਵੀ ਨਹੀਂ ਸੀ ਆਉਣਾ। ਇਹਨੂੰ ਲੁਕੋ ਕੇ, ਛੁਪਾ ਕੇ ਗੁਰੂ ਸਾਹਿਬ ਨੇ ਸਾਡੇ ਤੱਕ ਪਹੁੰਚਦਾ ਕੀਤਾ ਹੈ। ਤੇ ਇਹ ਬਾਅਦ ਦੇ ਵਿੱਚ ਕਿਤੇ
ਮੀਰ ਮੰਨੂ, ਕਿਤੇ ਜ਼ਕਰੀਆ ਖਾਨ, ਉਹਨਾਂ ਦਾ ਤਾਂ ਇਤਿਹਾਸ ਦੇ ਵਿੱਚ ਘਟਨਾਵਾਂ ਮਿਲਦੀਆਂ ਨੇ ਕਿ ਜਿੱਥੇ ਵੀ ਗੁਰਮੁਖੀ ਦੇ ਅੱਖਰ ਜਾਂ ਗੁਰਬਾਣੀ ਦੀਆਂ ਕੋਈ ਪੰਕਤੀਆਂ ਵਾਲੇ ਗੁਟਕੇ ਪੋਥੀਆਂ ਮਿਲਦੀਆਂ ਸੀ, ਉਹਨਾਂ ਦਾ ਹੁਕਮ ਸੀ ਇਹਨਾਂ ਨੂੰ ਖੂਹ 'ਚ ਸਿੱਟ ਦਿਓ, ਇਹਨਾਂ ਨੂੰ ਅੱਗ ਲਾ ਦਿਓ, ਨਸ਼ਟ ਕਰ ਦਿਓ, ਤਾਂ ਕਿ ਇਹੋ ਜਿਹਾ ਗਿਆਨ ਕਿਸੇ ਕੋਲੇ ਨਾ ਜਾਵੇ। ਜਿਹੜੇ ਲੋਕਾਂ ਨੇ ਉਦੋਂ ਇੰਨਾ ਕੁਝ ਕੀਤਾ ਹੈ ਤਾਂ ਜਿਹੜਾ ਪਹਿਲਾ ਗ੍ਰੰਥੀ ਹੈ ਬਾਬਾ ਬੁੱਢਾ ਜੀ ਨੂੰ ਥਾਪਣ ਵਾਲੀ ਕਹਾਣੀ ਫਿੱਟ ਨਹੀਂ ਹੈ। ਸਾਡੇ 'ਚ ਗ੍ਰੰਥੀ ਪੁਜਾਰੀ ਗੁਰੂ ਸਾਹਿਬ ਨੇ ਪੈਦਾ ਨਹੀਂ ਕੀਤੇ, ਬਲਕਿ ਯੋਧੇ, ਸਮਝਦਾਰ, ਇਨਕਲਾਬੀ ਪੈਦਾ ਕੀਤੇ ਨੇ, ਗਿਆਨਵਾਨ ਪੈਦਾ ਕੀਤੇ ਨੇ। ਇਹੋ ਜਿਹਾ ਢਾਂਚਾ ਗੁਰੂ ਸਾਹਿਬ ਨੇ ਨਹੀਂ ਖੜਾ ਕੀਤਾ ਜਿਹੜਾ ਕਿ ਪੁਜਾਰੀਆਂ ਨੇ ਅੱਜ ਸਾਡੇ ਸਾਹਮਣੇ ਪੇਸ਼ ਕਰ ਦਿੱਤਾ। ਬਿਲਕੁਲ ਜੀ, ਇੱਥੇ ਜ਼ਰੂਰ ਅਸੀਂ ਧਿਆਨ ਰੱਖੀਏ ਇਹਨਾਂ ਗੱਲਾਂ ਵੱਲ ਕਿ ਪੁਜਾਰੀ ਦਾ ਨਵਾਂ ਰੂਪ ਜਿਹੜਾ ਪੱਗ ਬੰਨ੍ਹ ਕੇ ਔਰ ਗੁਰਦੁਆਰਿਆਂ ਦੇ ਵਿੱਚ ਉਸ ਰੂਪ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਵੀ ਉਸ ਥਾਂ ਤੇ ਜਦੋਂ ਸੇਵਾ ਨਿਭਾ ਰਹੇ ਸੀ ਜਾਂ ਆਪਣਾ ਆਪਦੀ ਡਿਊਟੀ ਕਰ ਰਹੇ ਸੀ, ਤਾਂ ਜਦੋਂ ਲੋਕ ਏਦਾਂ ਦੀਆਂ ਸਾਡੇ ਨਾਲ ਗੱਲਾਂ ਕਰਦੇ ਸੀ, ਅਸੀਂ ਖੁਦ ਇੱਕ ਤਾਂ ਉਹ ਕਹਿੰਦੇ ਆ ਨਾ ਬਸ ਵੀ ਗ੍ਰੰਥੀ ਬਣ ਜਾਓ, ਬਸ ਜੀ ਕਰਦੇ ਰਹੋ, ਆਪੇ ਰੋਟੀ ਖਾਂਦੇ ਰਹੋ, ਕੋਈ ਕਰਨ ਦੀ ਲੋੜ ਨਹੀਂ ਤੁਹਾਨੂੰ, ਬਸ ਜੀ ਕਰਦੇ ਰਹੋ, ਜਿੱਥੇ ਕਹਿਣ ਉੱਥੇ ਬਹਿ ਜਾਓ, ਲੰਗਰ ਛਕੋ ਜੀ। ਐਡੇ ਐਡੇ ਅਡੰਬਰ ਲੋਕ ਕਰਦੇ ਆ। ਜੇ ਅਸੀਂ ਘਰਾਂ ਵਿੱਚ ਰੋਟੀ ਵੀ ਖਾਣ ਜਾਂਦੇ ਸੀ ਤਾਂ ਪਹਿਲਾਂ ਲੰਮੇ ਲੰਮੇ ਪਾਠ ਲੈ ਕੇ ਬਹਿ ਜਾਂਦੇ ਉੱਥੇ। ਤੇ ਮੈਂ ਤਾਂ ਇੱਕ ਬੰਦੇ ਨੂੰ ਜਦੋਂ ਘਰੇ ਕਿਸੇ ਦੇ ਰੋਟੀ ਖਾਣ ਗਏ ਤੇ ਉੱਥੇ ਚਰਚਾ ਚੱਲ ਪਿਆ, ਬੰਦਾ ਪਾਠ ਵੀ ਕਰਨ ਲੱਗਾ ਤੇ ਉਹਨੇ ਚੌਪਈ ਦਾ ਪਾਠ ਸ਼ੁਰੂ ਕਰ ਲਿਆ। ਤੇ ਮੈਂ ਉਹਨੂੰ ਸਵਾਲ ਕਰ ਲਿਆ, ਮੈਂ ਕਿਹਾ ਵੀ ਬਾਬਾ ਜੀ ਘਰੇ ਵੀ ਪਾਠ ਏਦਾਂ ਹੀ ਕਰਦੇ ਹੁੰਦੇ ਆ? ਉਹਦਾ ਰੋਟੀ ਅੱਗੇ ਪਈ ਹੈ, ਸਭ ਕੁਛ ਅੱਗੇ ਪਿਆ, ਵੇਖੋ ਰੈਡੀ, ਤੇ ਬੰਦਾ ਪਾਠ ਕਰਨ ਦੇ ਨਾਟਕ ਕਰ ਰਿਹਾ ਉੱਥੇ, ਅੱਖਾਂ ਜੀਆਂ ਮੀਟ ਕੇ। ਜਦੋਂ ਉਹ ਲੰਮੇ ਲੰਮੇ ਮਤਲਬ ਅਰਦਾਸੇ ਸੋਧਣ ਲੱਗ ਜਾਂਦੇ ਆ ਕਿ ਏਦਾਂ ਬਹੁਤ ਸਾਰੀਆਂ ਹੋਰ ਗੁਰਬਾਣੀ ਦੀਆਂ ਪੰਕਤੀਆਂ ਲੈ ਦਾਵਾ ਕਰਨ ਦੀ ਕੋਸ਼ਿਸ਼ ਕਰਦੇ ਵੀ ਸਾਡੇ ਵਰਗਾ ਕੋਈ ਹੈ ਹੀ ਨਹੀਂ। ਉਹੀ ਘਰ ਵਾਲੀ ਨੂੰ 4 ਗਾਲਾਂ ਕੱਢ ਕੇ ਕਹਿ ਰਹੇ ਹੁੰਦੇ ਆ ਵੀ ਲੂਣ ਤਾਂ ਘੱਟ ਫੱਕ ਲਿਆ ਕਰੋ ਇਹਦੇ ਵਿੱਚ, ਬਹੁਤ ਤਰ੍ਹਾਂ ਦੇ ਨਾਲ। ਅਸੀਂ ਇਸ ਕਿਰਪਾ ਕਰਕੇ ਜਿਹੜੀ ਜ਼ਿੰਦਗੀ ਹੈ ਸਾਡੀ, ਉਹਦੇ 2 ਰੂਪ ਨੇ, ਉਹਦੇ ਕਈ ਰੂਪ ਨੇ। ਅਸੀਂ ਪੁਜਾਰੀ ਤੋਂ ਕਿਤੇ ਕਿਸੇ ਵੀ ਤਰੀਕੇ ਦੇ ਨਾਲ ਘੱਟ ਨਹੀਂ ਹੈਗੇ। ਇਸ ਕਰਕੇ ਇਸ ਗੁਲਾਮੀ ਨੂੰ, ਜੇ ਗੁਰਦੁਆਰੇ ਬਣੇ ਵੀ ਸਨ, ਜੇਕਰ ਸਾਡੇ ਕੋਲ ਸਥਾਨ ਤਿਆਰ ਵੀ ਹੋ ਗਏ ਸਨ, ਕਾਸ਼ ਅਸੀਂ ਇਹਨੂੰ ਆਪਣੇ ਤੌਰ ਦੇ ਉੱਪਰ ਜਿਹੜਾ ਪਬਲਿਕਲੀ ਖੁਦ ਯੂਜ਼ ਕਰਦੇ, ਇਕੱਠੇ ਬੈਠਦੇ, ਕੋਈ ਚੰਗੀ ਵਿਚਾਰ ਹੁੰਦੀ, ਪਿੰਡ ਦਾ ਭਲਾ ਹੁੰਦਾ, ਸ਼ਹਿਰ ਦੇ ਵਿਕਾਸ ਦੀਆਂ ਗੱਲਾਂ ਕਰਦੇ, ਮਾਨਸਿਕ ਤਰੱਕੀ ਦੀਆਂ ਗੱਲਾਂ ਕਰਦੇ। ਜੇ ਅਸੀਂ ਧਰਮ ਵੀ ਪੜ੍ਹਿਆ ਹੁੰਦਾ ਤੇ ਉਸ ਨਿਆਂ ਨੂੰ, ਉਸ ਨਿਯਮ ਨੂੰ ਅਸੀਂ ਸਮਝ ਸਕਦੇ ਜਿਹੜਾ ਕਿ ਸਾਡੇ ਸਾਰਿਆਂ ਦੇ ਉੱਪਰ ਬਰਾਬਰ ਤੇ ਇੱਕੋ ਜਿਹਾ ਚੱਲ ਰਿਹਾ। ਹਾਂਜੀ, ਪਰ ਅਸੀਂ ਇਹਨਾਂ ਦਾ ਲਾਹਾ ਨਹੀਂ ਲੈ ਸਕੇ, ਖੁਦ ਅਸੀਂ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਉਲਝ ਕੇ ਰਹਿ ਗਏ ਹਾਂ। ਤੇ ਮੈਂ ਜਿਹੜੀ ਬਾਬਾ ਬੁੱਢਾ ਜੀ ਦੀ ਗੱਲ ਕਰ ਰਿਹਾ, ਇਹੋ ਜਿਹਾ ਚਰਚਾ ਜਦੋਂ ਸਾਡੇ ਸਿਰ ਅਜਿਹੀਆਂ ਗਾਥਾਵਾਂ ਜਿਹੜੀਆਂ ਕਿ ਇੱਕ ਤਰੀਕੇ ਦੇ ਨਾਲ ਰੱਖੀਆਂ ਗਈਆਂ, ਇਤਿਹਾਸ ਬਣਾ ਕੇ ਪਰੋਸੀਆਂ ਗਈਆਂ, ਤੇ ਅੱਜ ਤੱਕ ਜਿਹੜੇ ਟਰੱਕ ਭਰ ਕੇ ਅਸੀਂ ਇਸ ਕਰਕੇ ਬਾਬਾ ਬੁੱਢਾ ਜੀ ਦੇ ਦਰਸ਼ਨਾਂ ਨੂੰ ਜਾਣ ਦਾ ਦਾਵਾ ਕਰਦੇ ਹਾਂ। ਤੇ ਬਹੁਤ ਸਾਰਾ ਜਿੱਥੇ ਧੀਆਂ ਦੇ ਨਾਲ ਅਸੀਂ ਅਨਿਆਂ ਕਰ ਰਹੇ ਹਾਂ ਇੱਕ ਤਰੀਕੇ ਦੇ ਨਾਲ, ਜਦੋਂ ਅਸੀਂ ਪੁੱਤ ਮੰਗਣ ਦੇ ਤੇ ਦੇਣ ਦੇ ਦਾਵਾ ਕਰਦੇ ਹਾਂ ਤੇ ਬਾਬੇ ਬੁੱਢੇ ਦੀਆਂ ਫੋਟੋਆਂ ਦੇ ਉੱਪਰ ਲਿਖ ਕੇ ਸਾਬਿਤ ਕਰਦੇ ਹਾਂ ਕਿ ਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਜੀ, ਉੱਥੇ ਅਸੀਂ ਇੱਕ ਤਰ੍ਹਾਂ ਦੇ ਨਾਲ ਸਮਾਜ ਦਾ ਸ਼ੋਸ਼ਣ ਕਰ ਰਹੇ ਹਾਂ। ਧੀਆਂ ਦੇ ਜਿੱਥੇ ਕਿਤੇ ਰੇਪ ਹੋਣ ਦੀ ਗੱਲ ਹੋ ਰਹੀ ਹੈ, ਕਿਤੇ ਕੁਝ ਹੋਰ ਗੱਲਾਂ ਹੋ ਰਹੀਆਂ ਨੇ, ਉਹਨਾਂ ਦੇ ਸ਼ੋਸ਼ਣ ਦੀ ਗੱਲ ਹੋ ਰਹੀ ਹੈ। ਇਸ ਤੋਂ ਵੱਡਾ ਸ਼ੋਸ਼ਣ ਕਿਹੜਾ ਹੋ ਸਕਦਾ ਜਿੱਥੇ ਉਹਨਾਂ ਤੋਂ ਮਤਲਬ ਜੰਮਣ ਤੋਂ ਇਨਕਾਰੀ ਹੋ ਰਹੇ ਹੋਣ। ਲੋਕ ਨੂੰਹਾਂ ਲਿਆਉਣੀਆਂ ਚਾਹੁੰਦੇ ਆ ਪਰ ਧੀਆਂ ਜੰਮਣੀਆਂ ਨਹੀਂ ਚਾਹੁੰਦੇ, ਸਿਆਣੇ ਕਹਿੰਦੇ ਆ। ਤੇ ਜਿੱਥੇ ਇਹੋ ਜਿਹੇ ਸਿਆਣੇ ਸਿਰ ਤੇ ਬੈਠੇ ਹੋਣ ਜਿਹੜੇ ਪੁੱਤਰਾਂ ਦੇ ਦਾਨੀ ਹੋਣ, ਉਹਨਾਂ ਦਾ ਕੀ ਕੀਤਾ ਜਾਏਗਾ? ਹਾਂਜੀ, ਕਿਰਪਾ ਕਰਕੇ ਧਿਆਨ ਗੋਚਰੇ ਇਹਨਾਂ ਸਵਾਲਾਂ ਨੂੰ ਜ਼ਰੂਰ ਰੱਖਿਓ। ਸੰਗਤੋ, ਇਹ ਸਵਾਲ ਨੇ ਤੁਹਾਡੇ ਤਾਈਂ ਬਾਪੂ ਜੀ ਨੇ ਬਿਲਕੁਲ ਕਲੀਅਰ ਕਰ ਦਿੱਤਾ ਹੈ ਕਿ ਭਾਈ ਅਜਿਹਾ ਕੋਈ ਮਸਲਾ ਨਹੀਂ ਹੈ ਤੇ ਇਹ ਤੋਂ ਬਚਣ ਦੀ ਜ਼ਰੂਰਤ ਹੈ। ਤਾਂ ਇੱਕ ਤਰ੍ਹਾਂ ਦੇ ਲਾਂਛਨ ਨੇ ਜਿਹੜੇ ਗੁਰੂ ਅਰਜਨ ਸਾਹਿਬ ਜੀ ਦੇ ਪਰਿਵਾਰ ਦੇ ਉੱਪਰ ਵੀ ਇਸ ਗੰਦੇ ਤਰੀਕੇ ਦੇ ਨਾਲ ਮੜੇ ਗਏ। ਅੱਗੇ ਆਪਾਂ ਵਧਦੇ ਹਾਂ ਜੀ। ਕਹਿੰਦੇ ਇੱਕ ਮਨਸੁਖ ਨਾਮ ਦਾ ਜਿਹੜਾ ਵਪਾਰੀ ਸੀ, ਉਹ ਲੰਕਾ ਵੱਲ ਨੂੰ ਜਾਂਦਾ ਹੈ। ਉੱਥੇ ਇੱਕ ਰਾਜਾ ਰਹਿੰਦਾ ਜਿਹੜਾ ਕਿ ਉਧਰ ਦੇ ਰਾਜੇ ਦਾ ਨਾਮ ਸ਼ਿਵਨਾਭ ਦੱਸਿਆ ਗਿਆ। ਸਾਖੀ ਦੇ ਵਿੱਚ ਇਹ ਵੀ ਲਿਖਿਆ ਜਾਂਦਾ ਕਿ ਜਦੋਂ ਉਹ ਬਹੁਤ ਸਾਰੇ ਧਰਮ ਦੇ ਨਾਮ ਤੇ ਕੁਝ ਕਰਮਕਾਂਡ ਕਰਵਾ ਰਿਹਾ ਸੀ ਤੇ ਇਹਨੇ ਜਵਾਬ ਦੇ ਦਿੱਤਾ ਕਿ ਮੈਂ ਇਹੋ ਜਿਹਾ ਕੁਛ ਨਹੀਂ ਕਰਦਾ। ਤੇ ਨਾਲੇ ਨਾਲ ਉਹਨੂੰ ਪੁੱਛਿਆ ਜਾਂਦਾ, ਬੁਲਾ ਕੇ ਸਵਾਲ ਕੀਤੇ ਜਾਂਦੇ ਵੀ ਤੂੰ ਹਿੰਦੂ ਹੈ ਕਿ ਮੁਸਲਮਾਨ? ਤੇ ਉਹਨੇ ਅੱਗੋਂ ਆਪਣਾ ਬਾਰੇ ਦੱਸਿਆ ਕਿ ਮੈਂ ਤਾਂ ਉਹਦਾ ਮੁਰੀਦ ਹਾਂ ਤੇ ਬਾਬਾ ਨਾਨਕ ਜੀ ਦਾ ਨਾਮ ਲੈਂਦਾ। ਫਿਰ ਆਰਾਧਨਾ ਸ਼ੁਰੂ ਕੀਤਾ ਸ਼ਿਵਨਾਭ ਨੇ ਤੇ ਬਾਬਾ ਜੀ ਨੇ ਉਹਦਾ ਉਧਾਰ ਕੀਤਾ। ਬਾਪੂ ਜੀ ਇਸ ਸਾਖੀ ਦਾ ਥੋੜਾ ਵਿਸਥਾਰ ਸੰਗਤਾਂ ਦੇ ਨਾਲ ਸਾਂਝਾ ਕਰਿਓ।
ਇੱਕ ਗੱਲ ਜਿਹੜੀ ਕਿ ਸਾਡੇ ਸਾਹਮਣੇ ਹੋਣੀ ਚਾਹੀਦੀ ਹੈ, ਜੇ ਵਿਗਿਆਨਕ ਢੰਗ ਨਾਲ ਸੋਚੀਏ, ਉਹਨਾਂ ਜ਼ਮਾਨਿਆਂ 'ਚ ਏਡੀ ਦੂਰ ਦਾ ਵਪਾਰ ਹੋ ਹੀ ਨਹੀਂ ਸਕਦਾ ਸੀ, ਜਿਵੇਂ ਕਿ ਕਹਾਣੀ 'ਚ ਦੱਸਿਆ ਗਿਆ ਹੈ। ਹੁਣ ਉਹ ਲਾਹੌਰ ਤੋਂ ਚੱਲ ਕੇ ਸ਼ਿਬਨਾਬ ਹੈ ਜਿਹੜਾ ਲਾਹੌਰ ਤੋਂ ਮਨਸੁਖ ਹੈ, ਜਿਹੜਾ ਲਾਹੌਰ ਤੋਂ ਚੱਲ ਕੇ ਲੰਕਾ ਤੱਕ ਪਹੁੰਚਣਾ ਤੇ ਵਪਾਰ ਦਾ ਕਿਹੜਾ ਸਮਾਨ ਉਹ ਲੈ ਕੇ ਗਿਆ। ਉਹਦੇ ਕੋਲੇ ਹਵਾਈ ਜਹਾਜ਼ ਸੀ ਕਿ ਸਮੁੰਦਰੀ ਜਹਾਜ਼ ਸੀ ਕਿ ਗੱਡੇ ਸੀ, ਗਧੇ ਸੀ, ਘੋੜੇ ਸੀ, ਕਿੰਨੇ ਮਹੀਨਿਆਂ 'ਚ ਕਿੰਨੇ ਸਾਲਾਂ 'ਚ ਉੱਥੇ ਪਹੁੰਚਦਾ ਹੈ, ਕਿੰਨਾ ਕੁ ਸਮਾਨ ਲੈ ਕੇ ਜਾਂਦਾ ਹੈ, ਅਸੀਂ ਕੁਝ ਵੀ ਸੋਚਣ ਸਮਝਣ ਦੀ ਲੋੜ ਨਹੀਂ ਸਮਝਦੇ। ਬਸ ਇਹੋ ਹੀ ਜਿਹੜਾ ਸਾਖੀ ਨੇ ਕਾਰ ਨੇ ਸੁਣਾ ਦਿੱਤਾ ਤੇ ਨੀਵੀਂ ਪਾ ਕੇ ਅਸੀਂ ਸੁਣ ਲਿਆ ਤੇ ਸਤਿਨਾਮ ਵਾਹਿਗੁਰੂ ਕਹਿ ਕੇ ਘਰ ਨੂੰ ਆ ਗਏ। ਇਹੋ ਹੀ ਸਾਡਾ ਸਿਲਸਿਲਾ ਚੱਲਿਆ ਹੋਇਆ ਹੈ। ਬਿਲਕੁਲ। ਤੇ ਜਿਹੜਾ ਉਹ ਵਿਅਕਤੀ ਹੈ, ਮਨਸੁਖ ਨਾਮ ਦਾ ਬੰਦਾ, ਗੁਰੂ ਨਾਨਕ ਸਾਹਿਬ ਦਾ ਸ਼ਰਧਾਲੂ ਹੋ ਸਕਦਾ ਹੈ ਤੇ ਗੁਰੂ ਨਾਨਕ ਸਾਹਿਬ ਨੇ ਆਪ ਜਾਣ ਤੋਂ ਪਹਿਲਾਂ ਉੱਥੇ ਮਾਹੌਲ ਤਿਆਰ ਕਰਨ ਵਾਸਤੇ ਉਹਨੂੰ ਭੇਜਿਆ ਹੋਵੇ, ਮੰਨਿਆ ਜਾ ਸਕਦਾ ਹੈ, ਕਿਉਂਕਿ ਉੱਥੋਂ ਦੇ ਸੱਭਿਆਚਾਰ ਦਾ, ਉੱਥੋਂ ਦੀ ਬੋਲੀ ਦਾ ਬਹੁਤਾ ਪਤਾ ਨਹੀਂ ਸੀ, ਤਾਂ ਕਿ ਉਹ ਗੁਰੂ ਨਾਨਕ ਸਾਹਿਬ ਨੂੰ ਉੱਥੇ ਦੀਆਂ ਘਟਨਾਵਾਂ ਚੰਗੀ ਤਰ੍ਹਾਂ ਦੱਸ ਸਕੇ ਕਿ ਮਹਾਰਾਜ ਇੱਥੋਂ ਦੇ ਲੋਕ ਇਸ ਤਰ੍ਹਾਂ ਦੇ ਨੇ ਤੇ ਉਹ ਇਹਨਾਂ ਗੱਲਾਂ ਨੂੰ ਮੰਨਦੇ ਨੇ ਤੇ ਆਪਾਂ ਇਸ ਢੰਗ ਦੇ ਨਾਲ ਇਹਨਾਂ ਨੂੰ ਆਪਣਾ ਉਪਦੇਸ਼ ਕਰਨਾ ਹੈ, ਜਿਵੇਂ ਤੁਸੀਂ ਅੱਗੋਂ ਠੀਕ ਸਮਝੋ। ਉਹ ਵਿਚਾਰ ਚਰਚਾ ਵਾਸਤੇ ਜਿਹੜਾ ਮਨਸੁਖ ਨੂੰ ਹੋ ਸਕਦਾ ਹੈ ਭੇਜਿਆ ਹੋਵੇ। ਪਰ ਵਪਾਰ ਵਾਲੀ ਗੱਲ ਹੈ ਜਿਹੜੀ, ਇਹ ਕਿਤੇ ਹਜਮ ਨਹੀਂ ਹੋ ਰਹੀ, ਕਿਉਂਕਿ ਉਹਨਾਂ ਜ਼ਮਾਨਿਆਂ 'ਚ ਏਡੀ ਦੂਰ ਦਾ ਵਪਾਰ ਹੈ, ਇਹ ਸੰਭਵ ਹੈ ਨਹੀਂ ਸੀ ਜੀ। ਖੈਰ, ਉਹਨੇ ਫਿਰ ਵੀ ਮਨਸੁਖ ਨੇ ਰਾਜੇ ਸ਼ਿਵਨਾਬ ਨੂੰ ਜਿਹੜਾ ਜਾ ਕੇ ਸਮਝਾਇਆ ਬੁਝਾਇਆ, ਆਪਣੇ ਵੱਲ ਧਿਆਨ ਖਿੱਚਣ ਦਾ ਤਰੀਕਾ ਸੀ ਉਹਦਾ ਕਿ ਜਿਹੜਾ ਸਵੇਰੇ ਸ਼ਾਮ ਹਿੰਦੂ ਸਮਾਜ ਦੀਆਂ ਪਰੰਪਰਾਵਾਂ ਨੇ, ਲੋਕੀ ਕਰਦੇ ਨੇ, ਉਹ ਕਿਸੇ ਖਾਸ ਦਿਨ ਦਿਹਾੜ ਤੇ ਮਨਸੁਖ ਨੇ ਉਹ ਵੀ ਨਾ ਕੀਤੀਆਂ ਤੇ ਆਂਢ ਗੁਆਂਢ ਵਾਲੇ ਜਿਹੜੇ ਬੰਦੇ ਹੋਰ ਕਰ ਰਹੇ ਸੀ ਇਹ ਸਾਰਾ ਕਰਮਕਾਂਡ, ਉਹਨਾਂ ਨੇ ਉਹਨੂੰ ਕਿਹਾ ਕਿ ਤੂੰ ਕਿਉਂ ਨਹੀਂ ਕਰਦਾ। ਕਹਿੰਦਾ ਜੀ ਮੈਂ ਨਹੀਂ ਕਰਦਾ ਹੁੰਦਾ। ਉਹਨਾਂ ਨੇ ਰਾਜੇ ਕੋਲੇ ਸ਼ਿਕਾਇਤ ਕੀਤੀ, ਹਾਲਾਂਕਿ ਇਹੋ ਜੀ ਛੋਟੀ ਗੱਲ ਰਾਜੇ ਤੱਕ ਜਾਣ ਦਾ ਤਾਂ ਮਤਲਬ ਹੀ ਕੋਈ ਨਹੀਂ ਹੈ, ਤੇ ਪਰ ਫਿਰ ਵੀ ਇਹਨਾਂ ਨੇ ਸਾਖੀਕਾਰਾਂ ਨੇ ਲਿਖਿਆ ਕਿ ਰਾਜੇ ਕੋਲੇ ਸ਼ਿਕਾਇਤ ਪਹੁੰਚ ਗਈ। ਰਾਜੇ ਨੇ ਆਪਣੇ ਕੋਲੇ ਬੁਲਾਇਆ, ਉਹਨੂੰ ਪੁੱਛਿਆ ਵੀ ਤੂੰ ਇਹ ਸਾਰਾ ਕੁਝ ਕਿਉਂ ਨਹੀਂ ਕਰਦਾ। ਇਹਨੇ ਮਨਸੁਖ ਨੇ ਦੱਸਿਆ ਕਿ ਮੇਰਾ ਗੁਰੂ ਤਾਂ ਗੁਰੂ ਨਾਨਕ ਸਾਹਿਬ ਹੈ, ਮੈਂ ਤਾਂ ਉਹਦੇ ਆਖੇ ਮੁਤਾਬਕ ਚੱਲਦਾ, ਉਹਨਾਂ ਨੇ ਮੈਨੂੰ ਸਾਰੀਆਂ ਇਹਨਾਂ ਕਰਮਕਾਂਡਾਂ ਤੋਂ, ਵਹਿਮਾਂ ਭਰਮਾਂ ਤੋਂ ਮੁਕਤ ਕੀਤਾ ਹੋਇਆ। ਬਿਲਕੁਲ। ਤੇ ਉਹਨੇ ਫਿਰ ਕਿਹਾ ਕਿ ਮੈਨੂੰ ਵੀ ਅਜਿਹੇ ਮਹਾਂਪੁਰਖ ਦੇ ਦਰਸ਼ਨ ਕਰਨੇ ਆ, ਤੁਸੀਂ ਮੈਨੂੰ ਲੈ ਚੱਲੋ ਆਪਣੇ ਨਾਲ ਲਾਹੌਰ। ਤੇ ਉਹਨੇ ਕਹਿੰਦੇ ਮਨਸੁਖ ਨੇ ਸਮਝਾਇਆ ਕਿ ਲਾਹੌਰ ਤਾਂ ਇੱਥੋਂ ਬਹੁਤ ਦੂਰ ਹੈ, ਤੁਹਾਡਾ ਰਾਜ ਪਾਟ ਹੈ, ਇਹ ਵਿਗੜ ਜਾਵੇਗਾ ਤੇ ਤੁਹਾਡੇ ਜਿਹੜੀਆਂ ਬਗਾਵਤਾਂ ਹੋ ਜਾਣਗੀਆਂ, ਇਸ ਕਰਕੇ ਤੁਸੀਂ ਰਾਜ ਛੱਡ ਕੇ ਉੱਥੇ ਨਾ ਜਾਓ ਤੇ ਤੁਸੀਂ ਇੱਥੇ ਰਹੋ। ਆਪਣੇ ਅੰਦਰ ਉਹਨਾਂ ਨੂੰ ਇੱਕ ਧਿਆਨ ਹੋ ਕੇ ਯਾਦ ਕਰੋ ਤੇ ਗੁਰੂ ਨਾਨਕ ਸਾਹਿਬ ਇੱਥੇ ਆਪ ਹੀ ਆ ਜਾਣਗੇ। ਇਸ ਤਰ੍ਹਾਂ ਫਿਰ ਉਹਦੇ ਯਾਦ ਕਰਨ ਤੋਂ ਬਾਅਦ ਗੁਰੂ ਨਾਨਕ ਸਾਹਿਬ ਉੱਥੇ ਆਪ ਲੰਕਾ ਵਿੱਚ ਪਹੁੰਚੇ ਜੀ। ਇੱਥੇ ਵੀ ਉਹਨਾਂ ਨੂੰ ਮਤਲਬ ਫੁੱਲ ਕਰਾਮਾਤੀ ਦਿਖਾ ਕੇ ਵੀ ਉਹਦੀ ਗੱਲ ਤਾਂ ਇੱਥੋਂ ਤੱਕ ਪਹੁੰਚ ਗਈ। ਹਾਂਜੀ। ਕਈ ਜਾਗਰੂਕ ਪ੍ਰਚਾਰਕਾਂ ਨੇ ਤਾਂ ਇਹਨੂੰ ਟੈਲੀਪੈਥੀ ਕਹਿ ਕੇ ਖੁਦ ਵੀ ਸਵੀਕਾਰ ਲਿਆ ਹੋਣਾ ਤੇ ਬਹੁਤ ਸਾਰੇ ਦਾਅਵੇ ਉਹਨਾਂ ਨੇ ਅੱਜ ਤੱਕ ਕੀਤੇ ਆ ਤੇ ਇਦਾਂ ਦੇ ਵੀ ਕਰਦੇ ਰਹੇ ਹੋਣੇ ਆ, ਕਿਉਂਕਿ ਗੁਰੂ ਪਾਤਸ਼ਾਹ ਦਾ, ਗੁਰੂ ਨਾਨਕ ਸਾਹਿਬ ਦਾ ਜਾਣਾ ਚਲੋ ਇੱਕ ਥਾਂ ਤੋਂ ਦੂਸਰੀ ਥਾਂ ਤੇ ਸੁਭਾਵਿਕ ਆ, ਕਿਉਂਕਿ ਉਹ ਨਿਕਲੇ ਸਨ ਇਸ ਕੰਮ ਦੇ ਲਈ ਤਾਂ ਕਿ ਚੰਗੇ ਮਨੁੱਖਾਂ ਦੀ ਵਿਚਾਰ ਪ੍ਰਾਪਤ ਕੀਤੀ ਜਾ ਸਕੇ ਤੇ ਗੱਲਬਾਤ ਦੇ ਨਾਲ ਜਿਹੜਾ ਸਮਾਜ ਅੱਗੇ ਵੱਧਦਾ ਹੈ। ਜਦੋਂ ਇਕੱਠੇ ਬੈਠ ਕੇ ਕਿਤੇ ਕੁਝ ਵਿਚਾਰ ਕਰਦੇ ਆ ਤੇ ਕੁਝ ਸਿੱਖਣ ਨੂੰ ਤੇ ਕੁਝ ਜਦੋਂ ਡਿਸਕਸ ਹੋਏਗਾ ਤੇ ਉਹਦੇ ਵਿੱਚੋਂ ਕੁਝ ਜ਼ਰੂਰ ਨਿਕਲੇਗਾ। ਪਰ ਜਦੋਂ ਏਦਾਂ ਦੀਆਂ ਗੱਲਾਂ ਸੁਣਦੇ ਆ ਕਿ ਕਿਤੇ ਬੈਠਾ ਕੋਈ ਅਰਾਧਾ ਰਿਹਾ ਹੋਵੇ, ਚਲੋ ਸ਼ੁਕਰ ਹੈ ਅੱਜ ਸਾਡੇ ਹੱਥਾਂ ਦੇ ਵਿੱਚ ਟੈਲੀਫੋਨ ਨੇ ਔਰ ਅਸੀਂ ਟੈਲੀਪੈਥੀ ਤੋਂ ਬਹੁਤ ਜ਼ਿਆਦਾ ਬਾਹਰ ਆ ਚੁੱਕੇ ਹਾਂ। ਕੋਈ ਵੀ ਬੰਦਾ, ਜਿਹੜਾ ਬੰਦਾ ਸੋਚਦਾ ਹੋਵੇ ਵੀ ਟੈਲੀਪੈਥੀ ਕੋਈ ਕਰ ਸਕਦਾ ਹੈ, ਅੱਜ ਦੇਖੋ ਅਸੀਂ ਸਾਰੇ ਹੀ ਅਜਿਹੇ ਤਰੀਕੇ ਦੇ ਨਾਲ ਇੱਕ ਦੂਜੇ ਦੇ ਨਾਲ ਜੁੜੇ ਹੋਏ ਹਾਂ ਤੇ ਆਪਣੀ ਗੱਲਬਾਤ ਸਿੱਧੇ ਪ੍ਰਤੱਖ ਰੂਪ ਦੇ ਵਿੱਚ ਕਰ ਸਕਦੇ ਹਾਂ, ਰਿਕਾਰਡ ਕਰ ਸਕਦੇ ਹਾਂ। ਹਾਂਜੀ, ਆ ਜਾਈਏ ਜੀ ਆਪਾਂ ਜਿੱਥੇ ਸਾਖੀ ਦੇ ਵਿੱਚੋਂ ਸਾਨੂੰ ਦੇਖ ਲਓ ਬਹੁਤ ਕੁਝ ਮਿਲ ਰਿਹਾ ਕਿ ਕੋਈ ਏਦਾਂ ਦੇ ਆਰਾਧਨਾ ਨਹੀਂ ਹੁੰਦਾ, ਉਹਨਾਂ ਨੂੰ ਪਹੁੰਚਾਇਆ ਵੀ ਜਾਂਦਾ। ਗੁਰੂ ਪਾਤਸ਼ਾਹ ਸਿੱਧੇ ਉਹਦੇ ਲਈ ਨਿਕਲੇ ਆ, ਕਿਉਂਕਿ ਉਹਨਾਂ ਨੂੰ ਹੋ ਸਕਦਾ ਬਾਅਦ ਵਿੱਚ ਜਦੋਂ ਕਿਤੇ ਮਨਸੁਖ ਮਿਲਿਆ ਹੋਵੇ ਤਾਂ ਇਹ ਚਰਚਾ ਉਹਨੇ ਗੁਰੂ ਸਾਹਿਬ ਤੱਕ ਕਰ ਦਿੱਤਾ ਹੋਵੇ। ਜੇ ਉਹ ਜਾਂਦਾ ਵੀ ਹੋਇਆ ਤਾਂ ਸਭ ਕੁਝ ਕਰ ਲਓ ਜੋ ਵੀ ਆਪਾਂ ਇਹਦੇ ਬਾਰੇ, ਸਾਖੀ ਬਾਰੇ ਕਹਿ ਸਕਦੇ ਹਾਂ। ਪਰ ਹਾਲਾਂਕਿ ਅਸੀਂ ਵਿਚਾਰ ਯਾਦ ਰੱਖਿਓ ਵੀ ਇਹਨਾਂ ਜਨਮ ਸਾਖੀਆਂ ਤੇ ਜਿਹੜਾ ਸਵਾਲ ਚਿੰਨ੍ਹ ਖੜੇ ਕਰ ਰਹੇ ਹਾਂ, ਉਹਨਾਂ ਦਾ ਮਕਸਦ ਸਾਡਾ ਕਿ ਅਜਿਹੇ ਸਵਾਲ ਨੇ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਨਾਲ, ਗ੍ਰੰਥ ਦੀ ਵਿਚਾਰਧਾਰਾ ਦੇ ਨਾਲ ਜਦੋਂ ਮਿਲ ਹੀ ਨਾ ਰਹੇ ਹੋਣ, ਮੇਲ ਹੀ ਨਾ ਖਾ ਰਹੇ ਹੋਣ, ਤੇ ਅਸੀਂ ਐਵੇਂ ਅਜਿਹੀਆਂ ਗੱਲਾਂ ਵਿੱਚ ਉਲਝ ਕੇ ਨਾ ਰਹਿ ਜਾਈਏ ਜਿਹੜੀਆਂ ਖੁਦ ਸਾਡਾ ਵਿਕਾਸ ਨਾ ਹੋਣ ਦੇਣ ਔਰ ਸਾਡੇ ਗਲ ਦੀਆਂ ਤੇ ਪੈਰਾਂ ਦੀਆਂ ਬੇੜੀਆਂ ਬਣ ਕੇ ਰਹਿ ਜਾਣ। ਅਖੀਰਲਾ ਜਿਹੜੀ ਗੱਲਬਾਤ ਹੈ ਜੀ ਉਹ ਹੈਗੀ ਹੈ
ਗੁਰੂ ਪਾਤਸ਼ਾਹ ਦੇ ਕਹਿੰਦੇ ਦੂਜੀ ਉਦਾਸੀ ਦੱਖਣ ਕੀ। ਵੈਸੇ ਇੱਥੇ ਕਈ ਸਾਰੀਆਂ ਉਦਾਸੀਆਂ ਵਿੱਚ ਆਪਾਂ ਜਿੰਨੀਆਂ ਵੀ ਸਾਖੀਆਂ ਸਾਂਝੀਆਂ ਕੀਤੀਆਂ ਉਹ ਤਰ੍ਹਾਂ ਦੀਆਂ ਉਦਾਸੀਆਂ ਚੋਂ ਸਾਹਮਣੇ ਆ ਗਈਆਂ ਆ। ਉਦਾਸੀ ਸ਼ਬਦ ਦਾ ਵੀ ਚਰਚਾ ਬਾਪੂ ਜੀ ਜ਼ਰੂਰ ਕਰਦੇ ਆ ਜੀ। ਤੇ ਨਾਲੇ ਇੱਥੇ ਕਿਹਾ ਗਿਆ ਕਿ ਬਾਬਾ ਨਾਨਕ ਜੀ ਨੇ ਆਹਾਰ ਕੀਤਾ ਉਹ ਵੀ ਤਲੀ ਭਰ ਰੇਤ ਦਾ ਕੀਤਾ। ਤੇ ਨਾਲੇ ਜਿਵੇਂ ਰੇਤ ਅੱਕ ਆਹਾਰ ਕਰੋੜਾਂ ਦੀ ਗੁਰਕਰੀ ਵਿਛਾਈ ਦਾ ਚਰਚਾ ਭਾਈ ਗੁਰਦਾਸ ਵੀ ਕਰਦੇ ਆ। ਖੜਾਵਾਂ ਪਹਿਨ ਲਈਆਂ ਤੇ ਸਿਰ ਤੇ ਜਾਂਘਾਂ ਬਾਹਾਂ ਤੇ ਬਹੁਤ ਸਾਰੇ ਰੱਸੇ ਲਵੇਟ ਲਏ ਤੇ ਬਾਬੇ ਨੇ ਇੱਕ ਬੜਾ ਜ਼ਿਆਦਾ ਜਿਹੜਾ ਸੀ ਉਹ ਅਜਿਹਾ ਰੂਪ ਧਾਰਨ ਕਰ ਲਿਆ ਤੇ ਬਾਬਾ ਧਨਾਸਰੀ ਦੇਸ਼ ਜਾਏ ਪਹੁੰਚਿਆ। ਇਹ ਕਿਹੜਾ ਦੇਸ਼ ਹੈ ਜੀ, ਕਿੱਥੇ ਕੁ ਪੈਂਦਾ ਤੇ ਬਾਬਾ ਜੀ ਕਦੋਂ ਇੱਧਰ ਨੂੰ ਗਏ? ਔਰ ਕਹਿੰਦੇ ਉੱਥੇ ਖਵਾਜਾ ਦੇਵਤਾ ਆਇਆ ਤੇ ਉਹਨੇ ਆ ਕੇ ਮੱਥਾ ਟੇਕਿਆ ਤੇ ਨਾਲੇ ਬਾਬੇ ਨਾਨਕ ਨੂੰ ਮੱਛੀਆਂ ਭੇਟ ਕੀਤੀਆਂ। ਇਹ ਕਿਹੋ ਜਿਹੀਆਂ ਘਟਨਾਵਾਂ ਨੇ ਜੀ? ਇਹਨਾਂ ਦੀ ਸੱਚਾਈ ਦਾ ਕੋਈ ਰੂਪ ਰੇਖਾ ਕੀ ਹੈ ਉਹ ਸੰਗਤਾਂ ਨਾਲ ਸਾਂਝੀ ਕਰੋ ਜੀ। ਗੁਰੂ ਨਾਨਕ ਸਾਹਿਬ ਨੂੰ ਇੱਕ ਮਦਾਰੀ ਦੇ ਰੂਪ ਵਿੱਚ ਪੇਸ਼ ਕਰਕੇ ਲੋਕਾਂ ਦੇ ਸਾਹਮਣੇ ਇਹਨਾਂ ਨੇ ਸਾਖੀਕਾਰ ਨੇ ਰੱਖ ਦਿੱਤਾ ਕਿ ਸਿੱਖਾਂ ਨੂੰ ਗੁਰਬਾਣੀ ਨਾਮ ਦੀ ਚੀਜ਼ ਤਾਂ ਸਮਝ ਨਾ ਆਵੇ ਤੇ ਨਾ ਉਹਨੂੰ ਕੋਈ ਦੱਸਣ ਵਾਲਾ ਉਦੋਂ ਹੈਗਾ ਸੀ, ਕਿਉਂਕਿ ਗਿਆਨ ਤਾਂ ਲੋਕਾਂ ਨੂੰ ਹੈ ਨਹੀਂ ਸੀ, ਮਾਨਸਿਕ ਵਿਕਾਸ ਹੈ ਨਹੀਂ ਸੀ। ਇੱਕ ਗੱਲੋਂ ਹੈਰਾਨੀ ਹੁੰਦੀ ਹੈ ਕਿ ਗੁਰੂ ਨਾਨਕ ਸਾਹਿਬ ਇੰਨੇ ਅੱਗੇ ਸਮਾਜ ਦੇ ਨਾਲੋਂ ਸਨ। ਉਹਨਾਂ ਦੇ ਕੀਤੇ ਕੰਮਾਂ ਤੇ ਉਹਨਾਂ ਦੀ ਵਿਦਵਤਾ ਤੇ ਬਾਰ-ਬਾਰ ਨਮਸਕਾਰ ਕਰਨ ਨੂੰ ਜੀ ਕਰਦਾ, ਸਿਰ ਝੁਕਦਾ ਹੈ। ਨਾਮਦੇਵ ਜੀ ਦੀ ਬਾਣੀ ਮਰਾਠੀ ਬੋਲੀ ਸੀ ਤੇ ਇਸੇ ਤਰ੍ਹਾਂ ਕਬੀਰ ਜੀ ਦੀ ਬਾਣੀ ਹੋ ਸਕਦਾ ਹੈ ਜਿਹੜੀਆਂ ਉਧਰ ਯੂਪੀ ਦੇ ਵਿੱਚ ਕਾਂਸ਼ੀ ਦੇ ਨੇੜੇ ਤੇੜੇ ਬੋਲੀਆਂ ਪ੍ਰਚਲਿਤ ਸਨ ਉਹਦੇ ਵਿੱਚ ਹੋਵੇ। ਇਸੇ ਤਰ੍ਹਾਂ ਜਿਹੜੀਆਂ ਬੋਲੀਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਕੋਈ ਰਚਨਾ ਮਿਲੀ ਉਹਦਾ ਗੁਰਮੁਖੀ 'ਚ ਪੰਜਾਬੀ 'ਚ ਅਨੁਵਾਦ ਕਰ ਲੈਣਾ ਤੇ ਉਹਨਾਂ ਲੋਕਾਂ ਨਾਲ ਉਹਨਾਂ ਦੀ ਬੋਲੀ 'ਚ ਜਾ ਕੇ ਵਿਚਾਰ ਵਟਾਂਦਰਾ ਕਰ ਲੈਣਾ, ਇਹ ਬਹੁਤ ਹੈਰਾਨੀ ਦੀ ਗੱਲ ਹੈ। ਅੱਜ ਵੀ ਬਹੁਤ ਘੱਟ ਲੋਕ ਨੇ ਜਿਹੜੇ ਇੰਨੀਆਂ ਭਾਸ਼ਾਵਾਂ ਜਾਣਦੇ ਨੇ ਔਰ ਇਸ ਕਿਸਮ ਦੀ ਮਿਹਨਤ ਕਰ ਸਕਦੇ ਨੇ। ਤੇ ਗੁਰੂ ਨਾਨਕ ਸਾਹਿਬ ਤਾਂ ਲੰਕਾ ਵੀ ਪਹੁੰਚ ਗਏ, ਉਹਨਾਂ ਦੇ ਨਾਲ ਵੀ ਉਹ ਵਿਚਾਰ ਚਰਚਾ ਕਰਨੀ ਨੂੰ ਕੋਈ ਉਹਨਾਂ ਵਾਸਤੇ ਔਖਾ ਕੰਮ ਨਹੀਂ ਸੀ। ਤੇ ਰਹੀ ਗੱਲ ਇਹਨਾਂ ਨੂੰ ਬਣਾ ਦਿੱਤਾ, ਆ ਜਿਹੜਾ ਰੱਸੇ ਲਪੇਟ ਦਿੱਤੇ ਸਰੀਰ ਤੇ, ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰਕਰੀ ਵਿਛਾਈ, ਇਹੋ ਹੀ ਭਾਈ ਗੁਰਦਾਸ ਦੀ ਪੌੜੀ ਚੋਂ ਇੱਕ ਦੋ ਪੰਕਤੀਆਂ ਲੈ ਕੇ ਤੇ ਸਟੇਜਾਂ ਤੇ ਸਾਡੇ ਅੱਜ ਵੀ ਸੁਣਾਇਆ ਜਾ ਰਿਹਾ ਹੈ ਤੇ ਸਾਖੀਆਂ ਦੇ ਵਿੱਚ ਵੀ ਆਇਆ ਹੋਇਆ। ਤੇ ਗੁਰੂ ਨਾਨਕ ਸਾਹਿਬ ਨੂੰ ਰੇਤਾ ਵੀ ਖਵਾ ਦਿੱਤਾ, ਅੱਕ ਵੀ ਖਵਾ ਦਿੱਤਾ ਤੇ ਹੋਰ ਕਈ ਤਰ੍ਹਾਂ ਦੀਆਂ ਮੁਸੀਬਤਾਂ 'ਚ ਜਾਣਬੁੱਝ ਕੇ ਪਵਾ ਦਿੱਤਾ ਜਿਹੜੀਆਂ ਕਿ ਅਸਲ ਦੇ ਵਿੱਚ ਉਸ ਤਰ੍ਹਾਂ ਹੋ ਹੀ ਨਹੀਂ ਸਕਦੀਆਂ ਕਦੇ ਵੀ। ਬਿਲਕੁਲ। ਤਾਂ ਗੁਰੂ ਨਾਨਕ ਸਾਹਿਬ ਧਨਾਸਰੀ ਦੇਸ਼ ਕਿੱਥੇ ਹੈ ਇਹਦਾ ਕੋਈ ਜ਼ਿਕਰ ਨਹੀਂ ਕਿ ਧਨਾਸਰੀ ਦੇਸ਼, ਰਾਗ ਤਾਂ ਧਨਾਸਰੀ ਹੈ ਪਰ ਧਨਾਸਰੀ ਦੇਸ਼ ਕੋਈ ਨਹੀਂ। ਇਹਨਾਂ ਨੇ ਤਾਂ ਆਸ਼ਾ ਦੇਸ਼ ਵੀ ਬਣਾ ਰੱਖਿਆ ਹੈ। ਹੋਰ ਵੀ ਬਹੁਤ ਸਾਰੇ ਜਿਹੜੇ ਰਾਗ ਨੇ ਗੁਰਬਾਣੀ ਦੇ ਵਿੱਚ ਉਹਨਾਂ ਨੂੰ ਦੇਸਾਂ ਦਾ ਨਾਮ ਵੀ ਦੇ ਕੇ ਸਾਖੀਆਂ ਵਾਲਿਆਂ ਨੇ ਸਾਡੇ ਸਾਹਮਣੇ ਪਰੋਸ ਦਿੱਤਾ ਤੇ ਸਾਡੇ ਭਰਾ ਸਟੇਜਾਂ ਦੇ ਉੱਤੇ ਸੁਣਾਈ ਜਾਂਦੇ ਨੇ। ਤੇ ਕਈ ਤਾਂ ਇਤਿਹਾਸਕਾਰ ਵੀ ਇਹੀ ਅੱਗੇ ਹੁੰਦਾ ਸੀ ਜੀ ਧਨਾਸਰੀ ਦੇਸ਼, ਅੱਜ ਕੱਲ ਉਹਦਾ ਨਾਮ ਬਦਲ ਗਿਆ, ਐਂ ਵੀ ਕਹਿ ਕੇ ਕੰਮ ਚਲਾ ਲੈਂਦੇ ਨੇ ਆਪਣਾ ਜੀ। ਤੇ ਖੈਰ ਖਵਾਜਾ ਦੇਵਤਾ ਗੁਰੂ ਨਾਨਕ ਸਾਹਿਬ ਕੋਲੇ ਆਪ ਹਾਜ਼ਰ ਹੋਇਆ ਤੇ ਆਪ ਖਵਾਜਾ ਦੇਵਤਾ ਕਿਹੜੇ ਰੂਪ ਚ ਆਇਆ, ਪਰ ਨਾਲ ਮੱਛੀਆਂ ਤਲ ਕੇ ਗੁਰੂ ਨਾਨਕ ਸਾਹਿਬ ਵਾਸਤੇ ਛਕਣ ਨੂੰ ਲੈ ਕੇ ਆਇਆ। ਤੇ ਇੱਕ ਪਾਸੇ ਤਾਂ ਕਹੀ ਜਾਣਾ ਕਿ ਮੀਟ ਖਾਣਾ ਸਿੱਖਾਂ ਦੇ ਵਿੱਚ ਮਨਾਹੀ ਹੈ ਤੇ ਦੂਜੇ ਪਾਸੇ ਗੁਰੂ ਨਾਨਕ ਸਾਹਿਬ ਦੇ ਅੱਗੇ ਮੱਛੀਆਂ ਪਰੋਸ ਕੇ ਰੱਖੀ ਜਾਣਾ, ਕਿੰਨਾ ਹਾਸੋਹੀਣੀ ਘਟਨਾ ਹੈ। ਤੇ ਖਵਾਜਾ ਦੇਵਤਾ ਵੀ ਜਿਹੜਾ ਕਿ ਪਾਣੀ ਹੈ, ਖੂਹ ਹੈ, ਦਰਿਆ ਹੈ, ਪਾਣੀ ਇੱਕ ਵਿਅਕਤੀ ਦਾ ਰੂਪ ਧਾਰਨ ਕਰਕੇ ਬਾਹਰ ਆਇਆ ਤੇ ਉਹ ਗੁਰੂ ਨਾਨਕ ਸਾਹਿਬ ਦੇ ਕੋਲੇ ਹਾਜ਼ਰ ਹੋਇਆ ਤੇ ਮੱਛੀਆਂ ਖਾਣ ਵਾਸਤੇ ਲੈ ਕੇ ਗੁਰੂ ਨਾਨਕ ਸਾਹਿਬ ਕੋਲੇ ਪੇਸ਼ ਕੀਤੀਆਂ। ਤੇ ਇਹ ਜਿਹੜੀਆਂ ਕਹਾਣੀਆਂ ਨੇ ਇੰਨੀਆਂ ਹਾਸੋਹੀਣੀਆਂ ਨੇ ਜਿਨ੍ਹਾਂ ਦਾ ਕੋਈ ਵੀ ਸਿਰ ਪੈਰ ਨਹੀਂ ਹੈ ਤੇ ਸਾਡੀਆਂ ਸਟੇਜਾਂ ਦੇ ਉੱਤੇ ਸਾਡੀਆਂ ਕਿਤਾਬਾਂ ਦੇ ਵਿੱਚ ਅੱਜ ਤੱਕ ਇਹ ਕਹਾਣੀਆਂ ਚੱਲਦੀਆਂ ਆ ਰਹੀਆਂ ਨੇ। ਜੇ ਸਾਡਾ ਮਾਨਸਿਕ ਵਿਕਾਸ ਨਾ ਹੋਇਆ ਅਸੀਂ ਇਹਨਾਂ ਦੇ ਵਿੱਚ ਉਲਝੇ ਰਵਾਂਗੇ, ਗਰਕੇ ਰਵਾਂਗੇ। ਗੁਰਬਾਣੀ ਬਹੁਤ ਪਿੱਛੇ ਰਹਿ ਗਈ ਹੈ। ਮਨ ਘੜਤ ਸਾਖੀਆਂ ਇਹੋ ਹੀ ਨਹੀਂ ਹੈਗੀਆਂ ਜਿਹੜੀਆਂ ਜਨਮ ਸਾਖੀਆਂ 'ਚ ਨੇ। ਸਾਡੇ ਸਾਧਾਂ ਸੰਤਾਂ ਆਦਿਕ ਨੇ ਆਪ ਹੋਰ ਨਵੀਆਂ ਸਾਖੀਆਂ ਵੀ ਬਹੁਤ ਘੜ ਕੇ ਸਾਡੇ ਦਿਮਾਗ 'ਚ ਤੁੰਨ ਦਿੱਤੀਆਂ ਨੇ ਤੇ ਅਸੀਂ ਸੋਚਣ ਸਮਝਣ ਯੋਗੇ ਰਹੇ ਹੀ ਨਹੀਂ ਹਾਂ। ਇੱਥੇ ਮੈਂ ਇੱਕ ਬੇਨਤੀ ਕਰ ਲਵਾਂ, ਇਹ ਜਿਹੜੀ ਰਾਜੇ ਸਿਬਨਾਬ ਨਾਲ ਗੋਸ਼ਟ ਹੈ, ਲੰਕਾ ਦੇ ਵਿੱਚ ਹੋਰ ਘਟਨਾਵਾਂ ਵਾਪਰੀਆਂ ਨੇ, ਇਹ ਆਪਾਂ ਕਿਉਂਕਿ ਸਮਾਂ ਕਾਫੀ ਹੋ ਗਿਆ ਅਗਲੀ ਵਾਰੀ ਇਹਦਾ ਹਿੱਸਾ ਇੱਕ ਵਿਚਾਰਾਂਗੇ, ਕਿਉਂਕਿ ਤੇ ਜੇ ਹੁਣ ਆਪਾਂ ਵਿਚਾਰ ਕਰਨ ਲੱਗ ਪਏ ਸਮਾਂ ਜ਼ਿਆਦਾ ਲੱਗ ਜਾਵੇਗਾ। ਬਹੁਤ ਧੰਨਵਾਦ ਬਾਪੂ ਜੀ, ਸਮੇਂ ਦੀ ਸਮਾਪਤੀ ਕਰਕੇ ਆਪਾਂ ਇਹਨੂੰ ਇੱਥੇ ਰੋਕਦੇ ਹਾਂ। ਇਹਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀ ਖਵਾਜੇ ਦੀਆਂ ਅੱਜ ਤੱਕ ਕੜਾਹੀਆਂ ਤਾਂ ਜਿਹੜੇ ਕਿਰਪਾਨਾਂ ਵਾਲੇ ਪਾ ਕੇ ਵੀ ਦੇਈ ਜਾਂਦੇ ਆ, ਔਰ ਜਦੋਂ ਕਿਤੇ
ਇੱਕ ਨਲਕਾ ਵੀ ਲਾਉਣਾ ਹੋਵੇ ਤੇ ਇਹਨਾਂ ਨੂੰ ਲੱਗਦਾ ਵੀ ਜੇਕਰ ਕੜਾਈ ਨਾ ਦਿੱਤੀ ਤੇ ਨਲਕੇ ਦਾ ਪਾਣੀ ਨਹੀਂ ਮਿੱਠਾ ਨਿਕਲਣਾ। ਏਦਾਂ ਦੀਆਂ ਗੱਲਾਂ ਕਰਨ ਵਾਲੇ ਲੋਕਾਂ ਦਾ ਕੀ ਹੋਏਗਾ। ਔਰ ਇੱਕ ਤੁਸੀਂ ਗੱਲ ਛੇੜ ਲਈ ਇਹ। ਮੈਂ ਖੁਦ 30-35 ਸਾਲ ਪਹਿਲਾਂ ਆਪਣੇ ਪਿੰਡ ਘੱਗੇ ਬੋਰ ਲਾਉਣਾ ਸੀ ਤੇ ਬੋਰ ਦੀ ਤਿਆਰੀ ਵਾਸਤੇ ਜਦੋਂ ਮੈਂ ਮਿਸਤਰੀ ਨੂੰ ਬੁਲਾ ਕੇ ਲਿਆਂਦਾ, ਉਹ ਮੈਨੂੰ ਕਹਿੰਦਾ ਜੀ ਖਵਾਜੇ ਦੀ ਪਹਿਲਾਂ ਪੂਜਾ ਕਰੋ। ਮੈਂ ਕਿਹਾ ਉਹ ਕਿਵੇਂ ਹੁੰਦੀ ਹੈ? ਕਹਿੰਦਾ ਗੁੜ ਲਿਆਓ, ਤੇਲ ਲਿਆਓ, ਚੌਲ ਲਿਆਓ ਤੇ ਇੱਥੇ ਆਪਾਂ ਮੱਥਾ ਟੇਕਣਾ। ਮੈਂ ਕਿਹਾ ਖਵਾਜੇ ਨੂੰ ਚੌਲ ਚਾਹੀਦੇ ਨੇ? ਕਹਿੰਦਾ ਹਾਂਜੀ। ਮੈਂ ਕਿਹਾ ਜਿਹੜੀ ਆਲੇ ਦੁਆਲੇ ਝੋਨਾ ਲੱਗਿਆ ਹੋਇਆ ਖਵਾਜਾ ਉੱਥੋਂ ਖਾ ਲੇ, ਹੁਣ ਮੇਰੇ ਲਈ 2 ਮੁੱਠੀ ਚੌਲਾਂ ਨਾਲੋਂ ਜ਼ਿਆਦਾ ਰੱਜ ਜਾਊਗਾ। ਬਿਲਕੁਲ ਠੀਕ ਹੈ ਜੀ। ਤੇ ਫਿਰ ਕਹਿੰਦਾ ਗੁੜ। ਮੈਂ ਕਿਹਾ ਗੰਨਿਆਂ ਦੇ ਖੇਤ ਇੱਥੇ ਖੜੇ ਨੇ, ਇੱਧਰੋਂ ਗੁੜ ਖਾ ਲਵੇ ਜਿਹੜਾ ਖਵਾਜੇ ਨੇ ਖਾਣਾ। ਆ ਤੇਲ ਹੈ ਜਿਹੜੀ ਸਰੋਂ ਜਿੱਥੇ ਲੱਭਦੀ ਆ ਉਹਨੂੰ ਸਰੋਂ ਜਾ ਕੇ ਉਹਦੇ ਚੋਂ ਕੱਢ ਕੇ ਤੇਲ ਪੀ ਲਵੇ ਜਿਹੜਾ ਪੀਣਾ। ਮੇਰੇ ਕੋਲੇ ਕਿੰਨਾ ਕੁ ਤੇਲ ਹੈ, ਨਾਲੇ ਕਿੰਨੇ ਕੁ ਚੌਲ ਨੇ, ਮੈਂ ਖਵਾਜੇ ਨੂੰ ਕਿਵੇਂ ਰਜਾ ਦੂੰਗਾ? ਅਸਲ 'ਚ ਗੱਲ ਕੀ ਸੀ, ਉਹਨੇ ਮੈਨੂੰ ਮੱਥਾ ਟਕਵਾ ਕੇ, ਮਿਸਤਰੀ ਨੇ ਮੇਰਾ ਮਾਨਸਿਕ ਪੱਧਰ ਦੇਖਣਾ ਸੀ ਤੇ ਮੈਂ ਜਦੋਂ ਇਹ ਕੰਮ ਨਾ ਕੀਤਾ ਮੇਰਾ ਉਹਨੇ ਬੋਰ ਵੀ ਵਿਗਾੜ ਦਿੱਤਾ, ਮੇਰਾ ਨੁਕਸਾਨ ਵੀ ਕੀਤਾ ਤੇ ਲੋਕਾਂ 'ਚ ਪ੍ਰਚਾਰਿਆ ਇਹਨੇ ਮੱਥਾ ਨਹੀਂ ਟੇਕਿਆ। ਜਦੋਂ ਮੈਂ ਉਹਦੀ ਸਾਰੀ ਪੜਤਾਲ ਕੀਤੀ, ਸਿਆਣੇ ਬੰਦੇ ਨੂੰ ਉਹਦੇ ਘਰ ਲੈ ਕੇ ਗਿਆ ਤੇ ਉਹਨਾਂ ਨੂੰ ਚੰਗੀ ਉਹਦੀ ਲਾਪਾ ਕੀਤੀ। ਅਸਲ ਦੇ ਵਿੱਚ ਉਹ ਬੰਦਾ ਸ਼ਰਾਬੀ ਸੀ, ਵੱਧ ਪੈਸੇ ਮੰਗਦਾ ਸੀ ਤੇ ਉਹਨੇ ਬੋਰ ਮੇਰਾ ਜਿੱਥੇ ਪਹੁੰਚਣਾ ਚਾਹੀਦਾ ਸੀ ਡੂੰਘਾ, ਉੱਥੇ ਬਰੇਤੀ ਤੇ ਨਹੀਂ ਪਹੁੰਚਾਇਆ, ਅਧੂਰਾ ਛੱਡ ਦਿੱਤਾ ਸੀ। ਫਿਰ ਮੈਂ ਦੁਬਾਰਾ ਲਿਆ ਕੇ ਉਹਨੂੰ ਸਖਤੀ ਦੇ ਨਾਲ ਕਿਹਾ, ਸਿਆਣੇ ਬੰਦੇ ਬੁਲਾ ਕੇ ਨਾਲ, ਉਹਨੇ ਬੋਰ ਦੇ ਵਿੱਚ ਦੁਬਾਰਾ ਬੋਕੀਆਂ ਲਾਈਆਂ, ਸੁਰਾਖ ਕੀਤਾ ਤੇ ਪਾਣੀ ਬੰਬਾ ਮਾਰਦਾ ਬਾਹਰ ਆ ਗਿਆ, ਨਹੀਂ ਤਾਂ ਖਵਾਜੇ ਦੇ ਵਿੱਚ ਮੈਨੂੰ ਗਰਕ ਕਰ ਦਿੱਤਾ ਸੀ ਉਹ ਮਿਸਤਰੀ ਨੇ। ਬਿਲਕੁਲ ਜੀ, ਬਹੁਤ ਧੰਨਵਾਦ ਜੀ। ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਇੱਥੋਂ ਹੀ ਸ਼ੁਰੂ ਕਰਾਂਗੇ ਤਾਂ ਕਿ ਹੋਰ ਇਹਦੇ ਤੇ ਵਿਸਥਾਰ ਕੁਝ ਗੱਲਾਂ ਆਪਾਂ ਕਰ ਸਕੀਏ ਖਵਾਜੇ ਦੇ ਬਾਰੇ 'ਚ। ਔਰ ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਸਰੋਤਿਓ, ਧੰਨਵਾਦ। ਇਸੇ ਤਰੀਕੇ ਨਾਲ ਜੁੜੇ ਰਹੋ ਗੁਰਮਤਿ ਤੱਤ ਗਿਆਨ ਦੇ ਇਸ ਟੀਵੀ ਦੇ ਨਾਲ, ਔਰ ਤੁਹਾਡੇ ਤੱਕ ਆਡੀਓ ਲੈ ਕੇ ਪਹੁੰਚਦੇ ਹਾਂ। ਔਰ ਬਾਪੂ ਇੰਦਰ ਸਿੰਘ ਜੀ ਘੱਗਾ, ਜਿਨ੍ਹਾਂ ਦੀ ਬਹੁਤ ਸਾਰੀਆਂ ਰਚਨਾਵਾਂ ਕਿਤਾਬਾਂ ਦੇ ਰੂਪ ਦੇ ਵਿੱਚ ਸਾਡੇ ਕੋਲ ਨੇ, ਉਹਨਾਂ ਤੋਂ ਪੜ੍ਹ ਕੇ ਵੀ ਤੁਸੀਂ ਮਾਨਸਿਕ ਵਿਕਾਸ, ਹੋਰਾਂ ਕਿਤਾਬਾਂ ਨੂੰ ਪੜ੍ਹਦੇ ਰਹੀਏ, ਵਰਲਡ ਵਾਈਡ ਹੋ ਜਾਈਏ, ਥੋੜਾ ਤਰੱਕੀ ਕਰ ਸਕਾਂਗੇ। ਸੋ ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।